ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ ਗਿਆਨ ਦਾਤਾ, ਪਤਿਤ ਪਾਵਨ, ਭਗਤ ਵਸ਼ਲ, ਅੰਤਰਜਾਮੀ ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਜੀ ਕੇ ਖਾਸ ਸਰੂਪ ਖਾਲਸਾ ਸਾਧ ਸੰਗਤ ਜੀ, ਸਤਸੰਗੀ ਜਨੋ, ਬਜ਼ੁਰਗੋ, ਮਾਤਾਓ, ਭਰਾਵੋ, ਭੈਣੋ, ਬੱਚਿਓ, ਜਿਨ੍ਹਾਂ ਤੇ ਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਜ਼ਿੰਦਗੀ ਦਾ ਕੁਝ ਸਮਾਂ ਆਪਣੀ ਚਰਨ ਛਣ ਸੱਜ ਕੇ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣ ਦਾ ਬਖਸ਼ਿਆ ਹੈ। ਇਹ ਆਪ ਗੁਰੂ ਪਾਤਸ਼ਾਹ ਦੀ ਰਹਿਮਤ ਹੋਈ। ਇਸ ਨਗਰ ਵਿਸਾਰ ਤੱਕ ਦੇ ਸੰਗਤ ਵੱਲੋਂ ਇਹ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ। ਗੁਰੂ ਪਾਤਸ਼ਾਹ ਆਪਣੇ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਧਿਆ ਸਮੇਂ ਤੋਂ ਸੰਗਤਾਂ 'ਚ ਆਪਣੇ ਦਰਸ਼ਨ ਦਾਰੇ ਬਖਸ਼ਦੇ। ਆਪਣੇ ਅਤੀ ਸਤਿਕਾਰਯੋਗ ਢਾਡੀ ਜਥੇ ਤੋਂ ਜੋ ਦੁਆਬੇ ਤੋਂ ਆਏ ਨੇ ਮਾਛੀਵਾੜੇ ਵੱਲੋਂ, ਉਹਨਾਂ ਤੋਂ ਗੁਰੂ ਇਤਿਹਾਸ ਸਰਵਣ ਕਰ ਰਹੇ ਸੀ। ਬੜੀ ਸੁਰੀਲੀ ਬਾਤ ਸੀ। ਇਤਿਹਾਸ ਤੋਂ ਬੜੇ ਗਹਿਜ ਵਿੱਚ ਗੌਰ ਜਾ ਰਹੇ ਸੀ, ਗਹਿਰਾਈ ਵਿੱਚ। ਪਰ ਨਾਲ ਨਾਲ ਅੱਜ ਦੇ ਸਮਾਗਮ ਵਿੱਚ ਨਿਸ਼ਕਾਮ ਕੀਰਤਨੀ ਜਥਾ ਗੁਰਦਾਸ ਵੱਲੋਂ ਵੀ ਸੇਵਾ ਦਿੱਤੀ ਹੋਈ ਹੈ। ਸੋ ਉਨੀ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਜਿਹੜੇ ਉਹਨੇ 4 ਯੁੱਧ ਲੜੇ ਨੇ, ਤੀਜੇ ਯੁੱਧ ਦੀ ਉਹਨੇ ਜ਼ਿਕਰ ਕੀਤਾ ਤੁਹਾਡੇ ਨਾਲ। ਥੋੜੇ ਚਿਰ ਲਈ ਇਹ ਜਥੇ ਦੀ ਸੇਵਾ ਹੈ। ਦਾਸ ਸਭ ਤੋਂ ਪਹਿਲਾਂ ਇੱਕ ਬੇਨਤੀ ਕਰੂਗਾ ਕਿ ਖਾਸ ਕਰਕੇ ਮੈਂ ਆਪਣੇ ਬਾਰੇ ਜਾਣਕਾਰੀ ਦਿੰਦਾ ਹੁੰਦਾ। ਇਹ ਗੁਰੂ ਪੰਥ ਦੇ 2 ਹਿੱਸੇ ਕਰੀਏ। ਇੱਕ ਪਾਸੇ ਸਾਡੇ ਪੰਥ ਵਿੱਚ ਗ੍ਰੰਥੀ ਸਿੰਘ ਨੇ, ਪਾਠੀ ਸਿੰਘ ਨੇ, ਗੁਰੂ ਕੇ ਕੀਰਤਨੀਏ ਨੇ, ਕਵਿਸ਼ਰੀ ਨੇ, ਢਾਡੀ ਕਲਾ, ਕਥਾਵਾਚਕ, ਪ੍ਰਚਾਰਕ ਤੇ ਜਥੇਦਾਰ ਸਾਹਿਬਾਨ। ਇਹ ਹੈ ਇੱਕ ਸਾਈਡ। ਦਾਸ ਦੀ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਇਹਨਾਂ ਵਿੱਚ ਵਿਦਿਅਕ ਯੋਗਤਾ, ਸਰਟੀਫਿਕੇਟ, ਉੱਚਾ ਜੀਵਨ ਬਹੁਤ ਹੀ ਜ਼ਰੂਰੀ ਹੈ, ਔਰ ਇਹਨਾਂ ਦਾ ਸਤਿਕਾਰ ਉਹ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਪਰ ਜੇ ਵਿਦਿਅਕ ਯੋਗਤਾ ਜਾਂ ਪੂਰਾ ਇਤਿਹਾਸਕ ਪੱਖ ਤੋਂ ਪੂਰੀ ਜਾਣਕਾਰੀ ਨਹੀਂ, ਐਵੇਂ ਬਿਨਾਂ ਵੱਖ ਤੋਂ ਜਿਹੜਾ ਵੀ ਕੰਮ ਕਰਨਾ ਉਸ ਬੰਦੇ ਦੀ ਕਾਫੀ ਜ਼ਿਆਦਾ ਮਿਹਨਤ ਹੋਈ ਚਾਹੀਦੀ, ਤਦ ਹੀ ਉਹਨਾਂ ਦਾ ਲੋਕਾਂ ਤੇ ਪ੍ਰਭਾਵ ਜਾਵੇਗਾ। ਦੂਸਰਾ ਹੈਗਾ ਪਾਰਟ ਇਹਨਾਂ ਦਾ ਪੰਥ ਦਾ ਹਿੱਸਾ। ਉੱਥੇ ਹੈਗੇ ਨੇ 5 ਪਿਆਰੇ, ਸੰਤ ਜੀ, ਬਾਬਾ ਜੀ, ਮਹਾਂਪੁਰਖ ਜੀ, ਬ੍ਰਹਮ ਗਿਆਨੀ ਜੀ, ਹਜੂਰ ਮਹਾਰਾਜ। ਇਹ ਸਾਰੇ ਜਿੰਨੇ ਖਿਤਾਬ ਦਿੱਤੇ ਗਏ ਸੰਗਤ ਵੱਲੋਂ ਦਿੱਤੇ ਗਏ, ਜਾਂ ਕਿਸੇ ਕਿਸੇ ਨੂੰ ਗੁਰੂ ਪੰਥ ਵੱਲੋਂ ਅਹੁਦਾ ਮਿਲਿਆ, ਪੰਥ ਰਤਨ, ਜਿਨੀ ਪੰਥ ਦੀ ਕਾਫੀ ਸੇਵਾ ਕੀਤੀ, ਉਹ ਜਥੇਦਾਰ ਸਾਹਿਬਾਨ ਵੱਲੋਂ ਮਿਲਦਾ। ਜਿਹੜਾ ਇਹ ਹਿੱਸਾ ਆ, ਇਹ ਹਿੱਸੇ 'ਚ
ਪਹਿਲੇ ਹਿੱਸੇ 'ਚ ਵਿਦਿਅਕ ਯੋਗਤਾ ਤੇ ਨਾਲ ਸਰਟੀਫਿਕੇਟ ਚਾਹੀਦੇ। ਇਸ ਹਿੱਸੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੈ। ਇਹਨਾਂ ਦਾ ਜੀਵਨ ਬੜਾ ਰੌਸ਼ਨ ਹੋਣਾ ਚਾਹੀਦਾ ਔਰ ਇਹਨਾਂ ਦੇ ਅੰਦਰ ਸਿੱਖੀ ਦਾ ਉੱਚਾ ਮਿਆਰ ਚਾਹੀਦਾ। ਔਰ ਇਹਨਾਂ ਦੋਹਾਂ ਕੈਟਾਗਰੀਆਂ ਦਾ ਇੱਕੋ ਹੀ ਮੁੱਖ ਫਰਜ਼ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਖੁੱਲੇ ਤੌਰ ਤੇ ਕਰਨਾ, ਜੀਵਨ ਦੇ ਢਾਲੇ ਵਿੱਚ ਕਰਨਾ, ਜਿਸ ਕਰਕੇ ਅੱਜ ਕੌਮ 'ਚ ਗਿਰਾਵਟ ਹੋ ਰਹੀ ਹੈ। ਸੋ ਮੈਂ ਬੇਨਤੀ ਸਿਰਫ ਇਹ ਕਰ ਰਿਹਾ ਕਿ ਮੇਰੇ ਵਿੱਚ ਨਾ ਤਾਂ ਪਹਿਲੇ ਨੰਬਰ ਦੀ ਕੋਈ ਗੁਣ ਹੈ, ਨਾ ਦੂਸਰੇ ਨੰਬਰ ਦਾ ਗੁਣ। ਮੈਂ ਤਾਂ ਸਿਰਫ ਕਿਰਤ ਕਰਕੇ ਇਹ ਗੁਰੂ ਪਾਤਸ਼ਾਹ ਨੇ ਛੋਟਾ ਜਿਹਾ ਜਥਾ ਇਕੱਠਾ ਕੀਤਾ ਤੁਹਾਡੇ ਏਰੀਏ 'ਚ। ਪਹਿਲਾਂ ਵੀ ਅਸੀਂ ਤੁਹਾਡੇ ਕੋਲ ਕਈ ਵਾਰ ਆਏ, ਮੈਂ ਤਾਂ ਪਹਿਲੀ ਵਾਰ ਵੀਰ ਜੀ ਦੇ ਦਰਸ਼ਨ ਕੀਤੇ ਢਾਡੀ ਜਥੇ ਦੇ। ਸੀਮਤ ਜੇ ਸਾਡੀ ਲਾਈਫ ਹੈ, ਅਸੀਂ ਕੁਝ ਵਰਲਡ ਵਿੱਚ ਜਾਂ ਅਸੀਂ ਕੌਮ ਵਿੱਚ ਕੋਈ ਸਾਡੀ ਪ੍ਰਸਿੱਧੀ ਨਹੀਂ, ਨਾ ਅਸੀਂ ਇਸ ਗੱਲ ਨੂੰ ਸਾਡੇ 'ਚ ਗੁਣ ਹੈ ਕੋਈ। ਇਸ ਕਰਕੇ ਮੇਰੀ ਕਹਿਣ ਤੋਂ ਭਾਵ ਇਹ ਹੈ ਵੀ ਆਪ ਜੀ ਦੀ ਅਸੀਸ ਵਿੱਚ ਬੜੀ ਬਰਕਤ ਹੈ, ਕਿਉਂਕਿ ਗੁਰੂ ਪੰਥ ਵਿੱਚ ਸੰਗਤ ਦਾ ਦਰਜਾ ਬਹੁਤ ਉੱਚਾ ਰੱਖਿਆ ਹੋਇਆ। ਗੁਰੂ ਹੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹਦਾ ਦਰਜਾ ਦਿੱਤਾ ਹੋਇਆ, ਅਦੀ ਬੜੀ ਵਡਿਆਈ ਕੀਤੀ ਹੋਈ। ਤੇ ਦੂਸਰੇ ਅੱਜ ਸਿੱਖ ਪੰਥ ਨੂੰ ਜੋ ਰਹਿਨਮਾਈ ਦੇ ਰਹੇ ਨੇ ਉਹ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ ਵੀ ਵਿਰਾਜਮਾਨ ਨੇ, ਤੁਸੀਂ ਵੀ ਪ੍ਰਮਾਤਮਾ ਦਾ ਰੂਪ ਕਰਕੇ ਵਿਰਾਜਮਾਨ ਹੋਏ ਹੋ। ਤੇ ਪ੍ਰਮਾਤਮਾ ਪਰਿਪੂਰਨ ਸਰਬ ਵਿਆਪਕ ਜੋ ਆਦ ਸੱਚ ਹੈ ਉਹ ਤਾਂ ਸਾਰੇ ਥਾਂ ਹਮੇਸ਼ਾ ਰਹਿੰਦਾ। ਸੋ ਆਪ ਜੀ ਦਾਸ ਦੇ ਸਿਰ ਤੇ, ਕਿਉਂਕਿ ਜਥਾ ਅੱਜ ਕੋਈ ਬੱਸ ਦੀ ਲੇਟ ਹੋ ਗਏ, 2 ਥਾਈਂ ਸੀ ਸਮਾਗਮ ਰੱਖਿਆ ਸੀ, ਇੱਥੇ ਥੋੜੇ ਜਿਹੇ ਲੇਟ ਹੋ ਗਏ, ਥੋੜਾ ਰਸਤਾ ਦੂਰ ਹੈ। ਇੱਕ ਸਾਡੀ ਰੋਡ ਬੜੀ ਡਿਸਟਰਬ ਹੋਈ ਪਈ ਹੈ, ਸਾਰੀ ਗੁਰਦਾਸਪੁਰ ਵਾਲੀ ਬਹੁਤ ਟੁੱਟੀ ਹੋਈ ਰੋਡ ਹੈ। ਲੋਕਾਂ ਦਾ ਕੋਈ ਇਕੱਠ ਨਹੀਂ, ਕੋਈ ਇਹਨਾਂ ਦੀ ਹੈ ਨਹੀਂ ਵਿਚਾਰਿਆਂ 'ਚ ਜ਼ਰੂਰਤ। ਹੁਣ ਮਾੜਾ ਜ਼ਮੀਨੀ ਮੋਰਚਾ ਲਾਇਆ, ਇਹ ਮੋਰਚੇ ਇਹਨਾਂ ਨੂੰ ਕਾਫੀ ਪਹਿਲਾਂ ਹਰ ਗੱਲ ਚਲਾਉਣੇ ਪੈਣੇ ਸੀ, ਇਹਨਾਂ ਨੂੰ ਇਕੱਠੇ ਹੋ ਕੇ ਰਹਿਣਾ ਪੈਣਾ ਸੀ। ਇਸ ਕਰਕੇ ਥੋੜੇ ਲੇਟ ਹੋਣ ਕਰਕੇ ਅਸੀਂ ਆਪ ਜੀ ਤੋਂ ਖਿਮਾ ਦੇ ਜਾ ਚੁੱਕੇ। ਜਦੋਂ ਕੀਰਤਨ ਆ ਗਿਆ ਸਾਜਾਂ ਨਾਲ, ਫਿਰ ਤੁਹਾਡੇ ਨਾਲ ਕੇਵਲ ਕੀਰਤਨ ਕੀਤਾ ਜਾਣਾ। ਸੋ ਜੋ ਦਾਸ ਦੀ ਜ਼ਿੰਮੇਵਾਰੀ ਹੈ ਉਹ ਚੌਕੀਦਾਰ ਇਹ ਹੈ ਕਿ ਆਪ ਜੀ ਸੀਸ ਬਖਸ਼ਦੇ ਹੋਏ, ਆਪਣੀ ਰਸਨਾ ਪਵਿੱਤਰ ਕਰਦੇ ਹੋਏ, ਸੀਸ ਗੁਰੂ ਜੀ ਨੂੰ ਝੁਕਾਉਂਦੇ ਹੋਏ, ਦਾਸ ਦੇ ਸਿਰ ਤੇ ਮਿਹਰ ਭਰਿਆ ਮਨ ਕਰਕੇ ਹੱਥ ਰੱਖਦੇ ਹੋਏ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਮੈਂ ਕੁਝ ਕੁ ਬੇਨਤੀਆਂ, ਮੈਨੂੰ ਪਹਿਲਾਂ ਵੀ ਪਤਾ ਲੱਗਿਆ, ਹੁਣ ਵੀ ਕੁਝ ਜਿਹੜੇ ਨੌਜਵਾਨ ਨੇ, ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਨਾ ਜਥੇ ਵੱਲੋਂ ਵੀ ਪਿਆਰਿਓ, ਇਹ ਤੁਹਾਡੇ ਲਈ ਸਾਰਾ ਉਪਰਾਲਾ ਕੀਤਾ ਹੋਇਆ। ਤੁਸੀਂ ਬਾਹਰ ਮੋਟਰਸਾਈਕਲਾਂ ਤੇ ਖੜੇ ਆ ਜਾਂ ਉੱਧਰ ਖੜੇ ਆ, ਇਹ ਜਿਹੜੇ ਬੰਦੇ ਨਾਲ ਸੇਵਾ ਨਿਭਾਣੀ ਉਹ ਤਾਂ ਸੇਵਾ ਵਿੱਚ ਤਤਪਰ ਰਹੇ। ਜਿਹੜਾ ਬੰਦਾ ਸੇਵਾ ਤੋਂ ਬਿਨਾਂ ਇੱਧਰ ਉੱਧਰ ਖੜਾ ਆ, ਉਹ ਇੰਨਾ ਖਰਚ ਕੀਤਾ ਇਸ ਨਗਰ ਨੇ, ਉਹ ਤੁਹਾਡੇ ਲਈ ਕੀਤਾ ਹੋਇਆ। ਔਰ ਉਹਦਾ 'ਚ ਖਾਸ ਜਿਹੜੇ ਫੰਕਸ਼ਨ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਹੁੰਦੇ ਆ ਵੀ ਸਿੱਖ ਕੌਣ ਹੁੰਦਾ, ਜਿੱਥੋਂ ਅੱਜ ਅਸੀਂ ਗਿਰਫਤ ਖਾਧੀ ਹੋਈ। ਸਾਡਾ ਗੁਰੂ ਕੌਣ ਹੈ, ਸਾਡੀ ਰਹਿਤ ਕੀ ਹੈ, ਸਾਡੀਆਂ ਕਰੈਤਾਂ ਕੀ ਨੇ, ਇਹ ਪੰਥ ਕਿਵੇਂ ਬਣਿਆ। ਇਹ ਪੰਥ ਵਿੱਚ 2 ਹਿੱਸੇ, ਭਾਵ ਸ਼ਾਂਤਮਈ ਸ਼ਹੀਦੀ ਤੇ ਨਾਲ ਜੁਝਾਰੂ ਹਿੱਸਾ, ਇਹ ਕਿਵੇਂ ਖੜਾ ਕੀਤਾ ਗਿਆ, ਕਾਹਦੇ ਲਈ ਖੜਾ ਕੀਤਾ ਗਿਆ। ਇੱਥੇ ਦੇ ਪੀਰੀ ਤੇ ਮੀਰੀ ਨੂੰ ਮੇਲ ਕਿਵੇਂ ਬਣਾਇਆ ਗਿਆ। ਕੀ ਮਰਨ ਤੋਂ ਬਾਅਦ ਬੰਦਾ ਮੁੱਕ ਜਾਂਦਾ, ਕਿਹਦੀ ਰੂਹ ਅੱਗੇ ਪਲਾਨ ਕਰਦੀ। ਕਿਉਂਕਿ 3-4 ਚੀਜ਼ਾਂ ਨੇ ਜਿਹੜੀਆਂ ਸਾਨੂੰ ਮਨੁੱਖ ਜੋਨੀ 'ਚ ਪਤਾ ਨਹੀਂ ਲੱਗਦਾ। ਪਹਿਲਾਂ ਸਾਨੂੰ ਇਹ ਨਹੀਂ ਪਤਾ ਲੱਗਦਾ, ਇੱਕ ਦੂਜੇ ਦੇ ਦਿਲ ਦਾ ਨਹੀਂ ਪਤਾ ਲੱਗਦਾ ਵੀ ਸਾਡੇ ਦਿਲ 'ਚ ਕੀ ਗੱਲ ਹੈ। ਜੇ ਅੱਜ ਮੇਰੇ ਦਿਲ 'ਚ ਚੰਗੀਆਂ ਗੱਲਾਂ ਨੇ, ਹੋ ਸਕਦਾ ਘੜੀ ਕੁ ਨੂੰ ਮਾੜੀਆਂ ਵੀ ਗੱਲਾਂ ਆ ਜਾਣ। ਇਸ ਕਰਕੇ ਇਹ ਪਹਿਲਾ ਕੁਦਰਤ ਦਾ ਹੈਗਾ ਪਰਦਾ, ਜਿਹੜਾ ਅਸੀਂ ਇੱਕ ਦੂਜੇ ਨੂੰ ਅੰਦਰੋਂ ਨਹੀਂ ਪੂਰਾ ਦੇਖ ਪਾ ਰਹੇ। ਇਹ ਪੈਗੰਬਰ ਵਿੱਚ ਖੂਬੀ ਹੁੰਦੀ ਹੈ, ਅਵਤਾਰਾਂ ਵਿੱਚ ਉਹ ਇਹ ਚੀਜ਼ ਨੂੰ ਫੌਲੋ ਕਰ ਲੈਂਦੇ ਨੇ। ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਲਈਏ, ਜਿਨ੍ਹਾਂ ਤੋਂ ਪੰਥ ਦੀ ਸ਼ੁਰੂਆਤ ਹੋਇਆ, ਕੀਤੋ ਆਪਣਾ ਪੰਥ ਨਿਰਾਲਾ ਦਾ ਧਾਰਨੀ ਬਣਾਇਆ। ਉਹ ਜੇ ਸੁਲਤਾਨਪੁਰ ਲੋਧੀ 'ਚ ਨਮਾਜ਼ ਕਰਦੇ ਨੇ, ਖੜੇ ਨੇ ਉੱਥੇ, ਤੇ ਉਹ ਜਦੋਂ ਜਿਹੜਾ ਉਹਨਾਂ ਦਾ ਕਾਜ਼ੀ ਹੈ ਮੋਤਬਿੰਦ, ਉਹ ਜਦੋਂ ਨਮਾਜ਼ 'ਚ ਜਾਂਦਾ, ਬਾਅਦ 'ਚ ਸਵਾਲ ਕਰਦੇ ਨੇ ਵੀ ਤੁਸੀਂ ਨਮਾਜ਼ ਨਹੀਂ ਕਰਦੇ। ਉਹ ਹੁਣ ਅੰਦਰ ਦੀ ਗੱਲ ਬਾਬਾ ਨਾਨਕ ਜੀ ਜਾਣਦੇ ਨੇ। ਉਹ ਆਂਦੇ ਵੀ ਕਾਜੀ ਸਾਹਿਬ ਗੱਲ ਗਲਤ ਹੋ ਗਈ, ਮੈਂ ਨਮਾਜ਼ ਕਿਹਦੇ ਨਾਲ ਕਰਾਂ। ਤੇਰਾ ਮਨ ਸੀ ਘੋੜੀ ਵਿੱਚ ਜਾਂ ਬਛੇਰੀ ਵਿੱਚ, ਤੇਰੇ ਨਗਰ ਵਿੱਚ ਸੀ, ਤੇ ਤੇਰਾ ਬੋਡੀ ਇੱਥੇ ਪਈ ਸੀ, ਤੇ ਮੈਂ ਬੋਡੀ ਨੂੰ ਤਾਂ ਪਸੰਦ ਨਹੀਂ ਕਰਦਾ। ਸੂਬੇ ਨਾਲ ਦੂਜੇ ਦਾ, ਉਹਦੇ ਜਿਹੜਾ ਸੁਲਤਾਨਪੁਰ ਲੋਧੀ ਦਾ ਮੁਖਬਰ ਬਾਦਸ਼ਾਹ ਬਣਿਆ ਹੋਇਆ ਸੀ, ਉਹਦੇ ਨਾਲ ਗੱਲ ਇਹਦੇ ਨਾਲ ਕਰ ਲੈਂਦੇ। ਕਹਿੰਦੇ ਵੀ ਹਾਂ, ਇਹਦੇ ਨਾਲ ਵੀ ਮੈਂ ਕਰਨ ਨੂੰ ਤਿਆਰ ਸੀ, ਪਰ ਇਹ ਵੀ ਕਾਬਲ ਕੰਦਾਰ ਘੋੜੇ ਖਰੀਦਣ ਡਿਆ ਸੀ। ਮਨ ਇਹਦਾ ਕਿਤੇ ਹੋਰ ਸੀ, ਸਰੀਰ ਇੱਥੇ ਸੀ। ਇਹਦਾ ਮਤਲਬ ਇਹ ਹੈ ਬਾਬੇ ਨਾਨਕ ਜੀ ਨੂੰ, ਬਾਕੀ ਨਮਾਜ਼ੀਆਂ ਨੂੰ ਕੋਈ ਪਤਾ ਨਹੀਂ ਵੀ ਕਿੱਦਾਂ ਹੋ ਰਿਹਾ ਕਿੱਦਾਂ ਨਹੀਂ ਹੋ ਰਿਹਾ। ਉਹਨਾਂ ਨੂੰ ਸਾਰਾ ਪਤਾ ਲੱਗ ਰਿਹਾ ਵੀ ਇਹ ਕਿੱਥੇ ਹੈ ਤੇ ਇਹ ਕਿੱਥੇ ਹੈ, ਧੜ ਕਿੱਥੇ ਹੈ ਤੇ ਮਨ ਕਿੱਥੇ ਹੈ। ਇਹ ਸਾਡੇ ਵਿੱਚ ਵੀ ਖੂਬ, ਇਸੇ ਕਰਕੇ ਅਸੀਂ ਜਿਹੜੇ ਡਿੱਗ ਚੁੱਕੇ ਆ, ਸਾਨੂੰ ਕਿਸੇ ਦੀ ਸ਼ਖਸੀਅਤ ਦਾ ਨਹੀਂ ਪਤਾ। ਮੈਂ ਤਾਂ ਬੇਨਤੀ ਕਰਦਾ ਵੀ ਅੱਜ ਜਿੰਨੇ ਵੀ ਸੰਤ ਜੀ, ਬਾਬਾ ਜੀ, ਮਹਾਰਾਜ ਜੀ, ਹਜੂਰ ਮਹਾਰਾਜ ਜਾਂ ਬ੍ਰਹਮ ਗਿਆਨੀ ਦੇ ਖਿਤਾਬ ਦਿੱਤੇ ਹੋਏ ਆ,
ਇਹ ਕੇਵਲ ਸੰਗਤ ਨੇ ਹੀ ਦਿੱਤੇ ਹੋਏ। ਸੰਗਤ ਦੇ ਮੈਨੂੰ ਕਈ ਵਾਰ ਮਨ ਚ ਆਉਂਦਾ ਵੀ ਜੇ ਕਿਸੇ ਨੂੰ ਅਸੀਂ ASI ਬਣਾਉਣਾ ਤੇ ਘੱਟੋ ਘੱਟ IG ਜਾਂ ਕੋਈ SP ਉਹਨੂੰ ਫੀਤੀ ਲਾਊਗਾ, ਕਦੇ ਵੀ ਸਿਪਾਹੀ ASI ਦੀ ਫੀਤੀ ਨਹੀਂ ਲਾਊਗਾ। ਭਾਵ ਨੀਵੇਂ ਪੱਧਰ ਦਾ ਬੰਦਾ ਕਦੇ ਵੀ ਉੱਚੇ ਪੱਧਰ ਨੂੰ ਸਿਲੈਕਟ ਨਹੀਂ ਕਰ ਸਕਦਾ। ਇਹ ਗੱਲ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜੇ ਮਸੰਦ ਥਾਪੇ ਤਾਂ ਨਹੀਂ, ਆਪ ਸੋਚ ਕੇ ਥਾਪੇ। ਉਹਨਾਂ ਦਾ ਜੀਵਨ ਦੇਖਿਆ ਗੁਰੂ ਅਮਰਦਾਸ ਸਾਹਿਬ ਜੀ ਨੇ। ਤਾਂ ਮੈਂ ਬੇਨਤੀ ਕਰਦਾ ਜਾ ਰਿਹਾ, ਪਹਿਲੀ ਪੁਆਇੰਟ ਹੈ ਜਿਹੜਾ ਸਾਨੂੰ ਇੱਕ ਦੂਜੇ ਦੇ ਦਿਲ ਦਾ ਨਹੀਂ ਪਤਾ ਲੱਗਦਾ, ਇਹ ਗੁਰੂਆਂ ਨੂੰ ਜਾਂ ਅਕਾਲ ਪੁਰਖ ਨੂੰ ਅੰਤਰਜਾਮੀ ਅਸੀਂ ਮੰਨਦੇ। ਦੂਸਰਾ ਜਿਹੜਾ ਸਾਡੇ ਚ ਪੜਦਾ ਹੈ ਮਨੁੱਖ ਜੌਨੀ ਚ, ਉਹ ਇਹ ਹੈ ਵੀ ਘੜੀ ਕੁ ਨੂੰ ਕੀ ਹੋ ਜਾਣਾ ਇਹ ਸਾਨੂੰ ਨਹੀਂ ਪਤਾ ਲੱਗਦਾ। ਜਿੰਨੇ ਵੀ ਭਾਰਤ ਦੇ ਬਾਬੇ ਨੇ, ਮਹਾਂਪੁਰਖ ਨੇ, ਸੰਤ ਨੇ ਜਿਹੜੇ ਅੱਜ ਜਿਹੜੇ ਮੈਂਸ਼ਨ ਨੇ, ਕਿਸੇ ਨੇ ਨਹੀਂ ਦੱਸਿਆ ਵੀ ਕਰੋਨਾ ਆਣਾ ਜਾਂ ਐਨੀ ਤਰੀਕ ਨੂੰ ਆਣਾ ਜਾਂ ਐਨੀ ਤਰੀਕ ਨੂੰ ਚਲੇ ਜਾਣਾ। ਹੁਣ ਦੂਜੇ ਪਾਸੇ ਆਪਣੇ ਪੈਗੰਬਰ ਨੂੰ ਦੇਖੋ, ਉਹਨਾਂ ਨੂੰ ਫੋਲੋ ਕਰੋ ਕਿ ਉਹ ਕਹਿ ਰਹੇ ਨੇ ਕਿ ਆਣ 78 ਜਾਣ 97। 78 ਵਿੱਚ ਆਊਗਾ। ਕੌਣ ਆਊਗਾ ਬਾਬਾ ਜੀ? ਬਾਬਰ ਬਾਣੀ ਫਿਰ ਗਈ, ਬਾਬਰ ਆਏਗਾ। ਕਿੱਥੋਂ ਆਊਗਾ ਬਾਬਾ ਜੀ? ਪਾਪ ਕੀ ਚੰਜ ਲੈ ਕਾਬਲੋਂ ਤਾਂ ਆਇਆ, ਕਾਬਲ ਤੋਂ ਆਊਗਾ। ਐਨੇ ਚ ਆਊਗਾ, ਆ ਨਾ ਹੋਏਗਾ ਤੇ ਐਨੇ ਚ ਚਲੇ ਵੀ ਜਾਊਗਾ ਲੁੱਟ ਖੋ ਕਰਕੇ। ਠੀਕ ਸਮੇਂ ਸਿਰ ਇਹ ਸਾਰਾ ਕੁਝ ਵਾਪਰਿਆ ਔਰ ਕਾਫੀ ਦੇਰ ਪਹਿਲਾਂ ਇਹ ਭਵਿੱਖ ਵਚਨ ਕੀਤੇ ਹੋਏ। ਤੈਸੜਾ ਕਰੀ ਗਿਆਨ ਵੇ ਲਾਲੋ ਦੇ। ਹੁਣ ਮੇਰਾ ਕਹਿਣ ਤੋਂ ਭਾਵ ਜਿਹੜੇ ਇਹ ਮਹਾਂਪੁਰਖ ਹੁੰਦੇ ਨੇ ਉੱਚ ਲੈਵਲ ਦੇ, ਉਹਨਾਂ ਚੋਂ ਜਿਵੇਂ ਕਬੀਰ ਜੀ ਨੂੰ ਪਤਾ ਜਾਂ ਰਵਿਦਾਸ ਜੀ ਨੂੰ ਪਤਾ, ਮੈਂ ਉਹਨਾਂ ਨੂੰ ਉਹ ਹੈ। ਸਾਨੂੰ ਨਹੀਂ ਇਸ ਗੱਲ ਦਾ ਪਤਾ ਵੀ ਘੜੀ ਕਿਨੂੰ ਕੀ ਹੋ ਜਾਣਾ, ਪਰ ਇਹ ਗੱਲ ਪੱਕੀ ਹੈ, ਚਾਹੇ ਉਹਨਾਂ ਦੇ ਟਾਈਮ 'ਚ ਹੈ ਚਾਹੇ ਅੱਜ ਹੈ, ਜੋ ਸਾਡੀ ਜ਼ਿੰਦਗੀ 'ਚ ਹੋ ਜਾਣਾ ਉਹਨੂੰ ਅਸੀਂ ਟਾਲ ਨਹੀਂ ਸਕਣਾ। ਇਹ ਗੱਲ ਪੱਕੀ। ਤੀਸਰਾ ਜਿਹੜਾ ਸਾਡੇ ਮਨੁੱਖ ਜੋਨੀ 'ਚ ਫਰਕ ਹੈ ਉਹ ਇਹ ਹੈ ਵੀ ਸਾਨੂੰ ਪਤਾ ਨਹੀਂ ਲੱਗ ਸਕਦਾ ਵੀ ਜਦੋਂ ਬੰਦਾ ਮਰ ਜਾਂਦਾ ਉਹਦੀ ਬਾਡੀ ਵਿੱਚੋਂ ਕੀ ਚੀਜ਼ ਨਿਕਲਦੀ ਹੈ ਤੇ ਕਿੱਥੇ ਚਲੇ ਜਾਂਦੀ ਹੈ। ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਦਾ। ਇਸ ਕਰਕੇ ਇਸ ਪੁਆਇੰਟ ਤੋਂ ਜਿਹੜੇ ਲੋਕ ਬਹੁਤ ਥਿੜਕ ਗਏ ਨੇ, ਮੇਰੇ ਧਰਮ ਦੇ ਪ੍ਰਚਾਰਕ ਵੀ ਇਹ ਕਹਿਣ ਲੱਪੇ ਵੀ ਮਰ ਕੇ ਕੁਝ ਨਹੀਂ ਹੁੰਦਾ। ਚੰਗੇ ਚੰਗੇ ਬੰਦੇ ਜਿਨ੍ਹਾਂ ਮਗਰ ਲੱਖਾਂ ਬੰਦੇ ਤੁਰੇ ਜਾਂਦੇ ਨੇ, ਉਹ ਕਹਿਣ ਲੱਪੇ ਵੀ ਨਾ ਕੋਈ ਨਰਕ ਹੁੰਦਾ, ਨਾ ਕੋਈ ਸਵਰਗ ਹੁੰਦਾ, ਨਾ ਕੋਈ ਪਰਲੋਕ ਹੁੰਦਾ, ਕੋਈ ਚੀਜ਼ ਨਹੀਂ ਸਾਨੂੰ ਡਰਾਇਆ ਹੋਇਆ। ਐਸੀਆਂ ਗੱਲਾਂ ਜਿਹੜੀਆਂ ਨੇ ਗੁਰਬਾਣੀ ਦੇ ਬਿਲਕੁਲ ਉਲਟ ਹੈ। ਔਰ ਉਸ ਗੁਰੂ ਦੇ ਬਚਨ ਨੇ ਜਿਹੜੇ ਗੁਰੂ ਕਹਿੰਦੇ ਨੇ, ਜਿਹੜੇ ਅੱਜ ਸਾਇੰਸ ਜਿੱਥੇ ਜਾ ਰਹੀ ਹੈ, ਜਿਹੜੇ ਕਹਿੰਦੇ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ। ਇਸ ਬ੍ਰਹਮੰਡ ਵਿੱਚ ਬਹੁਤ ਸੂਰਜ ਨੇ, ਕੇਤੇ ਕਿੰਨੇ ਸੂਰਜ ਨੇ। ਹਜੇ ਤੱਕ ਸਾਇੰਸ ਨੂੰ ਇਹ ਪਤਾ ਲੱਗਿਆ ਸੀ ਵੀ ਸੂਰਜ ਇੱਕ ਹੈ ਤੇ ਉਹਦਾ ਪਰਿਵਾਰ ਹੈ। ਹੁਣ ਇਹ ਮੰਨਣ ਲੱਪੇ ਵੀ ਇਹ ਸੂਰਜ ਵੀ ਨਹੀਂ ਟਿਕਿਆ, ਇਹ ਵੀ ਘੁੰਮਦਾ। ਪਹਿਲਾਂ ਆਂਦੇ ਸੀ ਵੀ ਸੂਰਜ ਖੜਾ ਹੈ। ਤੇ ਮੇਰੇ ਪਾਤਸ਼ਾਹ ਕਹਿੰਦੇ ਸਨ, ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ। ਐਨੀ ਸੋਚ ਸੀ ਉਸ ਗੁਰੂ ਦੀ, ਜਿਸ ਗੁਰੂ ਨੇ ਸਾਨੂੰ ਇਹ ਦੱਸਿਆ ਕਿ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ। ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਬਾਚੀਐ ਬੈ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਉ ਦਈ ਹੁਣ ਸੁਣੀਐ ਕਿਆ ਰੂ ਆਇਆ। ਮਨ ਅੰਧੇ ਜਨਮ ਗਵਾਇਆ। ਜਿਸ ਗੁਰੂ ਦੀ ਇਹ ਵਿਚਾਰ ਹੈ, ਜਮ ਮਾਰਗ ਪੰਥ ਨਾ ਸੁਝੀ ਉੱਜੜ ਅੰਧ ਗਵਾਰੋ ਵਾ। ਨਾ ਜਲ ਲੇਫ ਤਲਾਈਆਂ ਨਾ ਭੋਜਨ ਪ੍ਰਕਾਰੋ ਵਾ। ਮਰਨ ਤੋਂ ਬਾਅਦ ਦਾ ਸਫ਼ਰ ਦਾ ਖੋਲ ਕੇ ਜ਼ਿਕਰ ਕੀਤਾ ਹੋਇਆ। ਜਿਸ ਗੁਰੂ ਜੀ ਨੇ ਸਾਨੂੰ ਬਾਰ-ਬਾਰ ਇਹ ਗੱਲ ਕਿਹਾ ਕਿ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਉਹਦਾ ਨਾਮ ਮੈਂਸ਼ਨ ਕੀਤਾ ਹੋਇਆ। ਤਲਬਾਂ ਪੌਸਨ ਆਕੀਆਂ ਬਾਕੀ ਜਿਨਾ ਰਹੀ। ਕੌਣ ਆ ਉੱਥੇ? ਅਜਦਾ ਈਲ ਫਰਿਸ਼ਤਾ ਹੋਸੀ ਆਏ ਤਈ। ਫਿਰ ਤੇਰੀ ਜੀ ਦੀ ਕੀ ਹਾਲਤ ਹੁੰਦੀ? ਆਵਣ ਜਾਣ ਨਾ ਸੁਝੀ ਭੀੜੀ ਗਲੀ ਫਹੀ। ਉਹ ਗੁਰੂ ਇਹ ਬਚਨ ਕਰ ਰਿਹਾ ਜਿਹੜਾ ਉਦੋਂ ਜਾਣਦਾ ਸੀ ਵੀ ਲੱਖਾਂ ਆਕਾਸ਼ ਤੇ ਪਤਾਲ ਨੇ। ਹੁਣ ਜੇ ਅੱਜ ਅਸੀਂ ਉਹਨਾਂ ਦੇ ਬਚਨਾਂ ਨੂੰ ਪਾਲਦੇ, ਸਾਰੇ ਸਿੱਖ ਬਣੇ ਹੁੰਦੇ। ਸਾਨੂੰ ਇਹ ਗੱਲਾਂ ਆ ਗਈਆਂ ਵੀ ਮਰ ਕੇ ਕੁਝ ਨਹੀਂ ਹੋਣਾ। ਇੱਥੇ ਹੈ ਹੁਣ, ਇੱਥੇ ਤਾਂ ਲੱਖਾਂ ਬੰਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਫੂਕ ਦਿੱਤੇ, ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ। ਇੱਥੇ ਕੋਰਟ ਬਣਿਆ ਜੀ, ਪੁਲਿਸ ਬਣੀ ਹੈ, ਇਹ ਸਾਰੇ ਜ਼ੁਲਮ ਰੋਕਣ ਵਾਸਤੇ ਬਣੀ ਹੈ। ਹੱਦ ਹੋ ਗਈ। ਅੱਜ ਤੱਕ ਮੈਂ ਨਹੀਂ ਦੇਖਿਆ ਕਿੰਨਾ ਕਿ ਜ਼ੁਲਮ ਹੋਇਆ। ਗਰੀਬ ਬੰਦੇ ਅੰਦਰ, ਬੇਦੋਸ਼ੇ ਬੰਦਿਆਂ ਦੇ ਪਰਚੇ ਦਰਜ ਕੇ ਅੰਦਰ ਕੀਤੇ ਹੈ। ਇੱਥੇ ਤਾਂ ਸੱਚ ਹੈ, ਜਿੱਥੇ ਬਾਰੇ ਪਾਤਸ਼ਾਹ ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਬੜੈ ਚੁਣ ਬਖ ਕੱਢੈ ਜਜਮਾਲਿਆ। ਜਿਹੜੇ ਝੂਠ ਬੋਲਦੇ ਨੇ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੈ ਦੋਜਕ ਚਾਲਿਆ। ਦੋਜਕ ਦਾ ਜ਼ਿਕਰ ਕੀਤਾ ਹੋਇਆ। ਤੇ ਦੂਜੇ ਪਾਸੇ ਐਸੀ ਬਚਨ ਦਿੱਤੇ ਹੋਏ ਆ ਕਿ ਜਿਹੜਾ ਸਿੱਖੀ ਵਿੱਚ ਪਰਪੱਕ ਰਹੂਗਾ ਆਵਣ ਜਾਣ ਖੱਟਿਆ ਹੋ ਜਾਊਗਾ। ਧਰਮ ਰਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ। ਇੱਥੇ ਉਹਦਾ ਲੇਖਾ ਸਮਝ ਗਿਆ, ਇੱਥੇ ਉਹਦਾ ਮੋਹ ਟੁੱਟ ਗਿਆ, ਸਰੀਰਕ ਮੋਹ ਟੁੱਟ ਗਿਆ, ਪਰਿਵਾਰਕ ਮੋਹ ਟੁੱਟ ਗਿਆ। ਇਹ ਸਾਰੀਆਂ ਚੀਜ਼ਾਂ ਸਮਰਪਿਤ ਕਰ ਦਿੱਤੀਆਂ, ਗੁਰੂ ਅੱਗੇ ਰੱਖ ਦਿੱਤੀਆਂ।
ਸਮਰਪਿਤ ਕਰਕੇ ਵਿਹਲਾ ਹੋ ਗਿਆ। ਹੁਣ ਉਹਦੇ ਵਾਸਤੇ ਕੋਈ ਵੀ ਆਣ ਜਾਣ ਦਾ ਚੱਕਰ ਨਹੀਂ ਰਿਹਾ। ਇੱਕ ਪਾਸੇ ਆਣ ਜਾਣ ਦਾ ਚੱਕਰ ਖਤਮ ਕੀਤਾ ਜਾ ਰਿਹਾ, ਦੂਸਰੇ ਪਾਸੇ ਦੱਸਿਆ ਜਾ ਰਿਹਾ ਕਿ ਤੈਨੂੰ ਬਾਰ-ਬਾਰ ਇਸ ਧਰਤੀ ਤੇ ਜੂਨਾਂ ਵਿੱਚ ਘੁੰਮਣਾ ਪੈਣਾ। ਅੰਤ ਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸੂਕਰ ਜੋਨ ਬਲਬਲ, ਤੂੰ ਸੂਰ ਦੀ ਜੂਨ ਚ ਜਾਏਗਾ। ਇਹ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ ਤਸਦੀਕ ਕਰ ਰਹੇ ਨੇ ਸ਼ਬਦ ਨੂੰ, ਭਗਤ ਤਲੋਜੇ ਜੀ ਨੂੰ ਉਹ ਦਰਜ ਕਰ ਰਹੇ ਨੇ। ਇੱਕ ਪਾਸੇ ਇਹ ਦੱਸਿਆ ਜਾ ਰਿਹਾ ਵੀ 84 ਲੱਖ ਜੂਨ ਚ ਤੂੰ ਚਲੇ ਜਾਏਗਾ, ਦੂਸਰੇ ਪਾਸੇ ਇਹ ਰੱਖਿਆ ਜਾ ਰਿਹਾ ਵੀ ਤੇਰਾ ਆਣ ਜਾਣ ਮੁੱਕ ਜਾਏਗਾ। ਤੇ ਉਹ ਜਿਹੜਾ ਆਣ ਜਾਣ ਮੁੱਕਣਾ, ਉਹ ਕਿਵੇਂ ਮੁੱਕਣਾ? ਉਹ ਸਿੱਧੇ ਤੌਰ ਤੇ ਕਿਹਾ, ਗੁਰਮੰਤਰਹੀਣ ਸਜੋ ਪ੍ਰਾਣੀ ਧਰਗੰਤ ਜਨਮ ਪ੍ਰਸ਼ਟਣੈ, ਕੂਕਰੈ ਸੂਕਰੈ ਗਰਧਵੈ ਕਾਕੈ ਸਰਪਨੈ ਤੁਲਖਲੈ। ਹੁਣ ਅੱਜ ਕੌਮ ਅੱਗੇ ਚੁਣੌਤੀ ਕੀ ਆਈ ਹੈ? ਕਿਉਂਕਿ ਅੰਗਰੇਜ਼ ਨੇ ਸਾਡੀ ਸਾਰੀ ਜਿਹੜੀ ਰੂਪ ਰੇਖਾ ਸੀ ਖਾਲਸਾ ਪੰਥ ਦੀ, ਉਹ ਖਤਮ ਕਰਨ ਦਾ ਯਤਨ ਕੀਤਾ ਹੋਇਆ, ਜਿਹਦੇ ਕਰਕੇ ਅੱਜ ਸਿੱਖ ਨਸ਼ੇ ਲੈ ਰਹੇ, ਅੱਜ ਸਿੱਖ ਕਬਰਾਂ ਤੇ ਮੱਥੇ ਟੇਕ ਰਹੇ। ਐਸੇ ਨਗਰ ਦੇ ਕੁਝ ਵੀਰ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਕਿਸੇ ਹੋਰ ਮਿਸ਼ਨ ਵਾਲਿਆਂ ਨੇ ਜ਼ੋਰ ਲਾ ਕੇ ਆਪਣੇ ਵਿੱਚ ਜੋੜਨ ਦਾ ਯਤਨ ਕੀਤਾ, ਜਦੋਂ ਕਿ ਸਾਡੇ ਵਿੱਚ ਇੱਕ ਸਾਨੂੰ ਡਿਸਪਲਿਨ ਦਿੱਤਾ ਸੀ ਕਿ ਕੁੜੀ ਮਾਰ, ਨੜੀ ਮਾਰ, ਸਿਰ ਗੁੰਮ ਨਾ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਔਰ ਪਿੰਡਾਂ 'ਚ ਗ੍ਰੰਥੀ ਸਿੰਘ ਦੀ ਕੋਈ ਇੱਜ਼ਤ ਨਹੀਂ ਹੈ, ਉਹਦੀ ਕੋਈ ਵੈਲਿਊ ਨਹੀਂ ਹੈ, ਉਹਦੀ ਕੋਈ ਸੈਲਰੀ ਨਹੀਂ ਹੈ, ਉਹਦਾ ਕੋਈ ਸਤਿਕਾਰ ਨਹੀਂ ਕੀਤਾ ਗਿਆ। ਜਿਹਦਾ ਕਿਤੇ ਵੀ ਰੋਬ ਨਹੀਂ ਚੱਲਦਾ ਉਹ ਗ੍ਰੰਥੀ ਸਿੰਘ ਤੇ ਰੋਪ ਪਾਊਗਾ। ਪਹਿਲਾਂ ਤਾਂ ਹੈ ਹੀ ਨਹੀਂ ਗ੍ਰੰਥੀ ਰਹੇ। ਕੋਈ ਸਿੱਖਾਂ ਦਾ ਬੱਚਾ ਗ੍ਰੰਥੀ ਸਿੰਘ ਬਣਨ ਨੂੰ ਜਾਂ ਢਾਡੀ ਬਣਨ ਨੂੰ ਜਾਂ ਕਬੀਸ਼ਰੀ ਬਣਨ ਨੂੰ ਤਿਆਰ ਨਹੀਂ ਰਹਿਣ ਦਿਆ। ਕਿਉਂ ਨਹੀਂ ਰਹਿਣ ਦਿਆ? ਕਿਉਂਕਿ ਸਤਿਕਾਰ ਘਟਦਾ ਜਾ ਰਿਹਾ। ਇਸ ਕਰਕੇ ਪਿਆਰਿਓ, ਇਹ ਜਥਾ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਨੀਆਂ ਹੁੰਦੀਆਂ ਕਿ ਸਿੱਖ ਦੀ ਇੱਕ ਪਰਿਭਾਸ਼ਾ ਹੈ। ਜੇ ਤੁਸੀਂ ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਸਾਹਿਬ ਤੋਂ ਪੁੱਛਣੀ ਹੈ ਤਾਂ ਪੁੱਛੋ ਵੀ ਕੌਣ ਹੁੰਦਾ ਸਿੱਖ? ਸਤਿਗੁਰ ਕਾਜੋ ਗੁਰ ਸਤਿਗੁਰ ਕਾਜੋ ਸਿੱਖ ਖਾਏ, ਕੀ ਉਹਦੇ 'ਚ ਗੁਣ ਹੋਣੇ ਚਾਹੀਦੇ? ਇਥੋਂ ਦੱਸੋ। ਔਰ ਮੈਨੂੰ ਦੁਖੀ ਹੋ ਕੇ ਗੱਲ ਕਹਿਣੀ ਪੈਂਦੀ ਹੈ ਕਿ ਸਾਡੀ ਕੌਮ ਦਾ ਭਾਰਤ ਦੇ ਸੰਵਿਧਾਨ ਵਿੱਚ ਬੜੀ ਇੱਜ਼ਤ ਹੈ। ਜਿਹੜਾ ਵੀ ਸਿੱਖ ਗੁਰੂ ਨਾਨਕ ਦਾ ਸਿੱਖ ਹੈ, ਜਿਹਦੇ ਨਾਮ ਅਗਰ ਸਿੰਘ ਤੇ ਕੌਰ ਹੈ, ਇੱਕ ਨਾਂ ਥੱਲੇ ਕੌਮ ਤਿਆਰ ਕੀਤੀ। ਦੁਨੀਆ ਦੀ ਅੱਜ ਤੱਕ ਕੋਈ ਕੌਮ ਇੱਕ ਨਾਂ ਥੱਲੇ ਨਹੀਂ ਬਣੀ। ਔਰ ਉਹ ਸਿੰਘ ਗੁਰੂ ਗੋਬਿੰਦ ਰਾਏ ਨੇ ਆਪਣੇ ਨਾਮ ਮਗਰ ਲਵਾਇਆ, ਫਿਰ ਸਾਨੂੰ ਹੁਕਮ ਕੀਤਾ। ਆਏ ਪਹਿਲਾ ਪੈਗੰਬਰ ਆ ਜਿਹਨੂੰ ਅਸੀਂ ਇਸ ਕਰਕੇ ਸੰਬੋਧਨ ਕਰਦੇ ਆਂ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਜ ਤੱਕ ਕੋਈ ਪੈਗੰਬਰ ਚੇਲੇ ਦਾ ਦਰਜੇ ਦਾ ਹੱਕਦਾਰ ਨਹੀਂ ਬਣਿਆ। ਕਿਸੇ ਪੈਗੰਬਰ ਨੂੰ ਚੇਲੇ ਨਾਲ, ਆਪਣੇ ਆਪ ਨੂੰ ਪੈਗੰਬਰ ਨਾਲ ਚੇਲਾ ਨਹੀਂ ਕਵਾਲ ਕੀਤਾ। ਮੈਂ ਈਸਾ ਜੀ ਦਾ ਸਤਿਕਾਰ ਕਰਦਾ, ਈਸਾਈ ਧਰਮ ਦਾ, ਪਰ ਮੈਂ ਇੱਕ ਛੋਟੀ ਜਿਹੀ ਟੌਪਿਕ ਉਹਨਾਂ ਨਾਲ ਸਾਂਝੀ ਕਰਾਂ ਆਪ ਜੀ ਨਾਲ, ਕਿਉਂਕਿ ਤੁਹਾਨੂੰ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਨਹੀਂ ਗਈਆਂ। ਤੁਹਾਨੂੰ ਧਰਮ ਬਾਰੇ ਜ਼ਿਆਦਾ ਜਗਾਇਆ ਨਹੀਂ ਗਿਆ। ਤੁਹਾਡੇ 3 ਕੰਮ ਧਰਮ ਅਨੁਸਾਰ ਹੋ ਰਹੇ ਨੇ, ਸਿੰਘ ਤੇ ਕੌਰ ਲੱਗ ਰਹੇ ਨੇ, ਆਨੰਦ ਕਾਰਜ ਹੋ ਰਹੇ ਨੇ। ਬੰਦਾ ਮਰ ਜੇ ਤੁਸੀਂ ਉਹਦਾ ਪਾਠ ਪੜ੍ਹਦੇ ਆ, ਔਰ ਪਾਠ ਦੇ ਵਿੱਚ ਤੁਸੀਂ ਅਰਦਾਸ ਕਰਦੇ ਆ ਵੀ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਦੂਜੇ ਪਾਸੇ ਤੁਸੀਂ ਕਹੀ ਜਾਂਦੇ ਮਰ ਕੇ ਮੁੱਕ ਜਾਂਦਾ, ਔਰ ਤੁਸੀਂ ਸਾਰੇ ਖੜੇ ਹੁੰਨੇ। ਇਸ ਕਰਕੇ ਕੌਮ ਬਣਾਉਣੀ ਬਹੁਤ ਔਖੀ ਹੁੰਦੀ ਹੈ ਤੇ ਕੌਮ ਨੂੰ ਮੇਨਟੇਨ ਕਰਨਾ ਵੀ ਉਹ ਤੋਂ ਔਖਾ ਹੁੰਦਾ ਵੀ ਇਹ ਕੌਮ ਅੱਗੇ ਕਿਵੇਂ ਵਧਲੂਗੀ। ਕਿੱਥੇ ਕਿੱਥੇ ਨਹੀਂ ਹੈ ਸਿੱਖ। ਸਿੱਖ ਕੌਣ ਹੁੰਦਾ? ਇੱਕ ਨਾ ਅੰਮ੍ਰਿਤ ਛਕਿਆ ਵਾ, ਦੂਜੇ ਨੇ ਸ਼ਰਾਬ ਪੀਂਦਾ, ਤੀਜਾ ਕੇਸ ਕੱਟੀ ਫਿਰਨ ਡਿਆ, ਚੌਥਾ ਕਬਰਾਂ ਤੇ ਤੁਰਿਆ, ਪੰਜਵਾਂ ਕਿਸੇ ਹੋਰ ਬਾਬੇ ਨੂੰ ਮੱਥੇ ਟੇਕੀ ਜਾਂਦਾ। ਉਸ ਉਹਦਾ ਬਾਬੇ ਨੇ ਮੈਨੂੰ ਸਭ ਕੁਝ ਦੇਣਾ। ਤੇ ਪਾਤਸ਼ਾਹ ਕਹਿੰਦੇ ਨੇ ਸਭਨਾ ਜੀਆਂ ਕਾ ਇੱਕ ਦਾਤਾ। ਕਦੋਂ ਤੋਂ? ਦੇਂਦਾ ਦੇ, ਲੈਂਦੇ ਕਦੋਂ ਤੋਂ? ਕਿਹੜਾ ਬਾਬਾ ਹਵਾ ਬਣਾ ਦੂਗਾ? ਕਿਹੜਾ ਬੰਦਾ ਪਾਣੀ ਬਾਬਾ ਬਣਾਊਗਾ? ਕਿਹੜਾ ਅੱਖ ਬਣਾ ਦੂਗਾ? ਕਿਹੜਾ ਲੱਤ ਬਣਾ ਦੂਗਾ? ਚੰਗੇ ਇਨਸਾਨ ਤੁਹਾਨੂੰ ਚੰਗੀਆਂ ਗੱਲਾਂ ਦੱਸ ਸਕਦੇ ਆ, ਦੱਸ ਸਕਦੇ, ਮਨਾ ਵੀ ਨਹੀਂ ਸਕਦੇ। ਮੈਂ ਇਹ ਬੇਨਤੀ ਕਰਦਾ, ਮਨਾ ਵੀ ਨਹੀਂ ਸਕਦੇ। ਤੁਹਾਨੂੰ ਤਾਂ ਬਾਬਾ ਨਾਨਕ ਨਹੀਂ ਕੁਝ ਮਨਾ ਸਕੇ, ਜਿਹਨੇ ਤੁਹਾਨੂੰ ਮੰਨੇ ਦੀ ਪਰਿਭਾਸ਼ਾ ਦਿੱਤੀ ਹੈ ਕਿ ਮੰਨੇ ਕੀ ਗੱਤ ਕਹੀ ਨਾ ਜਾਏ। ਇਹ ਬੜਾ ਬੜਾ ਦੁਖਾਂਤ ਹੈ ਕਿ ਅਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਗੁਰੇਜ਼ ਕਰ ਗਏ। ਕਿਉਂ ਕਰ ਗਏ? ਕਿਉਂਕਿ ਸਿੱਖੀ ਸਭ ਤੋਂ ਔਖੀ ਹੈ। ਸਿੱਖੀ ਸਭ ਤੋਂ ਔਖੀ ਹੈ। ਕਿਸੇ ਦਾ ਚੇਲਾ ਬਣ ਜਾਣਾ ਸੌਖਾ ਹੈ, ਉਹਦੇ ਚ ਕਿੰਨਾ ਗੁਣ ਹੈ ਕਿੰਨਾ ਨਹੀਂ ਉਹ ਪਤਾ ਨਹੀਂ ਕੋਈ ਵੀ। ਤੇ ਸਿੱਖੀ ਹੈਗੀ ਔਖੀ, ਇਹ ਖੰਡੇ ਦੀ ਧਾਰ ਤੋਂ ਤਿੱਖੀ ਹੈ। ਤੇ ਸਿੱਖੀ ਦਾ ਪਹਿਲਾ ਸਿਲੇਬਸ ਹੈਗਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਇਹ ਸਿੱਖੀ ਹੈ।
इस करके पिंडां 'ਚ ਤੁਹਾਡੀ ਆਬਾਦੀ ਹੈ ਪੰਜਾਬ ਦੇ 'ਚ, ਉੱਥੇ ਤੁਹਾਡਾ ਸਾਰਾ ਇਸ ਟਾਈਮ ਕੰਮ ਖਰਾਬ ਹੋਇਆ ਪਿਆ। ਮੁੰਡਾ ਕੋਈ ਸਿੱਖ ਬਣਨ ਨੂੰ ਤਿਆਰ ਨਹੀਂ ਹੈ। ਮੈਂ ਬੇਨਤੀ ਕਰਦਾ ਜਾ ਰਿਹਾ ਸੀ, ਭਾਰਤ ਦੇ ਸੰਵਿਧਾਨ ਵਿੱਚ ਇਹ ਪਹਿਲੀ ਦੁਨੀਆ ਦੀ ਕੌਮ ਹੈ ਜਿੱਥੇ ਹਰ ਬੰਦੇ ਕੋਲ ਇੱਕ ਹਥਿਆਰ ਦਿੱਤਾ ਗਿਆ। ਅੱਜ ਤੱਕ ਕੋਈ ਕੌਮ ਨੂੰ ਇੱਕ ਹਥਿਆਰ ਕਿਸੇ ਪੈਗੰਬਰ ਨੇ ਨਹੀਂ ਦਿੱਤਾ। ਇਹ ਪਹਿਲੀ ਕੌਮ ਹੈ। ਆ 9 ਇੰਚੀ ਦੀ ਕਿਰਪਾਨ ਲੈ ਕੇ ਮੇਰੇ ਭਰਾ ਸਾਰੇ ਸਿੱਖ ਤੇ ਸਿੱਖਣੀਆਂ ਭਾਰਤ ਵਿੱਚ ਡੋਮੈਸਟਿਕ ਫਲਾਈਟ ਕਰ ਸਕਦੇ। ਸਾਨੂੰ ਸੰਵਿਧਾਨ ਦਾ ਹੱਕ ਹੈ। 3.5 ਫੁੱਟੀ ਕਿਰਪਾਨ ਫੜ ਕੇ ਹੱਥ ਵਿੱਚ ਅਸੀਂ ਸਿੱਖ ਮੁਸਲਮਾਨ ਨਹੀਂ ਫੜ ਸਕਦੇ, ਇਹਨੂੰ ਅਸੀਂ ਫੜ ਸਕਦੇ। 3.5 ਫੁੱਟੀ ਕਿਰਪਾਨ ਫੜ ਕੇ ਅਸੀਂ ਜਹਾਜ਼ ਵਿੱਚ ਨਹੀਂ ਸਫ਼ਰ ਕਰ ਸਕਦੇ, ਅਸੈਂਬਲੀ 'ਚ ਨਹੀਂ ਜਾ ਸਕਦੇ। ਜਿੱਥੇ ਮਰਜੀ ਆਪਣੀ ਗੱਡੀ 'ਚ ਰੱਖ ਕੇ ਲੈ ਜਾਈਏ, ਟ੍ਰੇਨ 'ਚ ਰੱਖ ਕੇ, ਟ੍ਰੇਨ 'ਚ ਫੜ ਕੇ ਚਲੇ ਜਾਈਏ। ਜੇ ਨਿਹੰਗ ਸਿੰਘ ਨੇ ਵਰਸ਼ਾ ਫੜਨਾ, ਉਹ ਵਰਸ਼ਾ ਫੜ ਸਕਦਾ, ਪਰ ਉਹਦਾ ਲਾਇਸੈਂਸ ਕਟਾਉਣਾ ਪਊਗਾ। ਪਰ 3.5 ਫੁੱਟੀ ਕਿਰਪਾਨ ਦਾ ਕੋਈ ਵੀ ਲਾਇਸੈਂਸ ਲੈਣ ਦੀ ਲੋੜ ਨਹੀਂ ਹੋਏਗੀ। ਅੱਜ ਤੁਹਾਡੀ ਕਿੱਥੇ ਹਾਲਤ ਚਲੇ ਗਈ ਹੈ। ਅੰਗਰੇਜ਼ ਨੇ ਹਰ ਸਿੱਖ ਨੂੰ ਜਿਹਨੂੰ ਫੌਜ ਭਰਤੀ ਕੀਤਾ ਉਹਨੂੰ ਪੌਲ ਛਕਾਈ। ਪਹਿਲਾਂ ਉਹਨੂੰ ਖੰਡੇ ਦੀ ਪੌਲ ਛਕਾਈ ਹੈ, ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੈ। ਉਹਨਾਂ ਹਰ ਸਿੱਖ ਨੂੰ ਪੌਲ ਛਕਣੀ ਜ਼ਰੂਰੀ ਕੀਤੀ ਹੈ, ਪਰ ਮੇਰੇ ਕੌਮ ਦੇ ਆਗੂਆਂ ਨੇ ਹਰ ਸਿੱਖ ਨੂੰ ਖੰਡੇ ਦੀ ਪੌਲ ਛਕਣੀ ਜ਼ਰੂਰੀ ਨਹੀਂ ਕੀਤੀ। ਜੇ ਕੀਤੀ ਹੈ, ਕਿਹਾ ਹੀ ਨਹੀਂ ਕਿਸੇ ਨੂੰ ਜ਼ਿਆਦਾ ਤੌਰ ਤੇ, ਬਸ ਇਹਨਾਂ ਨੂੰ ਜਿੱਦਾਂ ਬੁੱਧੂ ਬਣਾ ਕੇ ਰੱਖੋ, ਇਹਨਾਂ ਨੂੰ ਲੁੱਟੋ, ਇਹਨਾਂ ਦੇ ਪੈਸੇ ਲੁੱਟੋ। ਮੇਰੀ ਕੌਮ ਦਾ ਜਿੰਨਾ ਪੈਸਾ ਇਹਨਾਂ ਡੇਰਿਆਂ ਤੇ ਲੱਗ ਗਿਆ, ਜਿੰਨਾ ਪੈਸਾ ਮੇਰੀ ਕੌਮ ਦਾ ਨਸ਼ਿਆਂ ਤੇ ਗਰਕ ਹੋ ਗਿਆ, ਜਿੰਨਾ ਇਸ ਕੌਮ ਦਾ ਪੈਸਾ, ਪੰਜਾਬ ਦਾ ਪੈਸਾ ਪੈਲਸਾਂ 'ਚ ਉਜੜਿਆ, ਜਿੰਨਾ ਬਿਮਾਰ ਹੋ ਕੇ ਲੜਾਈਆਂ ਝਗੜਿਆਂ 'ਚ ਪੁਲਿਸ ਕੋਲ ਗਿਆ, ਜਿੰਨਾ ਪੈਸਾ ਵਕੀਲਾਂ ਕੋਲ ਗਿਆ, ਜਿੰਨਾ ਪੈਸਾ ਸੋਹਣੇ ਕੱਪੜਿਆਂ ਤੇ ਲੱਗਿਆ, ਉੱਡੇ ਉੱਡੇ ਮਕਾਨਾਂ ਤੇ ਲੱਗਿਆ, ਇਹ ਪੰਜਾਬ ਦਾ ਪੈਸਾ ਇੰਨੇ ਹੀ ਸਾਡੇ ਕੋਲ ਰਹਿੰਦਾ ਤੇ ਅਸੀਂ ਪੰਜਾਬ ਨੂੰ ਜਿੱਦਾਂ ਦੀ ਮਰਜ਼ੀ ਚੀਜ਼ ਬਣਾ ਲੈਂਦੇ, ਸਾਡੇ ਕੋਲ ਬਣ ਸਕਦਾ ਸੀ। ਸਾਨੂੰ ਸੈਂਟਰ ਸਰਕਾਰ ਕੋਲੋਂ ਇੱਕ ਵੀ ਪੈਸਾ ਲੈਣ ਦੀ ਲੋੜ ਨਹੀਂ ਸੀ। ਪੰਜਾਬੀਓ, ਤੁਹਾਡਾ ਇਸ ਪੰਜਾਬ ਦਾ ਦੇਸ਼ ਸੀ, ਖਾਲਸਾ ਰਾਜ ਸੀ ਤੁਹਾਡਾ। ਤੁਹਾਡੇ ਖਾਲਸੇ ਰਾਜ ਵਿੱਚ ਜਿੱਦਾਂ ਅੱਜ ਭਾਰਤ ਦੇ 70 ਰੁਪਏ ਤੇ ਅਮਰੀਕਾ ਦਾ $1 ਹੈ, ਏਦਾਂ ਜਦੋਂ ਤੁਹਾਡਾ ਖਾਲਸਾ ਰਾਜ ਸੀ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ, ਤੇ ਤੁਹਾਡਾ ਹੈਗਾ ਸੀ $1 ਤੇ ਅਮਰੀਕਾ ਵਾਲਿਆਂ ਦੇ ਹੈਗੇ ਸੀ 17 ਰੁਪਏ। ਅੱਜ ਤੁਹਾਡੇ 70 ਤੇ ਉਹਨਾਂ ਦਾ 1, ਉਦੋਂ ਤੁਹਾਡਾ 1 ਸੀ, ਉਹਨਾਂ ਦੇ 17 ਸੀ। ਐਨੀ ਤੁਸੀਂ ਅਮੀਰ ਸੀ। ਆ ਤੁਹਾਨੂੰ ਜਾ ਕੇ ਧੱਕੇ ਖਾਣੇ ਪੈਣ ਦੇ, ਤੁਹਾਨੂੰ ਨਸ਼ੇ ਦਿੱਤੇ ਅੰਗਰੇਜ਼ ਨੇ। ਤੁਹਾਡਾ ਸਾਡੀ ਆ ਜਿਹੜੇ ਵੱਡੇ ਸਾਡੇ ਸ਼ਾਸਤਰ ਨੇ, ਸਿੱਖਾਂ ਦੇ ਹਰ ਘਰ ਵਿੱਚ ਛਵੀ, ਗੰਡਾਸਾ, ਵਰਸ਼ਾ, ਕਿਰਪਾਨਾਂ ਹਰ ਘਰ ਵਿੱਚ ਹੁੰਦੀਆਂ ਸਨ। ਇਹ ਸਾਤੋਂ ਵਾਪਸ ਜਮ੍ਹਾਂ ਕਰਵਾਈਆਂ ਅੰਗਰੇਜ਼ ਨੇ। ਇੱਕ ਹਥਿਆਰ ਜਮ੍ਹਾਂ ਕਰਾਉਣ ਦੇ 6 ਆਨੇ ਦਿੱਤੇ। ਹਰ ਸਿੱਖ ਪੜ੍ਹਿਆ ਲਿਖਿਆ ਸੀ, ਗੁਰਦੁਆਰੇ 'ਚ ਪੜ੍ਹਾਇਆ ਜਾਂਦਾ ਸੀ। ਜਿਵੇਂ ਬਾਬੇ ਨਾਨਕ ਨੂੰ ਵਿਦਿਆ ਦਿੱਤੀ ਹੈ, ਬੇਸ਼ੱਕ ਪਰੋਂ ਧੁਰੋਂ ਪੜੇ ਆਏ ਸੀ, ਪਰ ਪੰਡਿਤ ਕੋਲ ਵੀ ਗਏ ਨੇ, ਪੱਟੀ ਲਿਖ ਕੇ ਦੱਸੀ ਉਹਨੂੰ। ਪੱਟੀ ਤੁਸੀਂ ਆਸਾ ਰਾਗ ਵਿੱਚ ਪੜ੍ਹ ਸਕਦੇ ਬਾਬਾ ਨਾਨਕ ਜੀ ਦੀ, ਉਹ ਪੱਟੀ ਲਿਖੀ ਹੋਈ ਹੈ। ਗੁਰੂ ਅਮਰਦਾਸ ਸਾਹਿਬ ਦੀ ਪੱਟੀ ਲਿਖੀ ਹੋਈ ਹੈ। ਮੇਰੀ ਪੱਟੀਆ ਲਿਖ ਦੋ, ਗੁਰਗੋਪਾਲ ਪ੍ਰਹਲਾਦ ਦੀ ਪੱਟੀ ਹੈ। ਤੁਹਾਨੂੰ ਇਹ ਦੱਸਿਆ ਨਹੀਂ, ਔਰ ਮੈਨੂੰ ਦੁਖੀ ਹੋ ਕੇ ਗਾਣਾ ਪੈਣਾ ਪਿਆ। ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਜਿਹੜਾ ਗੁਰਮੁਖੀ 'ਚ ਲਿਖਿਆ ਗਿਆ। ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਸਿੱਖੋ ਜਿਹਨੂੰ ਗੁਰੂ ਦਾ ਦਰਜਾ ਮਿਲਿਆ। ਅੱਜ ਤੱਕ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਬਾਈਬਲ ਨੂੰ ਗੁਰੂ ਨਹੀਂ ਮੰਨਿਆ ਗਿਆ। ਮੈਂ ਉਹਨਾਂ ਨੂੰ ਸਤਿਕਾਰ ਦਿੰਦਾ ਈਸਾਈ ਵੀਰਾਂ ਨੂੰ, ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਤੁਹਾਡੇ ਗੁਰੂ ਦੀ ਤੇ ਈਸਾ ਜੀ ਦੀ ਮੈਂ ਮਾੜੀ ਜਿਹੀ ਸਮੇਂ ਅਨੁਸਾਰ ਤੁਲਨਾ ਕਰ ਦੇਣਾ ਤੁਹਾਡੇ ਸਾਹਮਣੇ। ਮੈਂ ਉਹਨੂੰ ਮਾੜਾ ਨਹੀਂ ਕਹਿ ਰਿਹਾ, ਮੈਂ ਇੱਜ਼ਤ ਕਰਦਾ ਸਾਰੇ ਈਸਾਈ ਧਰਮ ਦੀ, ਹਰ ਧਰਮ ਦੀ ਇੱਜ਼ਤ ਕਰਦਾ। ਪਰ ਮੈਂ ਇੱਕ ਟੂਕ ਮਾਤਰ ਤੁਹਾਡੇ ਅੱਗੇ ਬੇਨਤੀ ਕਰ ਰੱਖਣ ਲੱਗਿਆ ਕਿ ਜਿਹੜੇ 13 ਬੰਦੇ ਨੇ ਉਹ ਈਸਾ ਜੀ ਦੇ ਨਾਲ ਜਦੋਂ ਉਹਨਾਂ ਨੂੰ ਸਲੀਬ ਤੇ ਚੜ੍ਹਨ ਆਇਆ ਉਦੋਂ ਨਾਲ ਖੜੇ ਨੇ, ਉਹਨਾਂ ਦੇ ਸਿੱਖ ਨੇ, ਉਹਨਾਂ ਦੇ ਚੇਲੇ ਨੇ। ਉਹਨਾਂ ਨੂੰ ਨਹੀਂ ਹਜੇ ਪਤਾ ਵੀ ਇਹਨਾਂ ਨੂੰ ਕੀ ਸਜ਼ਾ ਦੇਣੀ ਹੈ। ਉਹਨਾਂ ਦੇ ਸਾਹਮਣੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਵੀ ਇਹਨੂੰ ਮਤਲਬ ਇਹਨੂੰ ਸਲੀਬ ਕਰਨਾ, ਇਹਨੂੰ ਟੰਗ ਕੇ, ਇਹਨੂੰ ਕਿਲ ਠੋਕ ਕੇ ਇਹਨੂੰ ਸ਼ਹੀਦੀ ਕਰਨੀ ਇਹਦੀ ਈਸਾ ਦੀ। ਹੁਣ ਉਹ ਤੋਂ ਬਾਅਦ ਉਹਨਾਂ ਨੂੰ ਪੁੱਛਦੇ ਨੇ 13 ਨੂੰ ਵੀ ਪਹਿਲਾਂ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਹੁੰਦੇ ਹੋ? ਉਹ ਆਂਦੇ ਅਸੀਂ ਇਹਨਾਂ ਦੇ ਸਿੱਖ ਹੁੰਦੇ ਆ ਜਾਂ ਮਰੀਦ ਹੁੰਦੇ ਆ, ਚੇਲੇ ਹੁੰਦੇ ਆ, ਜਾਂ ਇਹਨਾਂ ਨੂੰ ਮੰਨਣ ਵਾਲੇ ਹੁੰਦੇ। ਜਦੋਂ ਉਹਨੇ ਸਜ਼ਾ ਦਿੱਤੀ ਫਿਰ ਆਂਦੇ ਵੀ ਹੁਣ ਦੱਸੋ ਤੁਸੀਂ ਕੌਣ ਹੁੰਦੇ? ਆਂਦੇ ਅਸੀਂ ਨਹੀਂ ਜੇ ਜਾਣਦੇ ਜੂਣਦੇ। ਸਾਰੇ ਦੌੜ ਗਏ, ਸਾਰੇ ਚਲੇ ਗਏ।
ਅੱਜ ਤੱਕ ਅੰਗਰੇਜ਼ਾਂ 'ਚ 13 ਨੰਬਰ ਬਹੁਤ ਨਹਿਸ਼ ਮੰਨਿਆ ਜਾਂਦਾ, ਤੇ ਬਾਬਾ ਨਾਨਕ 13 ਨੂੰ ਉੱਪਰ ਚੁੱਕਣ ਡਿਆ। ਸੁਲਤਾਨਪੁਰ ਲੋਧੀ 'ਚ ਕੀ ਕਰਦਾ? 13 ਉੱਥੇ 13 ਨੰਬਰ ਨੂੰ ਮਾੜਾ ਗਿਣਿਆ ਗਿਆ, ਨਹਿਸ਼ ਗਿਣਿਆ ਗਿਆ। ਚੰਡੀਗੜ੍ਹ 'ਚ ਅੰਗਰੇਜ਼ ਨੇ ਬਣਾਇਆ ਚੰਡੀਗੜ੍ਹ, 13 ਸੈਕਟਰ ਨਹੀਂ ਤੁਸੀਂ ਦੇਖੋਗੇ ਉਹਨਾਂ ਦਾ। ਹੁਣ ਮੈਂ ਕਰ ਰਿਹਾ ਤੁਹਾਡੇ ਗੁਰੂ ਦੀ ਗੱਲ। ਤੁਹਾਡੇ ਗੁਰੂ ਨਾਲ 3 ਸਿੱਖ ਨੇ, ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ। ਗੁਰੂ ਸਾਹਿਬ ਬੈਠੇ ਨੇ ਪਿੰਜਰੇ ਵਿੱਚ, ਤੇ ਪਹਿਲਾਂ ਮਤੀ ਦਾਸ ਦਾ ਆਰਾ ਚੱਲਣ ਦੀ ਗੱਲ ਕੀਤੀ ਗਈ ਹੈ ਤਾਂ ਕਿ ਗੁਰੂ ਘਬਰਾ ਜਾਏ। ਤੇ ਮਤੀ ਦਾਸ ਉੱਥੇ ਪਹਿਲਾਂ ਈਸਾ ਨੂੰ ਟੰਗਿਆ ਜਾ ਰਿਹਾ, ਜਿਹੜੇ ਸਿੱਖ ਉਹ ਘਬਰਾ ਗਏ। ਇੱਥੇ ਪਹਿਲਾਂ ਸਿੱਖ ਨੂੰ ਕਤਲ ਕੀਤਾ, ਕਤਲ ਦਾ ਫਤਵਾ ਲਾਇਆ ਜਾ ਰਿਹਾ ਵੀ ਇਹਨੂੰ ਆਰੇ ਨਾਲ ਚੀਰ ਦੋ। ਤੇ ਸਿੱਖ ਦੀ ਆਖਰੀ ਤਮੰਨਾ ਕੀ ਆ ਰਹੀ ਹੈ? ਉਹਦਾ ਮੈਨੂੰ ਆਰੇ ਦਾ ਕੋਈ ਡਰ ਨਹੀਂ, ਪਰ ਜੇ ਮੇਰੀ ਤੁਸੀਂ ਇੱਕ ਤਮੰਨਾ ਪੂਰੀ ਕਰ ਦੋ, ਮੇਰੀ ਉਹ ਤਮੰਨਾ ਵੀ ਮੇਰਾ ਮੁਖ ਜਿਹੜਾ ਗੁਰੂ ਤੇਗ ਬਹਾਦਰ ਵੱਲ ਨੂੰ ਕਰ ਦੋ, ਮੈਂ ਜਾਂਦਾ ਆਪਣੇ ਗੁਰੂ ਦੇ ਦਰਸ਼ਨ ਕਰਕੇ ਜਾਵਾਂ, ਮੈਨੂੰ ਕੋਈ ਦੁੱਖ ਨਹੀਂ ਹੈ। ਤਿੰਨੇ ਸਿੱਖ ਚਾਹੇ ਉਹਨੂੰ ਦੇਗ ਵਿੱਚ ਬਾਲਿਆ, ਚਾਹੇ ਉਹਨੂੰ ਰੂਹੀ ਵਿੱਚ ਬਲੇਟ ਕੇ ਸ਼ਹੀਦ ਕੀਤਾ, ਗੁਰੂ ਤੇਗ ਬਹਾਦਰ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਹੋਇਆ। ਅੱਜ ਤੁਸੀਂ ਉਹਨਾਂ ਦੀ ਰਈਅਤ ਹੋ। ਤੁਹਾਨੂੰ ਸਿੱਖਾਂ ਨੇ ਕੁੜੀਆਂ ਦੇਣੀਆਂ, ਮੁੰਡਿਓ ਤੁਸੀਂ ਠੇਕਿਆਂ ਤੇ ਚਲੇ ਗਏ, ਤੁਸੀਂ ਸਮੈਕ ਲੈਣ ਲੱਗ ਪਏ, ਤੁਸੀਂ ਭੰਗ ਪੀਣ ਲੱਗ ਪਏ, ਤੁਸੀਂ ਕੈਪਸੂਲ ਖਾਣ ਲੱਗ ਪਏ, ਟਰਮਾਡੋਲ ਖਾਣ ਲੱਗ ਪਏ, ਭੁੱਕੀ ਖਾਣ ਲੱਗ ਪਏ, ਫੀਮ ਡੁੰਗਣ ਲੱਗ ਪਏ। ਜਿਹੜੇ ਸਿੱਖ ਧਰਮ ਚ ਕਿਸੇ ਵੀ ਨਸ਼ੇ ਨੂੰ ਕੋਈ ਬੰਦੇ ਕੋਲ ਨਸ਼ਾ ਤੰਦਰੁਸਤੀ ਦਾ, ਬੰਦੇ ਕੋਲ ਨਸ਼ਾ ਧਨ ਦੌਲਤ ਦਾ, ਔਲਾਦ ਦਾ, ਬੁੱਧੀ ਦਾ, ਵਿਦਵਤਾ ਦਾ, ਆ ਨਸ਼ੇ ਨੇ। ਕੀਰਤਨੀਆਂ ਕੋਲ, ਉਹਨਾਂ ਕੋਲ ਗਲਾ ਹੈ, ਕਲਾ ਹੈ, ਬੰਦੇ ਕੋਲ ਤਾਂ ਅੱਗੇ ਹੀ ਬੜੇ ਨਸ਼ੇ ਨੇ। ਤੇ ਤੁਸੀਂ ਉਹ ਨਸ਼ੇ ਚੁੱਕਣ ਲੱਗੇ ਐ ਜਿਹੜੇ ਨਸ਼ੇ ਨੂੰ ਮੇਰੇ ਗੁਰੂ ਪਾਤਸ਼ਾਹ ਨੇ, ਜਿਨ੍ਹਾਂ ਦਾ ਘੋੜਾ ਨਹੀਂ ਵੜਿਆ ਪੈਲੀ ਵਿੱਚ, 1.5 ਕਿਲੋਮੀਟਰ ਪਿੱਛੇ ਪੌੜ ਚੁੱਕ ਕੇ ਖੜ ਗਿਆ। ਅੱਜ ਉਹ ਸਿੱਖਾਂ ਦੇ ਹੱਥਾਂ 'ਚ ਦਰਦਾ ਦੇਖਿਆ ਜਾ ਰਿਹਾ। ਉਹਨਾਂ ਨੂੰ ਕੁੜੀਆਂ ਦੇ ਰਹੇ ਨੇ ਮੇਰੇ ਭਰਾ। ਜਿਹੜੀ ਕੁੜੀ ਨਸ਼ੇ ਵਾਲਾ ਘਰ ਜਾਊਗੀ ਕਦੇ ਸੁਖੀ ਨਹੀਂ ਰਹੂਗੀ। ਇਹ ਹੁੰਦੇ ਧਰਮਾਂ ਦੀ ਮਰਿਆਦਾ। ਨਾ ਮਗਰ ਸਿੰਘ ਤੇ ਕੌਰ ਮੁਸਲਮਾਨ ਨਹੀਂ ਲਾਣਗੇ, ਈਸਾਈ ਨਹੀਂ ਲਾਣਗੇ, ਹਿੰਦੂ ਨਹੀਂ ਲਾਣਗੇ। ਹਿੰਦੂ ਧਰਮ ਮੁਬਾਰਕ ਹੈ ਉਹਨਾਂ ਵਾਸਤੇ। ਉਹਨਾਂ 'ਚ ਦੇਵੀ ਦੇਵਤਿਆਂ ਦੀ ਪੂਜਾ, ਉਹਦਾ 'ਚ ਧਾਗੇ, ਤਵੀਤ, ਜੰਤਰ ਮੰਤਰ, ਟੂਣੇ ਟਮਾਣੇ। ਤੁਸੀਂ ਵੀ ਬਹੁਤੇ ਇਹਦੇ ਤੇ ਗਰਕ ਹੋ ਗਏ। ਹਿੰਦੂ ਧਰਮ 'ਚ ਜਾਤ ਪਾਤ, ਊਚ ਨੀਚ ਅੱਜ ਤੱਕ ਹੈ, ਪਰ ਸਿੱਖ ਧਰਮ 'ਚ ਕਿਸੇ ਦੀ ਕੋਈ ਜਾਤ ਨਹੀਂ ਹੈ। ਜਿਹੜਾ ਵੀ ਸਿੱਖ ਬਣੂਗਾ ਉਹ ਨਾ ਉਹਦੀ ਕੋਈ ਪਿਛਲੀ ਜਾਤ, ਨਾ ਕੁਲ, ਨਾ ਧਰਮ, ਉਹਦਾ ਸਾਰਾ ਖਤਮ ਕੀਤਾ ਜਾ ਰਿਹਾ। ਕੇਵਲ ਉਹ ਗੁਰੂ ਖਾਲਸਾ, ਗੁਰੂ ਦਾ ਸਿੱਖ ਹੈ। ਕਿਉਂਕਿ ਜਾਤ ਦੇ ਤੌਰ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਸਹਿਣੇ ਪਏ। ਤੇ ਗੁਰੂ ਪਾਤਸ਼ਾਹ ਪਹਿਲਾ ਪੈਗੰਬਰ ਹੈ ਜਿਨ੍ਹਾਂ ਨੀਵੀਆਂ ਜਾਤਾਂ ਨੂੰ ਚੁੱਕ ਕੇ ਉੱਪਰ ਲਿਆਂਦਾ। ਇਹ ਵੀ ਪਹਿਲਾ ਪਾਤਸ਼ਾਹ ਜਿਨ੍ਹਾਂ ਮਰਦਾਨੇ ਨੂੰ ਨਾਲ ਰੱਖ ਕੇ, ਤੁਹਾਡੇ ਚੋਂ ਹਜੇ ਤੱਕ ਵੀ ਕਿਸੇ ਦੀ ਜ਼ਰੂਰਤ ਨਹੀਂ ਵੀ ਨੀਵੇਂ ਬੰਦੇ ਨਾਲ ਬਹਿ ਕੇ ਰੋਟੀ ਖਾ ਲਓ, ਚਾਹੇ ਜਿੰਨਾ ਮਰਜ਼ੀ ਚੰਗਾ ਹੋਏ। ਤੁਹਾਡੇ ਜੱਟਾਂ ਨਾਲੋਂ ਬੰਦਾ ਬਹੁਤ ਚੰਗਾ ਹੋਏ, ਪਰ ਤੁਹਾਨੂੰ ਉਹ ਕਦੇ ਵੀ ਚੰਗਾ ਨਹੀਂ ਨਜ਼ਰ ਆਣਾ। ਤੁਹਾਨੂੰ ਉਹ ਜਾਤ ਚੰਗੀ ਲੱਗਣੀ ਹੈ, ਬੰਦਾ ਚੰਗਾ, ਤੁਹਾਨੂੰ ਉਹਦੇ ਗੁਣ ਨਹੀਂ ਚੰਗੇ ਲੱਗਣੇ। ਬਾਬੇ ਨਾਨਕ 'ਚ ਖੂਬੀ ਸੀ, ਗੁਰੂ ਗੋਬਿੰਦ ਸਿੰਘ 'ਚ ਖੂਬੀ ਸੀ ਵੀ ਉਹ ਜਾਤ ਨਹੀਂ ਸੀ ਦੇਖਦੇ, ਉਹਦੇ ਗੁਣ ਦੇਖਦੇ ਸੀ। ਅਸੀਂ ਗੁਣ ਘੱਟ ਦੇਖਦੇ ਤੇ ਜਾਤ ਜ਼ਿਆਦਾ ਦੇਖਦੇ। ਇਸ ਕਰਕੇ ਜਦੋਂ ਵੀ ਸਾਡੀ ਧੀ ਕਿਸੇ ਨਸ਼ਿਆਂ ਵਾਲੇ ਦੇ ਘਰ ਜਾਊਗੀ, ਇਹ ਮੈਨੂੰ ਗੁਰੂ ਪਾਤਸ਼ਾਹ ਦਾ ਧੰਨਵਾਦ ਆ ਵੀ ਮੇਰੀ ਹਜੇ ਧੀਆਂ ਪਿੰਡਾਂ ਦੀਆਂ ਨਸ਼ਿਆਂ ਤੋਂ ਬਚੀਆਂ ਨੇ। ਮੈਂ ਹੁਣ ਨਸ਼ਿਆਂ ਤੇ 2 ਮਿੰਟ ਲਾਣੇ ਤੁਹਾਡੇ ਨਾਲ। ਜਿਹੜਾ ਵੀ ਬੰਦਾ ਨਸ਼ਾ ਲਊਗਾ, ਚਾਹੇ ਹਿੰਦੂ ਲਊਗਾ, ਚਾਹੇ ਈਸਾਈ ਲਊਗਾ, ਮੁਸਲਮਾਨ ਲਏਗਾ, ਬੋਧੀ, ਯਹੂਦੀ, ਪਾਰਸੀ, 8 ਮਿਸ਼ਨੇ ਵਰਲਡ ਦੇ, ਰਾਧਾ ਸੁਆਮੀ ਕੋਈ ਧਰਮ ਨਹੀਂ ਹੈ, ਨਿਰੰਕਾਰੀ ਕੋਈ ਧਰਮ ਨਹੀਂ ਹੈ। ਇਹ ਧਰਮ ਨਹੀਂ ਹਨ। ਨਾਮਧਾਰੀ ਕੋਈ ਧਰਮ ਨਹੀਂ ਹੈ। ਸਰਸੇ ਵਾਲੇ ਦਾ ਕੋਈ ਧਰਮ ਨਹੀਂ ਹੈ। ਇਹ ਧਰਮ ਨਹੀਂ ਹੈ। ਧਰਮ ਇੱਕ ਡਿਸਪਲਿਨ ਹੈ। ਉਹ ਮੈਂ ਤੁਹਾਡੇ ਨਾਲ ਬਾਅਦ ਸਾਂਝ ਪਾਣਾ। ਸੋ ਪਹਿਲੀ ਮੇਰੀ ਬੇਨਤੀ ਹੈ ਕਿ ਇਹ ਗੁਰੂ ਪਾਤਸ਼ਾਹ ਨੇ ਤੁਹਾਡੇ ਤੇ ਰਹਿਮਤ ਕੀਤੀ ਹੈ। ਖਾਲਸਾ ਇੱਕ ਪੰਥ ਹੈ, ਇਹਦਾ ਇੱਕ ਨਿਸ਼ਾਨ ਹੈ। ਰਾਧਾ ਸੁਆਮੀ ਦਾ ਕੋਈ ਨਿਸ਼ਾਨ ਨਹੀਂ ਹੈ।
ਨਿਰੰਕਾਰੀ ਦਾ ਕੋਈ ਨਿਸ਼ਾਨ ਨਹੀਂ। ਇਹ ਹਿੰਦੂਆਂ ਦੇ ਲੱਖਾਂ ਗੁਰੂ ਹੋ ਸਕਦੇ ਨੇ, ਰਾਧਾ ਸੁਆਮੀ ਹਿੰਦੂਆਂ ਦੇ ਗੁਰੂ ਹੋ ਸਕਦੇ ਨੇ, ਨਿਰੰਕਾਰੀ ਹੋ ਸਕਦੇ ਨੇ, ਪਰ ਸਾਨੂੰ ਸਿੱਧਾ ਹੁਕਮ ਕੀਤਾ ਵਾ ਕਿ ਬਾਣੀ ਗੁਰੂ ਹੈ ਬਾਣੀ। ਸਾਨੂੰ ਹੁਕਮ ਹੋਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹਦਾ ਮਤਲਬ ਅਸੀਂ ਇਹਨਾਂ ਦਾ ਦਰਜਾ ਉੱਚਾ ਕਰਨਾ ਸੀ ਕਿ ਬੰਦੇ ਦਾ ਦਰਜਾ ਉੱਚਾ ਕਰਨਾ ਸੀ। ਇੱਕ ਛੋਟੀ ਜੀ ਕੁਰਾਨ ਵਿੱਚੋਂ ਗੱਲ, ਇੱਕ ਬਹੁਤ ਬੰਦਾ ਸ਼ਰਾਬੀ, ਦਿਲੋਂ ਸਾਫ਼, ਉਹ ਕਿਤੇ ਵਿਚਰਿਆ, ਉੱਥੇ ਕੁਰਾਨ ਦਾ ਇੱਕ ਛਪਾਰਾ ਪੱਤਰਾ ਪਿਆ, ਉਹਨਾਂ ਚੁੱਕਿਆ, ਉਹਨਾਂ ਦੇਖਿਆ ਵੀ ਪਵਿੱਤਰ ਗ੍ਰੰਥ ਹੈ, ਪਵਿੱਤਰ ਛਪਾਰਾ ਹੈ, ਕਦੇ ਉੱਥੋਂ ਚੰਗਾ ਕੰਮ ਨਹੀਂ ਸੀ ਹੋਇਆ। ਉਦੋਂ ਉਹਨਾਂ ਛਪਾਰਾ ਚੁੱਕਿਆ, ਉਹ ਪੇਜ ਚੁੱਕਿਆ, ਅੰਗ ਜਿਹਨੂੰ ਅਸੀਂ ਮੰਨਦੇ ਹਾਂ, ਉਹ ਲਿਆ, ਚੱਕ ਕੇ ਉਹਨਾਂ ਪ੍ਰਸ਼ਤੀ ਤੇ ਉੱਤੇ ਥਾਂ ਤੇ ਰੱਖ ਦਿੱਤਾ। ਸੋਹਣੀ ਗੱਲ ਕਿਸੇ ਨੇ ਬਣਾਈ। ਉਹ ਤੋਂ ਬਾਅਦ ਅੱਲਾਹ ਤਾਲਾ ਦੇ ਦਰਬਾਰ 'ਚ ਕਿਸੇ ਫਕੀਰ ਦੀ ਰਸਾਈ ਹੁੰਦੀ ਹੈ, ਮਤਲਬ ਪਹੁੰਚ ਜਾਂਦਾ ਉਹ ਅੱਲਾਹ ਤਾਲਾ ਉਹਨੂੰ ਕਹਿੰਦੇ ਇੰਜ ਕਰ ਕਿ ਐਸ ਨਾਂ ਦੇ ਬੰਦੇ ਨੂੰ ਲੱਭ, ਉਹਨੂੰ ਮੇਰਾ ਸੁਨੇਹਾ ਦੇਈ ਵੀ ਤੂੰ ਮੈਨੂੰ ਉੱਚਾ ਕੀਤਾ ਤੇ ਮੈਂ ਤੇਰੇ ਤੇ ਬਖਸ਼ਿਸ਼ ਕੀਤੀ, ਮੈਂ ਤੈਨੂੰ ਉੱਚਾ ਕਰ। ਉਹਦਾ ਨਾਂ ਦੱਸਿਆ ਗਿਆ। ਹੁਣ ਉਹ ਬੰਦਾ ਉਹਦੀ ਤਲਾਸ਼ ਚੱਲ ਗਿਆ। ਜਦੋਂ ਤਲਾਸ਼ ਜਾਂਦਾ, ਉਹਨੂੰ ਕਾਫੀ ਦੇਰ ਲੱਭਣ ਤੋਂ ਬਾਅਦ ਉਹਨੂੰ ਪਤਾ ਲੱਗਦਾ ਵੀ ਇਸ ਨਾਂ ਦਾ ਬੰਦਾ ਇੱਕ ਰੋਜ਼ ਸ਼ਰਾਬ ਪੀਂਦਾ, ਸ਼ਰਾਬਖਾਨੇ 'ਚ ਹੋਊਗਾ। ਆਂਦਾ ਤੈਨੂੰ ਪੱਕਾ ਪਤਾ? ਆਂਦਾ ਹਾਂ। ਉੱਥੇ ਚਲੇ ਜਾਂਦਾ, ਮੈਂ ਦੱਸ ਕਿੱਥੇ ਹੋਊਗਾ। ਉਹਦੇ ਕੋਲ ਜਾਂਦਾ, ਉਹਨਾਂ ਸ਼ਰਾਬ ਪੀਤੀ ਹੁੰਦੀ। ਆਂਦਾ ਭਈ ਬੜਾ ਭਈ ਧਰਮੀ ਬੰਦਾ ਮੇਰੇ ਕੋ ਆਇਆ। ਆਂਦਾ ਜੀ ਸਲਾਮ ਅਲੈਕੁਮ। ਆਂਦਾ ਭਈ ਗੱਲ ਸੁਣ, ਤੇਰਾ ਨਾਂ ਆਇਆ? ਆਖਾ ਹਾਂ। ਆਂਦਾ ਵੀ ਤੈਨੂੰ ਅੱਲਾ ਨੇ ਬਖਸ਼ਿਸ਼ ਕੀਤੀ ਹੈ, ਤੇਰੇ ਤੇ ਰਹਿਮਤ ਕੀਤੀ ਹੈ, ਤੈਨੂੰ ਉੱਚਾ ਕੀਤਾ। ਆਂਦਾ ਮੈਂ ਤਾਂ ਬਹੁਤ ਗੰਦਾ ਬੰਦਾ, ਤੂੰ ਜ਼ਿੰਦਗੀ 'ਚ ਕੋਈ ਕੰਮ ਨਹੀਂ ਕੀਤਾ ਚੰਗਾ। ਉਹਨੂੰ ਇੱਕ ਚੇਤਾ ਆਂਦਾ। ਆਂਦਾ ਮੈਂ ਹਾਂ। ਆਂਦਾ ਬਸ ਇਸੇ ਕਰਕੇ ਤੈਨੂੰ ਅੱਲਾ ਨੇ ਉੱਪਰ ਕੀਤਾ ਆ ਵੀ ਤੂੰ ਅੱਲਾ ਦੇ ਜਿਹੜੇ ਹੈਗਾ ਸੀ ਕੁਰਾਨ ਦਾ ਪੰਨਾ, ਉਹਦੇ ਜਿਹੜਾ ਉਹਨਾਂ ਉਤਰਿਆ ਸੀ ਜਿਹੜਾ ਮੁਹੰਮਦ ਨੂੰ, ਉਹ ਥੱਲੇ ਪੈਰਾਂ 'ਚ ਰੁੜਿਆ ਚੁੱਕ ਕੇ ਤੂੰ ਉੱਤੇ ਕਰ ਦਿੱਤਾ। ਇਹਦੇ ਕਰਕੇ ਤੈਨੂੰ ਅੱਲਾ ਨੇ ਸਾਰੇ ਗੁਨਾਹ ਮਾਫ ਕਰਕੇ ਉੱਤੇ ਕਰ ਦਿੱਤਾ। ਅੱਜ ਉਹ ਸਾਡੇ ਸਰੂਪ ਦੇ ਜਿਹੜਾ ਉਹਨਾਂ ਦਾ ਹਜੇ ਪੈਗੰਬਰ ਨਹੀਂ ਸੀ ਕੁਰਾਨ, ਉਹਨੂੰ ਚੁੱਕਣ ਕਰਕੇ ਉਹਨਾਂ ਦਾ ਅੱਲਾ ਜਾਂ ਉਹਨਾਂ ਦਾ ਮੁਹੰਮਦ ਉਹਨੂੰ ਉੱਚਾ ਕਰਨ ਡਿਆ। ਤੇ ਤੁਹਾਡੇ ਸਰੂਪ ਦੀ ਜੋ ਹਾਲਤ ਹੈ ਉਹ ਮੈਂ ਕੁਝ ਨਹੀਂ ਕਹਿ ਸਕਦਾ। ਤੁਸੀਂ ਬਾਣੀ ਦਾ ਕਿੰਨਾ ਕਿ ਸਤਿਕਾਰ ਕਰਦੇ, ਬੰਦੇ ਦਾ ਕਿੰਨਾ ਕਰਦੇ, ਉਹ ਤੁਹਾਡੇ ਸਾਹਮਣੇ, ਮੈਨੂੰ ਨਹੀਂ ਪਤਾ। ਸੋ ਮੈਂ ਇਸ ਕਰਕੇ ਜ਼ਿਆਦਾ ਤੁਹਾਡੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਵੀ ਜਿੰਨਾ ਚਿਰ ਤੱਕ ਤੁਸੀਂ ਬੱਤ ਸੋਚੋ ਵੀ ਤੁਹਾਨੂੰ ਕੋਈ ਬਾਬਾ ਮੁੰਡੇ ਦੇ ਦਊਗਾ, ਨੌਕਰੀ ਦੇ ਦਊਗਾ, ਉੱਪਰ ਲੈ ਜਾਊਗਾ, 10ਵੇਂ ਦੁਆਰ 'ਚ ਲੈ ਜਾਊਗਾ, ਇਹ ਮਤ ਸੋਚੋ। ਇਹ ਬਖਸ਼ਿਸ਼ ਹੋਣੀ ਹੈ ਜਿਹਦੇ ਤੇ ਹੋਣੀ ਗੁਰਪ੍ਰਸਾਦ ਹੋਣੀ ਹੈ। ਸਾਰੇ ਬੰਦੇ ਇਸ ਕੈਟੇਗਰੀ 'ਚ ਨਹੀਂ ਜਾਣਗੇ। ਪਰ ਮੁਸ਼ਕਲ ਆ ਗਈ ਤੁਹਾਡੇ ਅੱਗੇ ਕਿ ਤੁਸੀਂ ਜਦੋਂ ਇਕੱਠੇ ਸਾਂ, ਤੁਹਾਡਾ ਖਾਲਸਾ ਰਾਜ ਹੋਇਆ, ਮੈਂ ਤੁਹਾਨੂੰ ਉਹਦੇ ਬਾਰੇ ਦੱਸਿਆ, ਤੁਹਾਡੀ ਕਰੰਸੀ ਬਾਰੇ ਦੱਸਿਆ। ਉਸ ਰਾਜ ਵਿੱਚ ਮੁਸਲਮਾਨਾਂ ਨੂੰ ਬਰਾਬਰ ਰੁਤਬਾ ਦਿੱਤਾ, ਹਿੰਦੂਆਂ ਨੂੰ ਅਹੁਦੇਦਾਰ ਬਣਾਇਆ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਬਿਲਕੁਲ ਨਹੀਂ ਵਿਤਕਰਾ ਕੀਤਾ। ਹਰ ਹਾਲਤ ਵਿੱਚ ਹਰ ਇੱਕ ਦੀ ਮਦਦ ਕੀਤੀ ਹੈ। ਗਰੀਬ ਤੋਂ ਗਰੀਬ ਬੰਦੇ ਦੇ ਘਰ ਸਿਰੇ ਪੰਜਾਬ ਦਾਣੇ ਲੈ ਕੇ ਜਾ ਰਿਹਾ। ਤੁਹਾਡਾ ਰਾਜ ਇੱਕ ਏਸ਼ੀਆ ਵਿੱਚ ਮੰਨਿਆ ਗਿਆ ਵੀ ਸਭ ਤੋਂ ਵਧੀਆ ਜੇ ਰਾਜ ਕੀਤਾ ਤਾਂ ਕੇਵਲ ਚਾਹੇ 50 ਸਾਲ ਕੀਤਾ ਤੇ ਸ਼ੇਰ ਪੰਜਾਬ ਰਣਜੀਤ ਸਿੰਘ ਦਾ ਰਾਜ ਸਭ ਤੋਂ ਵਧੀਆ ਹੋਇਆ। ਅੰਗਰੇਜ਼ ਮੰਨਿਆ ਇਹ ਗੱਲ, ਤੁਹਾਡੇ ਬੰਦਿਆਂ ਨੇ ਕਿੱਥੇ ਮੰਨੀ ਇਹ ਗੱਲ? ਅੰਗਰੇਜ਼ ਨੇ ਇਹ ਗੱਲ ਮੰਨੀ ਹੈ ਵੀ ਸਭ ਤੋਂ ਵਧੀਆ ਰਾਜ ਹੋਇਆ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ। ਉਹ ਪਿਆਰਿਓ, ਤੁਸੀਂ ਬਹੁਤ ਅਮੀਰ ਵਿਰਸੇ ਦੇ ਮਾਲਕ। ਤੁਹਾਡੇ ਇੱਕ ਬਹੁਤ ਬੜਾ ਚਿੰਨ੍ਹ ਹੈ, ਈਸਾਈ ਵੀਰਾਂ ਦਾ ਚਿੰਨ੍ਹ ਹੈਗਾ ਸਲੀਬ, ਤੁਹਾਡਾ ਚਿੰਨ੍ਹ ਹੈਗਾ ਖੰਡਾ। ਔਰ ਤੁਸੀਂ ਪਿੰਡਾਂ 'ਚ ਕਿੰਨਾ ਉੱਚਾ ਕਰਕੇ ਲਾਇਆ ਹੋਇਆ। ਜਿੰਨਾ ਉੱਚਾ ਤੁਸੀਂ ਨਿਸ਼ਾਨ ਲਾਇਆ, ਇੰਨਾ ਉੱਚਾ ਅੱਜ ਤੱਕ ਕਿਸੇ ਵੀ ਧਰਮ ਦਾ ਨਿਸ਼ਾਨ ਨਹੀਂ ਲੱਗਿਆ। ਇਹ ਥੋੜੀ ਜਿਹੀ ਕੌਮ ਨੇ ਜਿੰਨੀ ਕੁਰਬਾਨੀ ਦਿੱਤੀ ਹੈ ਦੁਨੀਆ ਵਿੱਚ, ਅੱਜ ਤੱਕ ਕਿਸੇ ਵੀ ਕੌਮ ਦੀ ਇੰਨੀ ਕੁਰਬਾਨੀ ਨਹੀਂ ਹੋਈ। ਛੋਟੇ ਛੋਟੇ ਬੱਚੇ ਨੇਜਿਆਂ ਤੇ ਟੰਗੇ, ਅੱਜ ਤੁਸੀਂ ਉਹਨਾਂ ਦੀ ਔਲਾਦ ਹੈ। ਇਹ ਮਰਨਾ ਹੈ ਇੱਥੇ, ਕੈਂਸਰ ਹੋ ਕੇ ਮਰਨਾ, ਗਲ ਕੇ ਮਰਨਾ, ਸੁਸਾਈਡ ਕਰਕੇ ਮਰਨਾ, ਪਏ ਰਹਿਣਾ ਮੰਜੇ ਤੇ ਅੰਨੇ ਹੋ ਕੇ, ਜਾਨ ਨਹੀਂ ਟੁੱਟਣੀ, ਅੱਗੇ ਰੂਹ ਨਾ ਫਿਰ ਨਿਕਲ ਕੇ ਜਾਣਾ ਕਿਤੇ, ਤਾਂ ਇੱਥੇ ਦੋਹਰੇ ਜਨਮ 'ਚ ਫਿਰ ਧੱਕੇ ਖਾਣੇ ਪੈਣੇ ਆ। ਇੱਕ ਵਾਰ ਜੰਮ ਕੇ ਮਰਨਾ ਔਖਾ ਹੋਇਆ ਵਾ। ਹਰ ਬੰਦਾ ਮੌਤ ਤੋਂ ਡਰਿਆ ਪਿਆ, ਘਬਰਾਇਆ ਪਿਆ। ਤਾਂ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਸਿੱਖੋ, ਘੱਟੋ ਘੱਟ ਤੁਸੀਂ ਸੋਚੋ ਵੀ ਤੁਹਾਡਾ ਗੁਰੂ ਐਡਾ ਵੱਡਾ, ਉਹਦੇ ਅੱਗੇ ਬਾਬੇ ਨਾਨਕ ਅੱਗੇ ਨਾ ਕੋਈ ਸਿੱਧ ਅੜਿਆ, ਨਾ ਕੋਈ ਜੋਗੀ ਅੜਿਆ, ਨਾ ਕੋਈ ਪੰਡਤ ਅੜਿਆ, ਨਾ ਕੋਈ ਕਾਜੀ ਮੱਕੇ ਦਾ ਅੜਿਆ।
ਜੇ ਅੜਿਆ ਤੇ ਅੱਜ ਦਾ ਸਿੱਖ ਬਾਬੇ ਨਾਨਕ ਅੱਗੇ ਅੜਿਆ ਹੋਇਆ। ਇਹ ਤੁਸੀਂ ਸੋਚੋ ਵੀ ਅਸੀਂ ਕੀ ਅੜੇ ਹਾਂ। ਤੁਸੀਂ ਉਹਦੀ ਇੱਜ਼ਤ ਨਹੀਂ ਕੀਤੀ। ਉਹਨਾਂ ਤੁਹਾਡੀ ਇੱਜ਼ਤ ਹੋਣੀ ਸੀ। ਤੁਸੀਂ ਕੋਈ ਜ਼ਿਆਦਾ ਨਾ ਨਸ਼ਾ ਪੀਂਦਾ ਸਿੱਖ ਤੇ ਅੱਜ ਪੰਜਾਬ ਦੀ ਹਾਲਤ ਨਾ ਹੁੰਦੀ। ਗੁਰੂ ਨੇ ਰੋਕ ਦਿੱਤਾ ਸੀ ਵੀ ਜਿੱਤ ਪੀਤੇ ਮਤ ਦੂਰ ਹੋਏ। ਜਿਹੜੀ ਵੀ ਚੀਜ਼ ਦਾ ਸੇਵਨ ਕਰਕੇ ਤੁਹਾਡੀ ਬੁੱਧੀ ਵਿਚਲਤ ਹੋ ਜਾਂਦੀ ਹੈ, ਉਹ ਮੇਰਾ ਸਿੱਖ ਕਦੇ ਵੀ ਨਾ ਪੀਏ। ਸਿੱਧੇ ਤੌਰ ਤੇ ਤੁਹਾਨੂੰ ਕਹਿ ਦਿੱਤਾ। ਰਹਿਤ ਮਰਿਆਦਾ ਤੁਹਾਨੂੰ ਤਮਾਕੂ ਕਿਹਾ, ਅੱਗੇ ਜਾ ਕੇ ਤੁਹਾਨੂੰ ਕਿਹਾ ਸ਼ਰਾਬ, ਫੀਮ, ਚਰਸ, ਭੰਗ ਕੋਈ ਵੀ ਸਿੱਖ ਨਹੀਂ ਪੀਏਗਾ। ਰਹਿਤ ਮਰਿਆਦਾ, ਰੂਲ ਆਫ ਕੰਡਕਟ ਸਿੱਖਿਜ਼ਮ। ਜਿੱਥੇ ਤੁਹਾਨੂੰ ਕਿਰਪਾਨ ਦਾ ਇੰਨਾ ਹੱਕ ਮਿਲਿਆ ਭਾਰਤ 'ਚ ਲੈ ਕੇ ਜਾਣ ਦਾ, ਉੱਥੇ ਮੈਂ ਮੁੰਡਿਆਂ ਨੂੰ ਦੱਸੂਗਾ, ਕੁੜੀਆਂ ਨੂੰ ਦੱਸੂਗਾ ਜਿਹੜੇ 10,000 ਰੁਪਇਆ ਕੇਸ ਸਿੱਧੇ ਕਰਨ ਤੇ ਲੱਗ ਰਹੀਆਂ ਨੇ, ਜਿਹੜੇ ਭਰਵੱਟੇ ਤਿੱਖੇ ਕੀਤੇ ਜਾ ਰਹੇ ਨੇ, ਜਿਹੜੇ ਮੁੰਡਿਆਂ ਦੇ ਬੋਦੇ ਖੜੇ ਕੀਤੇ ਜਾ ਰਹੇ ਨੇ, ਉਹਨਾਂ ਦਾ ਇੱਥੋਂ ਲੈ ਕੇ ਟਿੰਡ ਕੱਢੀ ਜਾ ਰਹੀ ਹੈ। ਮੈਂ ਉਹਨਾਂ ਦੇ ਇੱਕ ਚਰਨਾਂ 'ਚ ਬੇਨਤੀ ਕਰੂੰਗਾ, ਭਾਰਤ ਵਿੱਚ ਸਿੱਖ ਦੇ ਦਾੜੀ ਦੀ ਕੋਈ ਬੇਅਦਬੀ ਕਰੇ, ਕਿਰਪਾਨ ਦੀ ਬੇਅਦਬੀ ਕਰੇ, ਜੂੜੇ ਦੀ ਬੇਅਦਬੀ ਕਰੇ, 2 ਸਾਲ ਦੀ ਸਜ਼ਾ ਅੱਜ ਤੱਕ ਦਿੱਤੀ ਜਾ ਰਹੀ ਹੈ। ਇਹ ਦਾੜੀ ਕਿਸੇ ਮੁਸਲਮਾਨ ਦੀ ਜਾਂ ਹਿੰਦੂ ਦੀ ਕੋਈ ਵੀ ਰੱਖ ਸਕਦਾ। ਉਹਦੀ ਦਾੜੀ ਦੀ ਕੋਈ ਬੇਅਦਬੀ ਕਰੇ ਤਾਂ ਉਹਨੂੰ ਕੋਈ ਸਜ਼ਾ ਨਹੀਂ ਹੈ। ਸਿੱਖ ਦੀ ਵਾਸਤੇ ਇੱਕ ਖਾਸ ਵਿਸ਼ੇਸ਼ ਹੁਕਮ ਹੈ। ਹਜੇ ਤੱਕ ਸੰਵਿਧਾਨਕ ਹੱਕ ਤੁਹਾਡੇ ਕੋਲ ਸਿੱਖੋ, ਜਿਹੜੀ ਅੱਜ ਤੁਹਾਨੂੰ ਪੈਸੇ ਦੇ ਕੇ ਕਟਾਣੀ ਪੈ ਰਹੀ ਹੈ। ਔਰ ਤੁਸੀਂ ਕਿਸੇ ਮਹਾਂਪੁਰਖ ਦਾ ਆਸਰਾ ਤਕਾ ਕੇ ਉਸ ਗੱਲ ਨੂੰ ਅੱਖੋਂ ਪਰੋਖੇ ਕਰਨ ਲੱਗੇ ਆ ਵੀ ਨਹੀਂ ਜੀ ਕੋਈ ਦੀ ਕੋਈ ਖਾਸ ਲੋੜ ਨਹੀਂ, ਕੋਈ ਆਖੋ ਖਾਸ ਲੋੜ ਨਹੀਂ। ਅਤ ਗਨੀਮਤ ਹੋ ਰਹੀ ਹੈ ਤੁਹਾਡੇ ਚ। ਲੇਖਾ ਇਹ ਜਾਣ ਦਾ ਦੇਣਾ ਪੈਣਾ। ਕਬੀਰ ਸਾਹਿਬ ਦੇ ਸ਼ਲੋਕ ਪੜ੍ਹ ਦੇਣਗੇ, ਚਾਹੇ ਲਾਂਬੇ ਕੇਸ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੇ ਮੰਡਾਏ। ਉਹ ਇਹ ਵੀ ਕਹਿਣਗੇ ਕਬੀਰ ਮਨ ਮੁੰਡਿਆ ਨੇ ਕੇਸ ਮੰਡਾਏ। ਤੂੰ ਤਾਂ ਮਨ ਤਾਂ ਮੁੰਨਣਾ ਸੀ। ਇੱਕ ਸਾਡੇ ਗੁਰੂ ਦੇ ਚਿੰਨ੍ਹ ਹੈ, ਤੁਹਾਨੂੰ ਸਰਦਾਰੀ ਦਿੱਤੀ ਹੈ। ਕੋਈ ਵੀ ਕੇਸ ਕੱਟੇ ਵਾਲੇ ਬੰਦੇ ਨੂੰ ਤੇ ਜਿਹਦੇ ਸਿਰ ਤੇ ਦਸਤਾਰ ਨਹੀਂ ਹੈ, ਤੁਹਾਡੀ ਇੱਕ ਚਿੰਨ੍ਹ ਹੈ। ਦਸਤਾਰ ਵਰਲਡ ਵਿੱਚ ਸਿੱਖਾਂ ਕੋਲ ਹੈ। ਜੇ ਕਿਸੇ ਦੀ ਦਾੜੀ ਕੱਟੀ ਤੇ ਉੱਤੇ ਦਸਤਾਰ ਲੱਗੀ ਹੈ ਤਾਂ ਉਹਦੀ ਵੈਲਿਊ ਨਹੀਂ ਜ਼ਿਆਦਾ ਲੱਗਦੀ, ਉਹ ਹੋਰ ਤਰੀਕੇ ਦਾ ਲੱਗਦਾ। ਪੂਰਾ ਤਿਆਰ ਪਰ ਤਿਆਰ ਗੁਰੂ ਕਾ ਸਿੱਖ, ਅੰਦਰੋਂ ਵੀ ਸਿੱਖੀ ਤੇ ਬਾਹਰੋਂ ਵੀ ਸਿੱਖੀ। ਤੇ ਤੁਹਾਡਾ ਹੈਗਾ ਸੀ ਵਾਹਿਗੁਰੂ ਜੀ ਕਾ ਖਾਲਸਾ, ਕੋਈ ਸਤਿ ਸ੍ਰੀ ਅਕਾਲ ਨਹੀਂ ਸੀ, ਕੋਈ ਹੋਰ ਸ਼ਬਦ ਨਹੀਂ ਸੀ ਤੁਹਾਡੇ ਕੋਲ। ਉਹਨਾਂ ਦਾ ਹੈਗਾ ਸੀ ਸਲਾਮ ਅਲੈਕਮ। ਹਰ ਮੁਸਲਮਾਨ ਦੇ ਬੱਚੇ ਦੀ ਸੁਨਨਤ ਹੋਣੀ ਹੈ। ਆ ਤੁਹਾਡੇ ਲਾਗੇ ਕਾਦੀਆਂ ਜਾ ਕੇ ਦੇਖ ਕੇ ਆਓ, ਬਹੁਤੀ ਦੂਰ ਨਹੀਂ ਹੈ ਤੁਹਾਡੇ ਕੋਲ, ਕੋਈ ਮੁੰਡਾ ਨਹੀਂ ਜਿਹਦੀ ਸੁਨਨਤ ਨਾ ਹੋਈ ਹੋਈ। ਇਸੇ ਤਰੀਕੇ ਨਾਲ ਤੁਹਾਡੇ ਹਰ ਬੰਦੇ ਨੂੰ ਹੁਕਮ ਸੀ ਕਿ ਪੀਵੋ ਪੋਹਲ ਖੰਡੇ ਧਾਰ। ਫਿਰ ਉਹਦੇ ਨਾਲ ਕੁੜੀ ਰਿਸ਼ਤਾ ਕਰਨਾ, ਉਹਦੇ ਘਰੇ ਪਾਠੀਆਂ ਨੇ ਪਾਠ ਕਰਨਾ। ਹੁਣ ਜਦੋਂ ਉਹ ਬੰਦੇ ਤੇ ਸਿੱਖੀ ਹੈ ਨਹੀਂ, ਉੱਥੇ ਅਸੀਂ ਪਾਠ ਕਰ ਦਿੱਤਾ, ਉਹਨਾਂ ਥੋੜੇ ਬਾਅਦ ਡੀਜਾ ਲਾ ਦਿੱਤਾ, ਫਿਰ ਉਹਨਾਂ ਸ਼ਰਾਬ ਪੀ ਲਈ, ਫਿਰ ਉਹਨਾਂ 4 ਕੁੱਕੜ ਮਾਰ ਦਿੱਤੇ, ਅਸੀਂ ਪਾਠ ਕਰਕੇ ਆ ਗਏ। ਪਹਿਲਾਂ ਅਸੀਂ ਕਰ ਦਿੱਤਾ, ਫਿਰ ਉਹਨਾਂ ਸਾਰਾ ਕੁਝ ਆਪਣਾ ਕੀਤਾ। ਇਹਦਾ ਮਤਲਬ ਸਾਨੂੰ ਪੈਸਿਆਂ ਦੀ ਲੋੜ ਸੀ, ਅਸੀਂ ਆਪਣੇ ਗੁਰੂ ਪਾਤਸ਼ਾਹ ਨੂੰ ਉੱਥੇ ਲੈ ਗਏ। ਉਹ ਨਹੀਂ ਸੀ ਚਾਹੁੰਦਾ ਬਹੁਤਾ, ਉਹ ਤਾਂ ਲੋਕਾਂ ਨੂੰ ਇਕੱਠੇ ਕਰਨਾ ਚਾਹੁੰਦਾ ਸੀ। ਉਹਦੇ ਅੰਦਰ ਇੰਟਰਸਟ ਨਹੀਂ ਸੀ ਗੁਰੂ ਦਾ, ਸਿੱਖੀ ਤੇ ਗੁਰੂ ਦੇ ਸ਼ਰਧਾ ਨਹੀਂ ਸੀ ਉਹਦੇ ਅੰਦਰ ਕੋਈ। ਅਸੀਂ ਪ੍ਰੋਫੈਸ਼ਨਲੀ ਬੰਦੇ ਹੋ ਕੇ ਉਹਦੇ ਕੋਲ ਪੈਸੇ ਲੈ ਗਏ ਮਹਾਰਾਜ। ਉਹਨਾਂ ਕੋਈ ਇੱਜ਼ਤ ਨਹੀਂ ਕੀਤੀ, ਸਾਹਮਣੇ ਕੁਰਸੀਆਂ ਲਾ ਕੇ ਬਹਿ ਗਿਆ। ਗ੍ਰੰਥੀ 'ਚ ਕੋਈ ਜ਼ਰੂਰਤ ਨਹੀਂ ਰਹੀ ਵੀ ਕਹੇ ਵੀ ਗੁਰੂ ਦਾ ਸਤਿਕਾਰ ਪਹਿਲਾਂ, ਬਾਅਦ 'ਚ ਤੇਰੀ ਗੱਲ ਹੋਊਗੀ, ਨਹੀਂ ਤਾਂ ਤੂੰ ਕਿਸੇ ਹੋਰ ਕੰਮ ਕਰ ਲੈ, ਤੇ ਜ਼ਰੂਰ ਇੱਥੇ ਗੁਰੂ ਗ੍ਰੰਥ ਸਾਹਿਬ ਲਿਆਣਾ ਤੂੰ। ਜਦੋਂ ਤੱਕ ਤੁਸੀਂ ਲੋਕ ਇਹਨਾਂ ਗੱਲਾਂ ਦਾ ਧਿਆਨ ਨਹੀਂ ਦੋਗੇ, ਤੁਹਾਡੇ ਅੰਦਰ ਕੌਮੀ ਪਿਆਰ ਨਹੀਂ ਰਿਹਾ ਵੀ ਮੈਂ ਸਿੱਖ ਕੌਮ ਦਾ ਨੁਮਾਇੰਦਾ ਆ, ਮੈਂ ਹਰ ਧਰਮ ਨੂੰ ਇੱਜ਼ਤ ਦਿੰਦਾ, ਮੈਂ ਮੁਸਲਮਾਨਾਂ ਦੀ ਇੱਜ਼ਤ ਕਰਦਾ। ਮੇਰੇ ਬਾਬੇ ਨੇ ਕੀਤੀ ਹੈ, ਚਾਹੇ ਸਾਈਂ ਮੀਆਂ ਮੀਰ ਦੀ ਕੀਤੀ ਹੈ, ਚਾਹੇ ਫਰੀਦ ਦੀ ਕੀਤੀ ਹੈ, ਚਾਹੇ ਪੀਰ ਬੁੱਧੂ ਸ਼ਾਹ ਦੀ ਕੀਤੀ ਹੈ, ਚਾਹੇ ਨਵੀ ਖਾਂ ਗਨੀ ਖਾਂ ਦੀ ਕੀਤੀ ਹੈ। ਮੇਰੇ ਗੁਰੂ ਨੇ ਹਰ ਇੱਕ ਨੂੰ ਬਰਾਬਰਤਾ ਦਿੱਤੀ ਹੈ। ਮੈਂ ਉਹਦੇ ਸਿੱਖ ਨਮਾਣਾ ਜਿਹਾ, ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹੂੰਗਾ। ਮਾੜੇ ਕਰਮ ਵਾਲੇ ਬੰਦੇ ਨੂੰ ਜ਼ਰੂਰ ਮੈਂ ਕਹੂੰਗਾ ਵੀ ਤੂੰ ਮਾੜੇ ਕੰਮ ਕਰਦਾ। ਮੇਰੇ ਗੁਰੂ ਵੀ ਕਹੂਗਾ, ਮੈਂ ਵੀ ਉਹਦੇ ਬੋਲਿਆ, ਮਗਰ ਉਹਦੇ ਬੋਲਿਆ। ਇਸ ਕਰਕੇ ਅੱਜ ਤੁਹਾਡੇ ਅੱਗੇ ਬਹੁਤ ਲੋੜੀਂਦੀਆਂ ਨੇ। ਆਉਣ ਵਾਲੇ ਸਮੇਂ 'ਚ ਤੁਹਾਡੇ ਕੋਲ ਪੈਸਾ ਮੁੱਕ ਜਾਣਾ, ਤੁਹਾਨੂੰ ਨੌਕਰੀਆਂ ਨਹੀਂ ਮਿਲਣੀਆਂ, ਤੁਹਾਨੂੰ ਸਾਈਕਲ ਤੇ ਚੜ੍ਹਨ ਦੀ ਆਦਤ ਖਤਮ ਹੋ ਗਈ, ਬਿਮਾਰੀ ਬਹੁਤ ਜ਼ਿਆਦਾ ਵੱਧ ਜਾਣੀ ਹੈ। ਆਦੀਆਂ ਮੇਰੀਆਂ ਧੀਆਂ 1-1 ਲੱਖ ਰੁਪਏ ਨੂੰ ਬੱਚਾ ਪੈਣ ਡਿਆ, ਸਾਨੂੰ ਹਸਪਤਾਲਾਂ ਜਾ ਕੇ ਆਪਰੇਸ਼ਨ ਹੋਣ ਡੇ ਆ। ਕੈਂਸਰ ਪੰਜਾਬ 'ਚ 35% ਤੋਂ ਵੱਧ ਹੋ ਗਿਆ, ਸ਼ੂਗਰ ਹੋ ਗਈ, ਬੀਪੀ ਹਾਈ ਹੋ ਗਏ। ਹਰ ਜਨਾਨੀ ਤੇ ਬੰਦੇ ਦੇ ਘਰ 'ਚ ਦਵਾਈਆਂ ਪਈਆਂ ਨੇ, ਜਿਹੜੀ ਸਾਡੇ 50 ਸਾਲ ਪਹਿਲਾਂ ਕਿਸੇ ਦੇ ਘਰ 'ਚ ਕੋਈ ਇੱਕ ਗੋਲੀ ਨਹੀਂ ਸੀ ਲੱਭਦੀ ਹੁੰਦੀ, ਅੱਜ ਉਹ ਘਰ ਦੀਆਂ ਡੋਬੀਆਂ ਭਰੀਆਂ ਪਈਆਂ ਨੇ।
ਇਸ ਕਰਕੇ ਸਮਾਗਮ ਤਾਂ ਬਣਾਉਣ ਦੀ ਲੋੜ ਹੁੰਦੀ ਹੈ। ਪਹਿਲਾਂ ਸਾਰੇ ਬੰਦੇ ਸਿੱਖ ਬਣੋ। ਜਿਹੜਾ ਸਿੱਖ ਨਹੀਂ ਬਣਦਾ ਉਹਦੇ ਘਰ ਪਾਠ ਨਾ ਪੜੋ। ਉਹ ਚਾਹੇ ਮੌਲਵੀ ਕੋਲ ਚਲੇ ਜਾਏ, ਉਹ ਬਿਨਾਂ ਉਹਦੀ ਸੁਨਨਤ ਕਰਨ ਤੋਂ ਉਹਦਾ ਕੋਈ ਨਮਾਜ਼ ਨਹੀਂ ਕਰੂਗਾ। ਪਾਦਰੀ ਕੋਲ ਚਲੇ ਜਾਏਗਾ, ਉਹ ਪਾਣੀ ਚ ਗੋਤਾ ਦੇਏਗਾ। ਬਾਹਮਣ ਕੋਲ ਜਾਏਗਾ ਤੇ ਜਨੇਊ ਪਾਲੇਗਾ। ਤੇ ਤੁਹਾਨੂੰ ਚਾਹੀਦਾ ਸੀ ਪੀਵੋ ਪੋਹਲ ਖੰਡੇ ਧਰ। ਤੁਹਾਡਾ ਪਹਿਲਾ ਧਰਮ ਹੈ ਜਿੱਥੇ ਲੰਗਰ ਹਾਲ ਬਣਾਇਆ ਗੁਰਦੁਆਰੇ ਦੇ ਨਾਲ। ਅਮਰੀਕਾ ਦੇ ਲੋਕ ਮੰਨ ਗਏ ਵੀ ਸਿੱਖਾਂ ਦਾ ਗੁਰਦੁਆਰਾ ਹਰ ਦੇਸ਼ ਵਿੱਚ ਹੋਣਾ ਚਾਹੀਦਾ। ਕਿਉਂ? ਕਿਉਂਕਿ ਨਹੀਂ ਕਰੋਨੇ ਵਿੱਚ ਵੀ ਲੋਕਾਂ ਨੂੰ ਲੰਗਰ ਵੰਡਿਆ। ਇੱਕ ਮੁੰਡਾ ਈਸਾਈਆਂ ਦਾ, ਉਹ ਪਿੰਡ ਦੇ ਭਰਾਵੋ, ਉਹ ਬੰਬੇ ਦਾ ਮੁੰਡਾ, ਉਹਦੇ ਚ ਕੋਈ ਗੁਣ ਹੈ। ਜਦੋਂ ਉਹਨਾਂ ਦੇਖਿਆ ਕਰੋਨੇ ਦੇ ਦਿਨਾਂ ਚ ਸਿੱਖ ਕਿਦਾਂ ਲੋਕਾਂ ਦੀ ਸਰਵ ਕਰਦੇ ਨੇ ਘਰੋਂ ਘਰੀ ਜਾ ਕੇ, ਉਹਨਾਂ ਈਸਾਈ ਧਰਮ ਨੂੰ ਛੱਡ ਕੇ, ਮੇਰੇ ਭਰਾ ਨੇ, ਮੈਂ ਨਹੀਂ ਕਹਿੰਦਾ ਵੀ ਤੂੰ ਬਣ ਸਿੱਖ, ਅਸੀਂ ਕਦੇ ਵੀ ਕਿਸੇ ਈਸਾਈ ਨੂੰ ਨਹੀਂ ਕਹਾਂਗੇ ਵੀ ਤੂੰ ਸਿੱਖ ਬਣ। ਉਹਦੀ ਮਾਮੀ ਹੈ, ਉਹਦੀ ਚਾਚੀ ਹੈ, ਉਹਦੇ ਤਾਏ ਹੈ, ਉਹਦੇ ਮਾਛੜ ਹੈ, ਉਹ ਰਿਸ਼ਤੇਦਾਰੀਆਂ ਨੇ, ਕੁੜੀ ਦੇਣੀ ਹੈ। ਕੋਈ ਤੁਹਾਡਾ ਚਾਹੀ ਜ਼ਰੂਰਤ ਨਹੀਂ, ਜੇ ਕੋਈ ਬਾਹਰੋਂ ਧਰਮ ਦਾ ਦੂਜਾ ਬੰਦਾ ਤੁਹਾਡੇ ਕੋਲ ਆ ਕੇ ਸਿੱਖ ਬਣ ਜੇ, ਤੁਸੀਂ ਉਹਨੂੰ ਕੁੜੀ ਦੇ ਦੋ। ਤੁਸੀਂ ਇੱਥੋਂ ਦੇ ਸ਼ਰਾਬੀ ਨੂੰ ਤਾਂ ਕੁੜੀ ਦੇ ਦੋਗੇ, ਉਹਦੇ ਨਾਮ ਅਗਰ ਸਿੰਘ ਲੱਗਿਆ। ਤੇ ਜੇ ਬਾਹਰੋਂ ਕੋਈ ਬੰਦਾ ਸਿੱਖ ਧਰਮ ਜਾ ਕੇ ਨਾ ਸਿੰਘ ਲਵਾ ਲੇ, ਤੁਸੀਂ ਉਹਨੂੰ ਕਦੇ ਵੀ ਕੁੜੀ ਦੇਣ ਨੂੰ ਤਿਆਰ ਨਹੀਂ ਹੋਗੇ। ਤੁਹਾਨੂੰ ਮੁਸਲਮਾਨਾਂ ਨੇ ਆਫਰ ਕੀਤੀ ਕਿ ਜਿਹੜਾ ਵੀ ਬੰਦਾ ਕਲਮਾ ਪੜੂਗਾ, ਸਾਡੇ ਕੋਲ ਵਧੀਆ ਨੌਕਰੀ ਲੈ, ਵਧੀਆ ਅਸੀਂ ਉਹਨੂੰ ਬੇਗਮ ਦਵਾਂਗੇ, ਉਹਨੂੰ ਵਧੀਆ ਅਕਮੋਡੇਸ਼ਨ ਦਵਾਂਗੇ। ਉਹਨਾਂ ਦੇ ਅੰਦਰ, ਲੋਕਾਂ ਦੇ ਅੰਦਰ, ਈਸਾਈ ਧਰਮ ਦੇ ਅੰਦਰ ਆਪਣੇ ਧਰਮ ਨੂੰ ਪ੍ਰਸਿੱਧ ਕਰਨ ਦਾ ਬੜਾ ਚਾਅ ਆ। ਮੁਸਲਮਾਨਾਂ ਦੇ ਅੰਦਰ ਆਪਣੇ ਧਰਮ ਨੂੰ ਖਿਲਾਰਨ ਦਾ ਬੜਾ ਚਾਅ ਆ। ਮੈਂ ਤੁਹਾਨੂੰ ਕੀ ਕਹਾਂ ਕੀ ਨਾ ਕਹਾਂ, ਤੁਸੀਂ ਤਾਂ ਆਪਣੇ ਆਪ ਚ, ਤੁਹਾਡੇ ਚ ਧਰਮ ਨਹੀਂ ਰਿਹਾ। ਤੁਸੀਂ ਤਾਂ ਝੂਠੇ ਪਰਚੇ ਦਰਜ ਕਰਾਣੇ ਆ। ਇੱਕ ਪਾਸੇ ਤੁਸੀਂ ਕਹਿੰਦੇ ਆ ਨਾਨਕ ਨਾਮ ਚੜ੍ਹਦੀ ਕਲਾ, ਪਹਿਲੀ ਕੌਮ ਹੈ ਜਿਨ੍ਹਾਂ ਇਹ ਗੱਲ ਕਹੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਕਦੇ ਈਸਾਈ ਕੌਮ ਨਾਲ ਕਿਸੇ ਦਾ ਭਲਾ ਨਹੀਂ ਸੋਚਿਆ ਆਪਣੀ ਕੌਮ ਤੋਂ ਬਿਨਾ। ਲੜੇ ਨੇ ਮੁਸਲਮਾਨ ਤੇ ਈਸਾਈ, ਲੜੇ ਨੇ ਹਿੰਦੂ, ਲੜੇ ਨੇ ਮੁਸਲਮਾਨ, ਪਰ ਸਿੱਖ ਨੇ ਸਾਰਿਆਂ ਨੂੰ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਅੱਜ ਉਹ ਕੌਮ ਪੰਜਾਬ ਚ ਜਿੱਥੇ ਇਹਨਾਂ ਦਾ ਮੁੱਢ ਹੋਏ, ਉੱਥੇ ਸ਼ਰਾਬ ਪੀਂਦੀ ਹੋਏ, ਉੱਥੇ ਨਾਈਆਂ ਦੀਆਂ ਦੁਕਾਨਾਂ ਤੇ ਰੌਣਕਾਂ ਲੱਗੀਆਂ ਹੋਣ, ਤੇ ਸਿੱਖਾਂ ਦੇ ਮੁੰਡੇ ਜਾ ਕੇ ਗੋਦੇ ਕਰਾਉਂਦੇ ਹੋਣ, ਤੇ ਉਹਨਾਂ ਨੂੰ ਮੇਰੇ ਭਰਾ ਕੁੜੀਆਂ ਦਿੰਦੇ ਹੋਣ। ਕਿੱਧਰ ਜਾਊਂਗਾ? ਕਿੰਨੀ ਕੁ ਦੇਰ ਇੱਥੇ ਮौज ਮਾਰ ਲਓਗੇ? ਧੜਾ ਧੜ ਤੁਹਾਡੇ ਐਕਸੀਡੈਂਟ ਹੋਣ ਦੇ ਨੇ, ਮੌਤਾਂ ਦੀ ਪਰਸੈਂਟੇਜ ਵੱਧਦੀ ਜਾ ਰਹੀ ਹੈ। 80 ਸਾਲ ਨੂੰ ਬੰਦਿਆਂ ਦਾ ਪਹੁੰਚਣਾ ਔਖਾ ਹੋ ਗਿਆ। ਆ ਮੈਨੂੰ 2-4 ਦਿਨਾਂ ਚ ਜਾਣਾ ਪਿਆ। 21 ਸਾਲ ਦਾ ਮੁੰਡਾ ਮਰ ਗਿਆ, ਫਾਹ ਲੈ ਕੇ ਮਰ ਗਿਆ। ਅੱਜ ਮੇਰੇ ਕੋਲ ਇੱਕ ਬੰਦਾ ਆਇਆ, ਉਹ ਇੱਕ ਚੰਗਾ ਭਲਾ 50 ਸਾਲ ਦਾ ਬੰਦਾ, ਮੈਂ ਉਹਦਾ ਪਿੰਡ ਨਹੀਂ ਦੱਸਣਾ, ਉਹ ਫਾਹ ਲੈ ਕੇ ਮਰ ਗਿਆ। ਆ ਪਿੱਛੇ ਮੋਰਚੇ ਚ ਇੱਕ ਬੰਦੇ ਦੀ ਕੋਈ ਗੱਲ ਨਹੀਂ ਕਿਸੇ ਨੇ ਮੰਨੀ, ਉਹ ਵੀ ਪਤਾ ਨਹੀਂ ਕਿਦਾਂ ਮਰ ਗਿਆ। ਉਹ ਜਾ ਕੇ ਮੜੀਆਂ ਜਾ ਕੇ ਲੰਮਾ ਪੈ ਗਿਆ ਵੀ ਮੈਂ ਨਹੀਂ। ਟਰਾਲੀ ਤਿਆਰ ਕੀਤੀ ਹੈ, ਨਹੀਂ ਕੋਈ ਬੰਦੇ ਨੇ ਸਾਥ ਦਿੱਤਾ। ਉਹ ਆਂਦਾ ਵੀ ਮੈਂ ਅਨਾਉਂਸ ਕਰ ਬੈਠਿਆ, ਹੁਣ ਮੈਂ ਪਿੱਛੇ ਨਹੀਂ ਮੁੜਨਾ, ਇਹਦੇ ਨਾਲ ਮੈਂ ਆਪਣਾ ਸਰੀਰ ਛੱਡ ਦੂੰ। ਪਤਾ ਕੁਝ ਵੀ ਨਾ ਕਰਿਆ ਕੀਤੀ। ਇਹ ਤੁਹਾਡੀ ਹਾਲਤ ਹੈ। ਮੈਂ ਦੇਖਿਆ ਇੱਕ ਬੰਦੇ ਨਾਲ, ਉਹ ਮੋਰਚੇ ਤੇ 8 ਦਿਨ ਬੈਠਾ ਰਿਹਾ, ਤੇ ਉਹਦੇ ਗੁਆਂਢੀਆਂ ਨੇ ਉਹਦਾ 7 ਕਿੱਲੇ ਕਮਾਦ ਖੜਾ ਆ। ਮੇਰੇ ਕੋਲ ਗੱਲ ਪਹੁੰਚੀ, ਉਹ 7 ਕਿੱਲੇ ਕਮਾਦ ਉਹਨਾਂ ਸੁੱਟਣਾ ਆ, ਤੇ ਉਹਦੀ ਕਮਾਦ ਦੇ ਨਾਲ ਸੜਕ ਜਾ ਰਹੀ ਹੈ। ਪਰ ਉਹ ਸਾਡੀਆਂ ਪਿੰਡਾਂ ਦੀਆਂ ਜਿਹੜੀਆਂ ਸੜਕਾਂ ਨੇ ਛੋਟੀਆਂ ਹੋਣ ਕਰਕੇ, ਲਾਗੇ ਦੂਜੇ ਡੇਰੇ ਵਾਲੇ ਕਹਿੰਦੇ ਵੀ ਸੜਕ ਵਿੱਚ ਟਰਾਲੀ ਲਾ ਕੇ ਤੇਰਾ ਕਮਾਦ ਨਹੀਂ ਲੱਦਿਆ ਜਾਣਾ, ਸਾਡੀ ਲੰਘਣਾ ਹੁੰਦਾ, ਤੂੰ ਆਪਣੀ ਕਣਕ ਵੱਢ ਕੇ ਟਰੈਕਟਰ ਲੰਘਾ, ਤੇ ਸੜਕ ਤੇ ਨਹੀਂ ਲੱਗਣਾ, ਸੜਕ ਅਜੇ ਸਾਂਝੀ ਹੈ। ਉਹ ਵੱਧ ਤੋਂ ਵੱਧ 10 ਘੰਟੇ ਦੀ ਟਰਾਲੀ ਨੂੰ ਲੱਦਣ ਲੱਗੇ ਹੋ ਜਾਣਗੇ। ਕਿੰਨੇ ਹੋ ਜਾਣਗੇ? ਤੁਰ ਕੇ ਲੰਘ ਜਾਓ, ਕੋਈ ਵੱਡੀ ਗੱਲ ਨਹੀਂ ਹੈ। ਬਸ ਹਮਦਰਦੀ ਨਹੀਂ ਰਹੀ। ਇੱਕ ਦੂਜੇ ਦਾ ਬੁਰਾ ਕਰਨ ਨੂੰ ਤਿਆਰ ਹੋਏ ਨੇ। ਜਿਹੜੇ ਕਹਿੰਦੇ ਸੀ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਕਰਨ ਕੀ ਲੱਗੇ ਨੇ? ਸਕਿਆਂ ਦਾ ਬੁਰਾ ਕਰਨ ਲੱਗੇ ਵੇ ਨੇ। ਬੱਚੇ ਆਪਣੇ ਮਾਂ-ਪਿਓ ਦੀ ਇੱਜ਼ਤ ਨਹੀਂ ਕਰ ਰਹੇ। ਮੇਰੇ ਗੁਰਦਾਸਪੁਰ ਵਿੱਚ ਨਾਨੇ ਦਾ ਤੇ ਦੋਤੀ ਦਾ ਰਿਸ਼ਤਾ ਗੰਦਾ ਹੋ ਗਿਆ। ਇਹ ਗੁਰੂ ਦੀ ਹਜ਼ੂਰੀ ਚ ਮੈਂ ਤਾਂ ਇਹੋ ਜਿਹੀ ਗੱਲਾਂ ਕਰਾਉਣ ਲੱਗੇ। ਮੈਂ ਤੈਨੂੰ ਕਿਹਾ ਸੀ ਮੈਨੂੰ ਨਾ ਖੜੋ, ਕੀਰਤਨ ਹੋ ਜਾਊਗਾ ਤੁਹਾਡਾ। ਜਿਨੀ ਲੱਖਾਂ ਨੇ, ਹਜ਼ਾਰਾਂ ਕੁੜੀਆਂ ਦੀ ਇੱਜ਼ਤ ਬਚਾਈ ਕੌਮ ਨੇ, ਕੋਈ ਉਹਨਾਂ ਨਾਲ ਰਿਸ਼ਤਾ ਨਹੀਂ ਸੀ। ਤੁਸੀਂ ਪੜੋ, ਬਾਬਾ ਦੀਪ ਸਿੰਘ ਉਹਨਾਂ ਚ ਸ਼ਮੂਲੀਅਤ ਕੀਤੀ ਹੈ। ਅਬਦਾਲੀ ਦੇ ਲੁੱਟੇ ਹੋਏ ਹਿੰਦੁਸਤਾਨੀਆਂ ਬੇਟੀਆਂ ਨੂੰ ਇੱਜ਼ਤ ਨਾਲ ਘਰੇ ਭੇਜਿਆ। ਮੁੰਡਿਆਂ ਨੂੰ ਕਿਰਾਏ ਦਿੱਤੇ ਤੇ ਕੁੜੀਆਂ ਨੂੰ ਇੱਜ਼ਤ ਨਾਲ ਘੋੜਿਆਂ ਤੇ ਬਿਠਾ ਕੇ ਘਰੇ ਭੇਜਿਆ। ਅੱਜ ਉਹ ਕੌਮ ਦੀ ਇਹ ਹਾਲਤ 250 ਸਾਲ ਚ ਹੋਈ ਹੈ। ਕਿਉਂ ਹੋਈ ਹੈ? ਕਿਉਂਕਿ ਅਸੀਂ ਜਿਹੜੇ ਤੁਹਾਡੇ ਮੁਖੀ ਸੀ, ਜਿਹੜੇ ਤੁਹਾਡੇ ਪ੍ਰੀਚਰ ਸਨ, ਜਿਹੜੇ ਤੁਹਾਡੇ ਗ੍ਰੰਥੀ ਸਿੰਘ ਸਨ, ਜਿਹੜੇ ਤੁਹਾਡੇ ਪਾਠੀ ਸਿੰਘ ਸਨ, ਜਿਹੜੇ ਤੁਹਾਡੇ
ਵੱਡੇ ਮੋਹਤਬਿਰ ਸਨ, ਉਹਨਾਂ ਨੂੰ 1947 ਤੋਂ ਬਾਅਦ ਕੌਮ ਦਾ ਕੋਈ ਵੀ ਦੁੱਖ ਜ਼ਿਆਦਾ ਨਹੀਂ ਲੱਗਿਆ। ਉਹਨੇ ਬੇਸਮੈਂਟ ਬਣਾ ਲਈ। ਅੱਜ ਤੁਹਾਨੂੰ ਗੱਲਾਂ ਸਮਝਣ ਦੀ ਲੋੜ ਹੈ। ਰੁਜ਼ਗਾਰ ਤੁਹਾਡੇ ਮੁੰਡਿਆਂ ਨੂੰ ਨਹੀਂ ਮਿਲਣਾ। ਇੱਕ ਪਾਸੇ ਪੰਜਾਬ ਵਿੱਚ ਕੋਈ ਫੀਮ ਨਹੀਂ ਵਿਕ ਸਕਦੀ, ਕਾਨੂੰਨਨ ਤੌਰ ਤੇ ਭੁੱਕੀ ਨਹੀਂ ਵਿਕ ਸਕਦੀ, ਸਮੈਕ ਨਹੀਂ ਵਿਕ ਸਕਦੀ, ਕੈਪਸੂਲ ਨਹੀਂ ਵਿਕ ਸਕਦੇ, ਟ੍ਰਿਮਾਡੋਲ ਨਹੀਂ ਵਿਕ ਸਕਦੀ, ਕੋਈ ਵੀ ਸਿੰਥੈਟਿਕ ਡਰੱਗ ਪੰਜਾਬ ਵਿੱਚ ਕਾਨੂੰਨਨ ਤੌਰ ਤੇ ਨਹੀਂ ਵਿਕ ਸਕਦੀ। ਕੇਵਲ ਪੰਜਾਬ ਵਿੱਚ ਇੱਕ ਚੀਜ਼ ਵਿਕ ਸਕਦੀ ਹੈ, ਉਹ ਹੈਗੀ ਜਿਹੜੀ ਤੁਹਾਡੀ ਇੱਥੇ ਹੋਣੀ ਲਾਈ ਮਿਲ ਇੱਥੇ ਲਾਤੀ ਹੋਣੀ ਕੀੜੀ, ਉਹ ਸ਼ਰਾਬ ਖਾਨਾ ਬਣਾਉਣ ਲੱਗੇ ਆ ਜਾਂ ਖਾਸੇ ਬਣਾ। ਸਭ ਤੋਂ ਜ਼ਿਆਦਾ ਜਿਹੜੀਆਂ ਪੰਜਾਬ ਦੀਆਂ ਫੈਕਟਰੀਆਂ ਸ਼ਰਾਬ ਦੀਆਂ ਬਣੀਆਂ ਉਹ ਕਿਹੜੀ ਸਟੇਟ 'ਚ ਬਣੀਆਂ ਨੇ? ਇਸ ਛੋਟੇ ਜਿਹੇ ਪੰਜਾਬ 'ਚ ਬਣੀਆਂ ਹੋਈਆਂ। ਤੇ ਤੁਹਾਡੇ 'ਚ ਸੋਚ ਆਈ ਹੈ ਵੀ ਜਿਹੜਾ ਬੰਦਾ ਨਸ਼ਾ ਨਹੀਂ ਪੀਂਦਾ ਉਹ ਬੰਦਾ ਕਾਹਦਾ? ਤੁਹਾਡੀ ਸੋਚ ਇਦਾਂ ਦਿੱਤੀ ਗਈ। ਔਰ ਜਿਹੜੀ ਵੀ ਕੌਮ ਨੂੰ ਖਤਮ ਕਰਨਾ ਹੋਏ ਉਹਦੇ 'ਚ ਇੱਕ ਨਸ਼ਾ ਦੇ ਦਿਓ, ਇੱਕ ਗੰਦੇ ਗਾਣੇ ਦੇ ਦਿਓ। ਗੰਦੇ ਗਾਣੇ ਤੁਹਾਡੇ ਕੋਲ ਰੱਜ ਕੇ ਆਏ। ਅੱਜ ਉਹ ਸਿੰਗਰ ਸੋਚਣ ਲੱਗੇ ਵੀ ਅਸੀਂ ਕੀ ਕੀਤਾ ਕੀ ਨਹੀਂ ਕੀਤਾ। ਇਹ ਕੁਦਰਤ ਦਾ ਨਿਯਮ ਹੈ, ਜੋ ਤੁਸੀਂ ਅੰਦਰ ਪਾਓਗੇ ਉਹ ਤੁਹਾਡਾ ਬਾਹਰ ਨਿਕਲੂਗਾ। ਇਨਪੁੱਟ ਹੀ ਆਊਟਪੁੱਟ ਜਾਏਗੀ। ਜੇ ਤੁਸੀਂ ਇਨਪੁੱਟ ਚੰਗੀ ਨਹੀਂ ਕੀਤੀ ਤੇ ਤੁਹਾਡੀ ਆਊਟਪੁੱਟ ਕਦੇ ਵੀ ਚੰਗੀ ਨਹੀਂ ਆਊਗੀ। ਫਿਰ ਤੁਸੀਂ ਥਾਂ ਥਾਂ ਤੇ ਧੱਕੇ ਖਾਦੇ ਯਾਰੋ, ਤੁਹਾਨੂੰ ਕੁਝ ਨਹੀਂ ਹੋਇਆ। ਤੁਸੀਂ ਕਿੰਨਾ ਤੇਲ ਖਰਚ ਦਿੱਤਾ, ਜਿਹੜਾ ਕਦੇ ਕਿਸੇ ਕੋਲ ਦੌੜ ਕੇ ਗਿਆ, ਕਦੇ ਕਿਸੇ ਕੋਲ ਦੌੜ ਕੇ ਗਿਆ। ਕੀ ਅਵਸਥਾ ਉੱਚੀ ਹੋ ਗਈ ਹੈ, ਮੈਨੂੰ ਤਾਂ ਸਮਝ ਨਹੀਂ ਲੱਗਦੀ। ਇੱਕ ਬੰਦਾ ਜੇ ਚੰਗੇ ਪਾਸੇ ਤੁਰਿਆ ਤੇ 10 ਬੰਦੇ ਦੀਆਂ ਲੱਤਾਂ ਖਿੱਚਣ ਵਾਲੇ ਤੁਹਾਡੇ 'ਚ ਖੜੇ ਆ। ਇਸ ਕਰਕੇ ਇਹ ਪਹਿਲਾ ਜੇ ਨਸ਼ੇ ਬਾਰੇ ਮੈਂ ਬੇਨਤੀ ਕਰਦਾ ਜਾ ਰਿਹਾ ਕਿ ਜਿੰਨਾ ਗੁਰੂ ਪਾਤਸ਼ਾਹ ਨੇ ਸਾਨੂੰ ਨਸ਼ਿਆਂ ਤੋਂ ਮਨਾ ਕੀਤਾ, ਸਭ ਤੋਂ ਜ਼ਿਆਦਾ ਨਸ਼ਾ ਇਸ ਪੰਜਾਬ 'ਚ ਵਿਕਿਆ। ਹੁਣ ਇੱਥੇ ਕੱਲੀ ਅਲਕੋਹਲ ਵੇਚੀ ਜਾ ਸਕਦੀ ਹੈ, ਡਿਸਟਿਲਡ ਜਿਹੜੀ ਕੰਪਨੀ ਤੋਂ ਬਣ ਕੇ, ਜਿੱਦਾਂ ਖਾਸੇ ਤੋਂ ਬਣ ਕੇ ਆਈ ਹੈ ਜਾਂ ਇੱਥੇ ਸੁਭਾਨਪੁਰ ਤੋਂ ਬਣ ਕੇ ਆਈ ਹੈ, ਉਹ ਸ਼ਰਾਬ ਵੇਚੀ ਜਾ ਸਕਦੀ ਹੈ। ਜਿੱਥੇ ਉਹ ਸ਼ਰਾਬ ਵੇਚੀ ਜਾ ਸਕਦੀ ਹੈ ਪੰਜਾਬ ਵਿੱਚ ਕੇਵਲ ਉਹ ਲਾਇਸੈਂਸ ਦੇ ਕੇ ਵੇਚੀ ਜਾ ਸਕਦੀ ਹੈ। ਉਹ ਕਿਸੇ ਦੁਕਾਨ ਤੇ ਰੱਖ ਕੇ ਨਹੀਂ ਵੇਚੀ ਸਕਦੀ, ਉਹ ਕਿਸੇ ਘਰ ਤੇ ਵੇਚੀ ਨਹੀਂ ਜਾ ਸਕਦੀ, ਉਹ ਜਿੱਦਾਂ ਸਬਜ਼ੀ ਵੇਚਦੇ ਰੇੜੀ ਤੇ ਲੱਦ ਕੇ ਇਦਾਂ ਨਹੀਂ ਵੇਚੀ ਜਾ ਸਕਦੀ। ਕੇਵਲ ਇੱਕ ਥਾਂ ਤੇ ਰੱਖ ਕੇ ਵੇਚੀ ਜਾ ਸਕਦੀ ਹੈ। ਕਾਨੂੰਨ ਤੌਰ ਤੇ ਉਹ ਵੇਚੀ ਜਾ ਸਕਦੀ ਹੈ। ਪਰ ਦੂਸਰੇ ਪਾਸੇ ਤੁਸੀਂ ਦੇਖੋ, ਤੁਸੀਂ ਲੋਕਾਂ ਨੂੰ, ਤੁਹਾਨੂੰ ਪਹਿਲਾਂ ਪੰਡਤ ਜੀ ਨੇ ਪੜ੍ਹਨ ਨਹੀਂ ਦਿੱਤਾ ਹਿੰਦੁਸਤਾਨ ਦੇ ਲੋਕਾਂ ਨੂੰ, ਵਿਦਿਆ ਆਪਣੇ ਕੋਲ ਰੱਖੀ ਹੈ। ਫਿਰ ਜਦੋਂ ਅਸੀਂ ਆਜ਼ਾਦ ਹੋਏ ਅਸੀਂ ਦੇਖਿਆ ਵੀ ਵਿਦਿਆ ਦੀ ਕਿੰਨੀ ਲੋੜ ਹੈ। ਹਰ ਬੰਦਾ ਤੇ ਬੇਟੀ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਇਹਨਾਂ ਦੇ ਅੰਦਰ ਬੁੱਧੀ ਚੰਗੀ ਹੋਊਗੀ। ਫਿਰ ਅਸੀਂ ਹਰ ਇੱਕ ਨੂੰ ਪੜ੍ਹਨਾ ਜ਼ਰੂਰੀ ਕੀਤਾ, ਸਕੂਲ ਖੋਲੇ ਪਿੰਡਾਂ ਵਿੱਚ ਫਟਾਫਟ ਵੀ ਸਾਰੇ ਬੰਦੇ ਪੜ੍ਹ ਜਾਣ। ਹੁਣ ਜਿੱਥੇ ਤੁਹਾਡਾ ਪੜ੍ਹਨਾ ਜ਼ਰੂਰੀ ਕੀਤਾ ਆ, ਉੱਥੇ ਬੋਤਲ ਦੇ ਉੱਤੇ ਲਿਖਣਾ ਜ਼ਰੂਰੀ ਨਹੀਂ ਕੀਤਾ ਆ ਲਾਲ ਅੱਖਰਾਂ ਨਾਲ ਵੀ ਪੀਣਾ ਸਿਹਤ ਲਈ ਹਾਨੀਕਾਰਕ ਹੈ। ਤੇ ਦੁਨੀਆ 'ਚ ਜੇ ਸਿਹਤ ਹੈ ਤੇ ਸਭ ਕੁਝ ਹੈ, ਜੇ ਸਿਹਤ ਨਹੀਂ ਤੇ ਫਿਰ ਕੁਝ ਵੀ ਨਹੀਂ ਹੈ। ਨਾ ਕੋਈ ਪਾਠ ਹੈ, ਨਾ ਕੋਈ ਸਿਮਰਨ ਹੈ, ਨਾ ਕੋਈ ਸੰਗਤ ਹੈ, ਨਾ ਕੋਈ ਸੁੱਖ ਹੈ ਦੁਨੀਆ ਦਾ। ਸਿਹਤ ਬਹੁਤ ਹੀ ਉੱਚੀ ਚੀਜ਼ ਹੈ। ਇਹ ਸਿਹਤ ਡੰਗਰਾਂ ਨੂੰ ਵੀ ਚਾਹੀਦੀ ਹੈ, ਪੰਛੀਆਂ ਨੂੰ ਚਾਹੀਦੀ ਹੈ, ਮੱਛੀਆਂ ਨੂੰ ਚਾਹੀਦੀ ਹੈ, ਰੁੱਖਾਂ ਨੂੰ ਚਾਹੀਦੀ ਹੈ। ਇਹ ਸਿਹਤ ਇੰਨੀ ਵਧੀਆ ਚੀਜ਼ ਹੈ। ਤੇ ਸ਼ਰਾਬ ਦੇ ਉੱਤੇ ਲਿਖ ਕੇ ਭੇਜ ਦਿੱਤਾ। ਔਰ ਕੋਈ ਡੰਗਰ ਸ਼ਰਾਬ ਪੀਣਾ ਨਹੀਂ ਪਸੰਦ ਕਰਦਾ, ਕੁੱਤਾ ਨਹੀਂ ਸ਼ਰਾਬ ਪੀਣਾ ਪਸੰਦ ਕਰਦਾ, ਕੋਈ ਖੋਤਾ ਨਹੀਂ ਸ਼ਰਾਬ ਪੀਣਾ ਪਸੰਦ ਕਰਦਾ, ਘੋੜਾ, ਕੋਈ ਕੈਟੇਗਰੀ ਦਾ ਪਸ਼ੂ ਪੰਛੀ ਸ਼ਰਾਬ ਪੀਣਾ ਪਸੰਦ ਨਹੀਂ ਕਰਦੇ। ਇਹ ਬੰਦਾ ਜਿਹਨੂੰ ਗੁਰੂ ਨੇ ਰੋਕਿਆ, ਉੱਤੇ ਲਿਖ ਦਿੱਤਾ ਕਿ ਜੇ ਪੀਏਗਾ ਤਾਂ ਤੇਰੀ ਸਿਹਤ ਖਰਾਬ ਹੋ ਜਾਏਗੀ। ਦੂਸਰੀ ਗੱਲ, ਬੰਦਿਆਂ ਨੂੰ ਚਾਹੀਦਾ ਪੈਸਾ, ਖੋਤਿਆਂ ਨੂੰ, ਪਸ਼ੂਆਂ ਨੂੰ ਪੈਸੇ ਨਹੀਂ ਚਾਹੀਦੇ। ਪੈਸੇ ਮਨੁੱਖ ਜੂਨੀ ਨੂੰ ਚਾਹੀਦੇ, ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ। ਆ ਪੈਸੇ ਦਾ ਰੌਲਾ ਪਿਆ ਵਾ। ਉਹ ਜਿਹੜੇ ਕੁਝ ਸਰਮਾਏਦਾਰ ਘਰ ਨੇ ਉਹ ਤੁਹਾਨੂੰ ਬਿਲਕੁਲ ਨੌਕਰ ਬਣਾ ਕੇ ਤੁਹਾਡੀ ਜ਼ਿੰਦਗੀ ਰੋਲਣ ਲੱਗੇ ਆ। ਉਹਨਾਂ ਕੋਲ ਪੈਸਾ ਹੈ, ਉਹਨੀ ਸਰਕਾਰਾਂ ਬਣਾਈਆਂ ਨੇ, ਪੈਸੇ ਦੇ ਜੋਰ ਨਾਲ ਇੱਥੇ ਕੰਮ ਚੱਲਦਾ। ਤੁਹਾਡੇ ਚ ਜਦੋਂ ਤੁਹਾਡੇ ਕੋਲ ਮਾੜੇ ਮੋਟੇ ਜਿਹੜੇ ਮੋਟਰਸਾਈਕਲ ਇਹ ਵੀ ਖੁੱਸ ਜਾਣੇ ਆ, ਤੇਲ ਤੁਹਾਤੋਂ ਪਾਇਆ ਨਹੀਂ ਜਾਣਾ, ਟਰੈਕਟਰ ਤੁਹਾਨੂੰ ਚਲਾਣੇ ਔਖੇ ਹੋ ਜਾਣੇ। ਕੌਣ ਜਾਊਗਾ ਸ਼ਬੂ ਬਾਰਡਰ ਨੂੰ ਜੇ ਏਦਾਂ ਮਹਿੰਗਾਈ ਵੱਧ ਗਈ, ਕਰਜ਼ੇ ਉੱਤੇ ਚੜੇ ਪਏ ਨੇ। ਜਦੋਂ ਤੁਹਾਡੇ ਕੋਲ ਪੈਸਾ, ਜਿਹੜਾ ਮਾੜਾ ਮੋਟਾ ਪੰਜਾਬ ਵਾਲਿਆਂ ਕੋਲ ਹਜੇ ਥੋੜਾ ਬਹੁਤ ਪੈਸਾ ਹੈਗਾ, ਪਰ ਅੱਗੇ ਜਾ ਕੇ ਮੁੰਡੇ ਬਾਹਰ ਗਏ ਵੀ ਵਿਚਾਰੇ ਕਮਾਈਆਂ ਕਰਕੇ ਬੜੇ ਔਖੇ ਛਾ ਕੇ 4 ਪੈਸੇ ਭੇਜਣ ਦੇ ਨੇ। ਦੂਸਰੀ ਚੀਜ਼ ਪੈਸਾ ਚਾਹੀਦਾ। ਨਸ਼ੇ ਵਾਲੇ ਦੇ ਘਰ 'ਚ ਕਦੇ ਵੀ ਪਿਆਰਿਓ ਜ਼ਿਆਦਾ ਪੈਸਾ ਇਕੱਠਾ ਨਹੀਂ ਹੋ ਸਕੇਗਾ। ਨਾ ਉਹ ਟਾਈਮ ਸਿਰ ਉੱਠੇਗਾ, ਨਾ ਉਹ ਕੰਮ ਕਰੇਗਾ, ਨਾ ਉਹਨੂੰ ਬੋਲਣ ਦੀ ਤਮੀਜ਼ ਹੋਏਗੀ। ਕਿਸੇ ਨਾਲ ਲੜ ਪਏਗਾ ਜਾਂਦਾ ਜਾਂਦਾ, ਤੂੰ ਕੌਣ ਹੁੰਦਾ, ਤੇ ਉਹ ਮਾਰੂਗਾ 4 ਠੋਕੇ ਤੇ ਚਲੋ ਥਾਣੇ ਚੱਲਦੇ ਉੱਥੇ।
ਕਿਸੇ ਨਾਲ ਤੁਹਾਡੀ ਸੁਲਾ ਨਹੀਂ ਕਰਾਣੀ, ਥਾਣੇ ਵਾਲਾ ਤੁਹਾਡਾ ਕਚੁੰਬਰ ਕੱਢਣਾ, ਫਿਰ ਤੁਸੀਂ ਕੋਰਟ ਵਿੱਚ ਜਾਣਾ, ਉੱਥੇ ਪੈਸੇ ਫੂਕਣੇ, ਫਿਰ ਤੁਹਾਡੇ ਥੋੜੇ ਚਿਰ ਬਾਅਦ ਜਦੋਂ ਤੁਹਾਡਾ ਐਨ ਮੱਕ ਹੌਲੀ ਹੋ ਜਾਣੀ, ਫਿਰ ਤੁਹਾਡੇ ਕਿਸੇ ਸਿਆਣੇ ਬੰਦੇ ਨਾਲ, ਐਮਐਲਏ ਸਾਹਿਬ ਨੇ ਤੁਹਾਡਾ ਸਮਝੌਤਾ ਕਰਾ ਦੇਣਾ ਵੀ ਹੁਣ ਇਹਨਾਂ ਜਿਹੜਾ ਇਹਨਾਂ ਦੀ ਬੁੱਧੀ ਠੀਕ ਹੋਈ ਹੈ, ਹੁਣ ਚਲੋ ਛੱਡ ਦਿੰਦੇ ਇਹਨੂੰ, ਕੁਛ ਤੁਹਾਡੇ ਨਾਲ ਹੋ ਰਿਹਾ, ਤੁਸੀਂ ਗਲਤ ਪਾਸੇ ਚੱਲ ਗਏ। ਪੈਸਾ ਚਾਹੀਦਾ, ਨਸ਼ੇ ਵਾਲੇ ਦੇ ਘਰ ਪੈਸਾ ਨਹੀਂ ਹੋਏਗਾ, ਪੈਸਾ ਡੰਗਰਾਂ ਨੂੰ ਨਹੀਂ ਚਾਹੀਦਾ। ਤੀਜੀ ਚੀਜ਼ ਤੁਹਾਨੂੰ ਚਾਹੀਦੀ ਇੱਜ਼ਤ। ਕਿਸੇ ਡੰਗਰ ਨੂੰ ਇੱਜ਼ਤ ਦਾ ਕੋਈ ਅਹਿਸਾਸ ਨਹੀਂ ਹੈ। ਨੰਗੇ ਤੁਰੇ ਫਿਰਦੇ ਨੇ ਸਾਰੇ ਘੋੜੇ ਕੁੱਤੇ ਜਿੰਨੇ ਸਾਰੇ ਡੰਗਰ, ਬਿਲਕੁਲ ਉਹਨਾਂ ਨੂੰ ਇੱਜ਼ਤ ਬਾਰੇ ਕੋਈ ਨੌਲੇਜ ਨਹੀਂ ਹੈ। ਤੁਹਾਨੂੰ ਇੱਜ਼ਤ ਦਾ ਬਹੁਤ ਫਿਕਰ ਹੈ, ਤੁਹਾਡੇ ਛੋਟੇ ਛੋਟੇ ਬੱਚਿਆਂ ਨੂੰ ਇੱਜ਼ਤ ਦਾ ਫਿਕਰ ਪੈ ਗਿਆ। ਮੇਰੇ ਲੋਕਾਂ ਦੇ ਸਾਹਮਣੇ ਮੈਨੂੰ ਤੁਸੀਂ ਕਿਉਂ ਏਦਾਂ ਕਿਹਾ, ਮੈਨੂੰ ਇਕੱਲੇ ਬਿਠਾਲ ਕੇ ਜੋ ਮਰਜ਼ੀ ਕਹਿੰਦੇ, ਮੇਰੀ ਸਹੇਲੀ ਦੇ ਸਾਹਮਣੇ ਮੈਨੂੰ ਏਦਾਂ ਕਿਉਂ ਕਹਿਤਾ, ਇਸ ਸਾਹਮਣੇ ਮੈਨੂੰ ਏਦਾਂ ਕਿਉਂ ਕਹਿਤਾ, ਮੇਰੀ ਤਾਂ ਰਿਹਾ ਕੱਖ ਨਹੀਂਗਾ। ਔਰ ਤੁਸੀਂ ਮਰਦੇ ਆ ਇੱਜ਼ਤ ਦੇ ਪੱਖ ਤੋਂ, ਤੁਹਾਨੂੰ ਇੰਨਾ ਇੱਜ਼ਤ ਦਾ ਫਿਕਰ ਹੈ। ਤਾਂ ਮੈਂ ਬੇਨਤੀ ਕਰਦਾ ਕਿ ਨਸ਼ੇ ਪੀਣ ਵਾਲੇ ਬੰਦੇ ਦੀ ਇੱਜ਼ਤ ਨਾ ਸਮਾਜ ਵਿੱਚ ਰਹੇਗੀ, ਨਾ ਉਹਦੇ ਟੱਬਰ ਵਿੱਚ ਉਹਦੀ ਕੋਈ ਇੱਜ਼ਤ ਰਹੇਗੀ, ਦੀ ਕਿਤੇ ਵੀ ਕੋਈ ਇੱਜ਼ਤ ਨਹੀਂ ਰਹੇਗੀ। ਜਿਹੜੇ ਉਹਦੇ ਨਾਲ ਬਹਿ ਕੇ ਪੀਂਦੇ ਨੇ ਉਹ ਉਨੀ ਚਿਰ ਇੱਜ਼ਤ ਕਰਨਗੇ ਜਦੋਂ ਪੀਤੀ ਨਹੀਂ, ਜਦੋਂ ਪੀਣਗੇ ਉਹਨੂੰ ਹੀ ਗਾਲਾਂ ਕੱਢਣਗੇ ਤੇ ਉਹਨੂੰ ਫੜ ਕੇ ਢਾਣ ਕੇ ਛਿੱਤਰ ਫੇਰਨਗੇ। ਉਹ ਆ ਤੁਹਾਡੀ ਹਾਲਤ ਹੋ ਚੁੱਕੀ ਹੈ। ਚੌਥੀ ਚੀਜ਼ ਤੁਹਾਨੂੰ ਚਾਹੀਦੀ ਹੈ ਲੋਕੋ, ਘਰ ਦੀ ਸੁੱਖ ਸ਼ਾਂਤੀ। ਕੋਈ ਵੀ ਡੰਗਰ ਪਸ਼ੂ ਘਰ ਬਣਾ ਕੇ ਨਹੀਂ ਰਹਿੰਦਾ। ਔਰ ਤੁਸੀਂ ਹੈਰਾਨ ਹੋ, ਪਾਲਤੂ ਤੁਸੀਂ ਡੰਗਰ ਰੱਖੇ ਹੋ, ਤੁਸੀਂ ਦੇਖੋ ਵੀ ਬੱਚੀ ਨੂੰ ਨਹੀਂ ਪਤਾ ਮੇਰੀ ਚਾਚੀ ਕੌਣ ਹੈ, ਗਾਈ ਦਾ ਉਹਨੂੰ ਪਤਾ ਮੇਰੀ ਮਾਂ ਹੈ, ਤੇ ਉਹਨੂੰ ਆਪਣੇ ਪਿਓ ਦਾ, ਕਿਸੇ ਵੀ ਡੰਗਰ ਨੂੰ ਆਪਣੇ ਪਿਓ ਦਾ ਕੋਈ ਵੀ ਪਤਾ ਨਹੀਂ। ਅੰਗਰੇਜ਼ਾਂ ਨੂੰ ਵੀ ਆਪਣੇ ਪਿਓ ਦਾ ਨਹੀਂ ਪਤਾ। ਸਾਨੂੰ ਆਪਣੇ ਪਿਓ ਦਾ ਫਾਦਰਸ ਨੇਮ ਦਿੱਤਾ ਜਾਂਦਾ ਰਿਹਾ, ਹੁਣ ਨਾਲ ਮਦਰ ਨੇਮ ਲਾਇਆ। ਪਿਓ ਦਾ ਪੁੱਤ ਕਿਹਾ ਆ ਗਿਆ, ਮਾਂ ਦਾ ਪੁੱਤ ਬਾਅਦ ਚ ਆਇਆ। ਹੁਣ ਤੁਹਾਡੇ ਚ ਇੰਨੀ ਖੂਬੀ ਸੀ, ਮੈਂ ਕਹਿ ਦਿਆਂ ਇਹ ਘਰ ਬਣਾ ਕੇ ਤੁਸੀਂ ਰਹੇ, ਹਾਥੀਆਂ ਨਾਲ ਐਡਾ ਵੱਡਾ ਛੱਤ ਨਹੀਂ ਛੱਡੀ ਵੀ ਅਸੀਂ ਇੱਥੇ ਰਹਿਣਾ, ਸਾਡੇ ਨਿਆਣੇ ਹੋਣੇ, ਕੁਛ ਨਹੀਂ ਕੀਤਾ ਕਿਸੇ ਨਾਲ। ਤੁਹਾਨੂੰ ਅਕਲ ਆਈ ਵੀ ਇੱਕ ਘਰ ਬਣਾ ਕੇ ਰਹੀਏ, ਬੂਹੇ ਲਾ ਲਈਏ, ਮੱਛਰ ਤੋਂ ਜਾਲੀਆਂ ਲਾ ਦਈਏ, ਔਰ ਜਿਹੜੀ ਉਹ ਆਲ ਆਊਟ ਲਾ ਲਈਏ, ਮੱਛਰ ਨਾਲ ਲੜ ਜੇ, ਪੱਖਾ ਲਾ ਲਈਏ, ਏਸੀ ਲਾ ਲਈਏ। ਇਹ ਚੀਜ਼ਾਂ ਦੀ ਡੰਗਰਾਂ ਨੂੰ ਕੋਈ ਵੀ ਲੋੜ ਨਹੀਂ ਹੈ। ਉਦਾਂ ਜ਼ਿੰਦਗੀ ਕੱਟਦੇ, ਕੁਦਰਤ ਨਾਲ ਜੁੜੇ ਹੋਏ ਨੇ। ਹੁਣ ਮੈਂ ਕਹਿ ਰਿਹਾ ਤੁਹਾਨੂੰ ਘਰ ਦੀ ਗੱਲ, ਵੀ ਅਸੀਂ ਘਰ ਤਾਂ ਬਣਾਣੇ ਵੀ ਅਸੀਂ ਬਾਹਰੋਂ ਕੰਮਕਾਰ ਕਰਕੇ ਆਈਏ ਸਾਰੇ ਦਿਨ ਥੱਕੇ, ਤੇ ਘਰ ਆਉਂਦਿਆਂ ਸਾਨੂੰ ਸੁੱਖ ਆ ਜਾਏ, ਸ਼ਾਂਤੀ ਆ ਜਾਏ, ਮਨ ਠੰਡਾ ਹੋ ਜਾਏ। ਨੌਕਰੀ ਕਰਕੇ ਆਏ 2 ਸਾਲ, ਕਿਤੇ ਬਾਹਰ ਜਾ ਕੇ ਆਏ, ਤੇ ਕਿੱਥੇ ਨੂੰ ਆਵਾਂਗੇ ਮੁੜ ਕੇ? ਉਹ ਜਿੱਦੇ ਫੌਜ ਵਿੱਚ ਨੌਕਰੀ ਕਰਕੇ ਦੌੜਾਂਗੇ, ਜਦੋਂ ਛੁੱਟੀ ਲੈ ਕੇ ਉਦਾਂ ਹੀ ਛੁੱਟੀ ਲੈ ਕੇ ਦੌੜਾਂਗੇ। ਫੌਜ ਵਿੱਚੋਂ ਨਹੀਂ, ਜੇਲ੍ਹ ਵਿੱਚੋਂ ਛੁੱਟੀ ਲੈ ਕੇ ਦੌੜਾਂਗੇ, ਤੇ ਕਿੱਥੇ ਨੂੰ ਦੌੜਾਂਗੇ? ਘਰ ਨੂੰ ਦੌੜਾਂਗੇ ਕਿ ਕੈਨੇਡਾ ਨੂੰ ਜਾਵਾਂਗੇ? ਘਰ ਨੂੰ ਦੌੜਾਂਗੇ। ਸਾਰਾ ਦਿਨ ਕੰਮ ਕਰਕੇ ਕਿੱਥੇ ਨੂੰ ਆਵਾਂਗੇ? ਘਰ ਨੂੰ ਆਵਾਂਗੇ। ਕਿਉਂ ਆਵਾਂਗੇ? ਉਹ ਸਾਡਾ ਘਰ ਹੈ। ਤੇ ਜਿਹੜੇ ਘਰ ਵਿੱਚ ਵੀ ਨਸ਼ਾ ਚੱਲਦਾ, ਉਸ ਘਰ 'ਚ ਕਦੇ ਵੀ ਸੁੱਖ ਸ਼ਾਂਤੀ ਨਹੀਂ ਰਹੇਗੀ, ਕਲੇਸ਼ ਪਿਆ ਰਹੇਗਾ। ਇਹ ਤੁਹਾਡੀ ਹਾਲਤ ਭਰਾਵਿਓ। ਹੁਣ ਮੈਂ ਦੂਸਰੀ ਬੇਨਤੀ ਹੈ, ਜੇ ਪੰਜਾਬ ਦਾ ਕੋਈ ਵੀ ਸਿੱਖ ਕੋਈ ਵੀ ਨਸ਼ਾ ਨਾ ਲੈਂਦਾ, ਤੇ ਇੱਥੇ ਠੇਕੇ ਚੱਲਦੇ ਕਿ ਫੇਲ ਹੋ ਜਾਂਦੇ? ਚੱਲਦੇ ਕਿ ਫੇਲ? ਤੁਸੀਂ ਚਲਾਏ ਠੇਕੇ, ਤੁਹਾਡੀ ਬੜੀ ਬਹਾਦਰੀ ਹੈ। ਤੁਸੀਂ ਸਮੈਕਾਂ ਸੇਲ ਕੀਤੀਆਂ, ਤੁਹਾਡੀ ਬੜੀ ਬਹਾਦਰੀ ਹੈ। ਤੁਹਾਡੇ ਕੋਲ ਬਹੁਤ ਪੈਸਾ ਹੈ। ਇਹਨਾਂ ਚੀਜ਼ਾਂ ਦੇ ਧਾਰਮਿਕ ਪਾਸੇ ਤੁਸੀਂ ਬਹੁਤ ਪੈਸਾ ਲਾ ਰਹੇ ਹੋ, ਉਹ ਕਰ ਰਹੇ, ਤੁਸੀਂ ਲੰਗਰ ਲਾ ਰਹੇ ਹੋ। ਆਹੋ, ਅੱਜ ਦਾ ਵੀ ਮੈਂ ਦੇਖਦਾ ਜਿੰਨਾ ਸਾਰਾ ਵਿੱਚ ਜਨਰੇਟਰ ਵਿੱਚ, ਬੱਤੀਆਂ ਦਾ ਵਿੱਚ, ਸਾਊਂਡ ਦਾ ਲਾ ਕੇ ਸਾਰਾ ਜੇ ਆਪਾਂ ਵਿਛਾਈਆਂ ਆਦਿਕ ਦਾ ਖਰਚ ਲਾਈਏ, ਤੇ ਇਹ 1.5-2 ਲੱਖ ਤੋਂ ਥੱਲੇ ਵੱਧ ਹੋ ਗਿਆ। ਇਹ ਤੋਂ ਥੱਲੇ ਖਰਚ ਨਹੀਂ ਹੈ, ਇੰਨਾ ਹੋ ਗਿਆ। ਹੁਣ ਇਹ ਖਰਚ ਦਾ ਮਤਲਬ ਇਹ ਸੀ, ਜੇ ਹੋ ਗਿਆ ਸਾਲ ਬਾਅਦ, ਤੇ ਹਰ ਪਿੰਡ ਦਾ ਬੰਦਾ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਕਿ ਪੀਣ ਵਾਲਾ ਚਾਹੀਦਾ? ਉਹ ਨਸ਼ੇ ਤੋਂ ਰਹਿਤ, ਯਾਰ ਸਕੂਲ ਖੋਲਿਆ ਤੁਸੀਂ, ਸਾਰੇ ਬੰਦੇ ਉੱਥੇ ਪੜ੍ਹਨੇ ਚਾਹੀਦੇ ਕਿ ਫੇਲ ਹੋਣੇ ਚਾਹੀਦੇ? ਹਸਪਤਾਲ ਖੋਲਿਆ, ਉੱਥੋਂ ਸਾਰੇ ਬੰਦੇ ਠੀਕ ਹੋਣੇ ਚਾਹੀਦੇ ਕਿ ਸਾਰੇ ਮਰ ਜਾਣੇ ਚਾਹੀਦੇ? ਗੁਰਦੁਆਰਾ ਬਣਾਇਆ, ਉੱਥੇ ਸਾਰੇ ਬੰਦਿਆਂ ਨੂੰ ਗੁਰਬਾਣੀ ਦਾ ਪੂਰਾ ਨੌਲੇਜ ਹੋਣਾ ਚਾਹੀਦਾ, ਪੰਜਾਬੀ ਚ ਲਿਖੀਦਾ ਕਿ ਨਹੀਂ ਪਤਾ ਹੋਣਾ ਚਾਹੀਦਾ? ਮੈਂ ਸਾਰੇ ਮਗਲੇ ਮੁੰਡਿਆਂ ਨੂੰ, ਆਪਣੇ ਮਿੱਤਰਾਂ ਨੂੰ ਪੁੱਛਦਾ ਵੀ ਦੱਸੋ ਜੀ ਨੂੰ ਕੋਈ ਜਪਜੀ ਸਾਹਿਬ ਦੀਆਂ 36ਵੀਂ ਪੌੜੀ ਮੈਨੂੰ ਸੁਣਾਓ। ਕੁੜੀਆਂ ਨੂੰ ਪੁੱਛ ਲੈਣਾ। ਇਹ ਤੁਹਾਡੀ ਆਊਟਪੁੱਟ ਹੋਏ। ਫਿਰ ਤੁਸੀਂ ਇਹਨਾਂ ਚੀਜ਼ਾਂ ਤੇ ਪੈਸੇ ਲਾਉਂਦੇ ਹੋ, ਜਿਹਦੇ ਬਾਰੇ ਮੇਰੇ ਪਾਸ਼ਾ ਕਹਿੰਦੇ ਨੇ, ਤੀਰਥ ਬਰਤਰ ਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ।
ਕਰਮ ਧਰਮ ਪਖੰਡ ਜੋ ਦਿਸੈ ਤਿਨ ਜਮ ਜਗਾਤੀ ਲੂਟੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਤ ਸੂਟੈ। ਉਹ ਸਿੱਖੋ, ਤੁਹਾਡੇ ਕੋਲ ਇੰਨਾ ਅਮੀਰ ਵਿਰਸਾ ਸੀ, ਅੱਜ ਤੁਸੀਂ ਇਸ ਥਾਂ ਤੇ ਚਲੇ ਗਏ ਆ। ਮੈਨੂੰ ਬੜਾ ਦੁੱਖ ਹੈ ਵੀ ਇਹ ਕੌਮ ਦੀ ਕੀ ਭਵਿੱਖ ਬਣੂਗਾ। ਗੁਰੂ ਪਾਤਸ਼ਾਹ ਰਹਿਮਤ ਕਰਨ ਇਹ ਕੌਮ ਨੂੰ ਅੱਗੇ ਲੈ ਕੇ, ਜਿਨੀ ਇੰਨੀ ਔਖੇ ਹੋ ਕੇ ਸਾਜੀ ਹੈ। ਛੋਟੇ ਛੋਟੇ ਬੱਚਿਆਂ ਦੇ ਕਾਲਜੇ ਕੱਢ ਕੇ ਉਹਨਾਂ ਦੇ ਮੂੰਹਾਂ 'ਚ ਪਾਏ ਆ। ਉਹਨੇ ਤੁਹਾਨੂੰ ਜ਼ਮੀਨਾਂ ਦਿੱਤੀਆਂ, ਤੁਹਾਨੂੰ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਕੇ ਗਿਆ, ਸਿੱਖ ਦੇ ਕੇ ਗਿਆ ਤੁਹਾਨੂੰ ਗੁਰੂ ਨਾਨਕ ਦਾ। ਜਿੰਨੇ ਵੀ ਸਾਡੇ ਪੰਜਾਬ ਨਾਲ ਸੰਬੰਧਿਤ ਲੋਕ ਨੇ ਉਹਨਾਂ ਨੂੰ ਜ਼ਮੀਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਗਿਆ। ਪਹਿਲਾਂ ਤੁਸੀਂ ਸਾਰੇ ਏਦਾਂ ਕਾਸ਼ਤਕਾਰ ਹੁੰਦੇ ਸੀ। ਇਸੇ ਕੌਮ ਦੀ ਤੁਹਾਡੀ ਬਹਾਦਰੀ, ਤੁਹਾਡੀ ਕਰੰਸੀ ਚੱਲੀ, ਉਹ ਕਰੰਸੀ 'ਚ ਦੇਖ ਦੇਖ ਫਤਿਹ ਲਿਖੀ ਗਈ। ਉੱਥੇ ਗੁਰੂ ਨਾਨਕ ਤੇ ਅੱਜ ਤੱਕ ਤੁਹਾਡੇ ਕਿਸੇ ਵੀ ਹਿੰਦੁਸਤਾਨ ਦੀ ਕਿਸੇ ਵੀ ਕਰੰਸੀ ਤੇ ਤੁਹਾਡੇ ਕਿਸੇ ਗੁਰੂ ਦਾ ਨਾਂ ਨਹੀਂ ਲਿਖਿਆ ਹੋਇਆ। ਮੇਰੇ ਨਾਲ ਇਹੋ ਜਿਹੀਆਂ ਗੱਲਾਂ ਨਾ ਕਰੋ। ਸਮਾਂ ਇੱਕ ਬਾਹਰਲਾ ਦੇਸ਼ ਹੈ, ਪਤਾ ਨਹੀਂ ਕਿਹੜਾ, ਫੀਜੀ ਕਿਹੜਾ ਦੇਸ਼ ਹੈ, ਉੱਥੇ ਜਿਹੜੀ ਇੱਕ ਟਿਕਟ ਤੋਰੀ ਹੈ, ਉੱਥੇ ਸਿੱਖਾਂ ਦੀ ਨਾਂ ਦੀ ਇੱਕ ਟਿਕਟ ਤੋਰੀ ਹੋਈ ਹੈ। ਜਦੋਂ ਤੁਸੀਂ ਇਕੱਠੇ ਨਹੀਂ ਹੈ, ਤੁਸੀਂ ਤਾਂ ਪਾਟੇ ਇੱਕ ਦੂਜੇ ਨੂੰ ਫੜ ਕੇ ਉਹਦਾ ਕਚੂੰਬਰ ਕੱਢਣ ਨੂੰ ਕਾਲ ਹੋ ਗਏ, ਕਿਤੇ ਰਾਏ ਕੱਖ ਨਾ। ਇਹ ਨਸ਼ਿਆਂ ਦੀ ਬੇਨਤੀ ਕੀਤੀ। ਦੂਸਰੀ ਮੈਂ ਛੋਟੀ ਜਿਹੀ ਬੇਨਤੀ ਕਰਕੇ ਤੁਹਾਤੋਂ ਫਤਿਹ ਨਾ ਲੈਣਾ, ਕੀਰਤੀਆਂ ਨਾ ਕੀਰਤਨ ਕਰਨਾ। ਮੇਰਾ ਤਾਂ ਹੁਣ ਮੈਂ ਨਹੀਂ ਆਉਂਦਾ ਹੁੰਦਾ, ਮੇਰਾ ਟੌਪ ਲੰਮਾ ਹੋ ਜਾਂਦਾ ਵੀ ਕੰਮ ਬੜਾ ਖਰਾਬ ਹੈ। ਐਵੇਂ ਲੱਗਾ ਪਤਾ ਨਹੀਂ ਕਦੋਂ ਸਾਲ ਦੇ ਲੱਗੇ ਨੇ। ਇਹਨਾਂ ਦੇ ਬੁੱਢੇ ਵੀ ਏਦਾਂ ਕੋਈ ਸਮਾਗਮ ਬਣਾਉਂਦੇ ਰਹੇ, ਉਹ ਵੀ ਬਣਾਉਂਦੇ ਰਹੇ, ਸ਼ਰਾਬ ਉਹ ਵੀ ਪੀ ਜਾਂਦੇ ਰਹੇ। ਉਹ ਹੈ ਵੀ ਬੁੱਢਿਆਂ ਨਾਲ ਕੇਸ ਨਹੀਂ ਸੀ ਕਟਾਏ, ਇਹ ਮੈਂ ਜ਼ਰੂਰ ਮੰਨਦਾ। ਇਹਨਾਂ ਦੇ ਬੁੱਢਿਆਂ ਨੇ ਇਹ ਕਦੇ ਨਹੀਂ ਸੀ ਸੋਚਿਆ ਵੀ ਸਾਡੀ ਕੋਈ ਦਾੜੀ ਨੂੰ ਹੱਥ ਲਾ ਜੇ ਜਾਂ ਸਾਡੀਆਂ ਮੁਸ਼ਹਿਰੇ ਨੂੰ ਹੱਥ ਲਾ ਜੇ, ਜਾਂ ਇਹਨਾਂ ਦੀ ਕਿਸੇ ਮਾਂ ਨਾਲ ਏਦਾਂ ਨਹੀਂ ਸੋਚਿਆ ਵੀ ਮੇਰੇ ਕੇਸ ਸਿੱਧੇ ਹੋ ਜਾਣ 10,000 ਰੁਪਇਆ ਦੇ ਕੇ। ਉਹ ਹੱਦ ਹੋ ਗਈ ਤੁਹਾਡੀ ਹੈ। ਉਹਨਾਂ ਸਟ੍ਰੇਟ ਕਰਨੇ, ਅੰਦਰ ਬਿੰਗਾ ਟੇਡਾ ਤੇ ਕੇਸ ਸਿੱਧੇ। ਜਿਹੜਾ ਅੰਦਰ ਸਿੱਧਾ ਹੋ ਸਕਦਾ ਉਹ ਬਿੰਗਾ, ਤੇ ਜਿਹੜੇ ਕੁਦਰਤ ਨਾਲ ਕੇਸ ਬਿੰਗੇ ਕੀਤੇ ਸੀ ਉਹ ਕਿਦਾਂ ਦੇ ਚਾਹੀਦੇ? ਸਿੱਧੇ। ਇਹਨਾਂ ਨੂੰ ਕਿਦਾਂ ਦੇ ਚਾਹੀਦੇ? ਏਦਾਂ ਉੱਤੇ ਛੱਤੇ ਚਾਹੀਦੇ। ਸਰਦਾਰੀ ਦਿੱਤੀ, ਕਦੇ ਸਿੱਖ ਦੇ ਸਿਰ ਨੂੰ ਸੱਟ ਨਾ ਲੱਗੇ। ਆ ਮੇਰੇ ਵੀਰ ਨਾਲ ਇੱਥੋਂ ਆਇਆ ਸੀ, ਉਹਨਾਂ ਸਿਰ ਦੇ ਉੱਤੇ ਕੜਾ ਪਾਇਆ। ਕੜੇ ਦਾ ਮਤਲਬ ਸੀ ਵੀ ਜੇ ਤੈਨੂੰ ਛਵੀ ਵੀ ਸਿੱਖਾ ਕੋਈ ਮਾਰੇ ਤੇਰੇ ਸਿਰ ਤੇ ਤਾਂ ਵੀ ਤੈਨੂੰ ਸੱਟਣ ਲੱਗੇ। ਅੱਜ ਸਰਕਾਰਾਂ ਨੂੰ ਹੈਲਮਟ ਇਹਨਾਂ ਘੋਨਿਆਂ ਦੇ ਸਿਰਾਂ ਤੇ ਪਾਣੇ ਪੈ ਗਏ ਵੀ ਇਹ ਡਿੱਗਦੇ ਨੇ, ਸੱਟ ਲੱਗਦੀ ਹੈ। ਤੇ ਮੇਰੇ ਪਾਤਸ਼ਾਹ ਨੇ ਪਹਿਲੇ ਇਹਨਾਂ ਦੇ ਸਿਰਾਂ ਦੇ ਉੱਤੇ ਦਸਤਾਰਾਂ ਦੋਹਰੀਆਂ ਸਜਾ ਕੇ ਉੱਤੇ ਮਾੜੇ ਮੋਟੇ ਕੜੇ ਪਾ ਦਿੱਤੇ ਲੋਹੇ ਦੇ, ਐਦਾਂ ਵੀ ਜੇ ਤੁਹਾਨੂੰ ਸਿੱਧੇ ਤੌਰ ਜਿਹਦਾ ਬੰਦਾ ਸਿਰ ਗਿਆ ਉਹਦਾ ਕੱਖ ਨਹੀਂ ਰਿਹਾ, ਨਾ ਉਹਦੀਆਂ ਅੱਖਾਂ ਕੰਮ ਕਰਨਗੀਆਂ ਨਾ ਲੱਤਾਂ ਕੰਮ ਕਰਨਗੀਆਂ। ਤੇ ਜੇ ਸਿਰ ਹੈਗਾ ਲੱਤਾਂ ਹੈ ਨਹੀਂ ਤੇ ਬੰਦਾ ਜ਼ਿੰਦਗੀ ਸਾਰੀ ਬਤੀਤ ਕਰ ਸਕਦਾ। ਅੱਖਾਂ ਹੈ ਨਹੀਂ, ਬੰਦੇ ਦਾ ਦਿਮਾਗ ਹੈਗਾ ਤੇ ਬੰਦਾ ਸਾਰੀ ਜ਼ਿੰਦਗੀ ਵਧੀਆ ਬਤੀਤ ਕਰ ਸਕਦਾ। ਅੱਜ ਜਿੰਨੇ ਵੀ ਸਾਡੇ ਕੀਰਤਨੀਏ ਹੋਏ ਨੇ, ਭਾਈ ਗੋਪਾਲ ਸਿੰਘ ਵਰਗੇ, ਇਹ ਸਾਰੇ ਸੂਰਮੇ ਸਿੰਘ ਹੋਏ ਔਰ ਉਹ ਪਹਿਲੇ ਨੰਬਰ ਦਾ ਕੀਰਤਨੀਆ ਹੋਇਆ ਸਾਡਾ। ਅੱਖਾਂ ਹੈ ਨਹੀਂ, ਬਰੇਲ ਭਾਸ਼ਾ ਚ ਆਪ ਕੱਲਾ ਕੱਲੂ ਗੁਰੂ ਗ੍ਰੰਥ ਸਾਹਿਬ ਦੀ ਹਰ ਸ਼ਬਦ ਪੁੱਛੋ ਔਰ ਹਰ ਪੰਨਾ ਪੁੱਛੋ, ਉਹਨਾਂ ਦਾ ਇਹਨਾਂ ਦਿਮਾਗ ਤੇਜ਼ ਸੀ। ਇਸ ਕਰਕੇ ਇਹ ਸੀ ਮੈਂ ਆਪ ਜੀ ਦੇ ਚਰਨਾਂ 'ਚ ਇੱਕ ਪਾਸਾ ਪੱਖਾ ਰੱਖਿਆ ਕਿ ਨਸ਼ਿਆਂ ਦੀ ਕੀ ਹਾਲਤ ਹੈ। ਦੂਸਰੇ ਪਾਸੇ ਮੈਂ ਛੋਟੀ ਜਿਹੀ ਬੇਨਤੀ ਕਰਕੇ ਤੁਹਾਤੋਂ ਸੁਰਖਰੂ ਹੋਣਾ, ਉਹ ਇਹ ਹੈ ਕਿ ਜਿਹੜਾ ਸਿੱਖ ਹੈ ਉਹ ਜਿਵੇਂ ਉਹਨਾਂ ਦੀ ਸੁਨਨਤ ਕਰਾਣੀ ਜ਼ਰੂਰੀ ਹੈ, ਮੁਸਲਮਾਨਾਂ ਦੀ ਹਰ ਬੱਚੇ ਦੀ 9 ਸਾਲ ਦੀ ਉਮਰ 'ਚ ਸੁਨਨਤ ਜ਼ਰੂਰੀ। ਯਹੂਦੀ ਕੌਮ ਦੀ 14 ਦਿਨਾਂ ਦੀ ਸੁਨਨਤ ਹੋ ਰਹੀ ਹੈ। ਔਰ ਇਸ ਟਾਈਮ ਨੋਬਲ ਪ੍ਰਾਈਜ਼ ਜਿੰਨੇ ਵੀ ਯਹੂਦੀਆਂ ਕੋਲ, ਜਿੱਦਾਂ ਤੁਹਾਨੂੰ ਮਾਰਦੇ ਨਾ ਏਦਾਂ ਯਹੂਦੀਆਂ ਨੂੰ ਹਿਟਲਰ ਨੇ ਮਾਰਿਆ। ਹਿਟਲਰ ਨੇ ਯਹੂਦੀਆਂ ਨੂੰ ਸਿੱਧੇ ਤੌਰ ਤੇ ਮਾਰਨਾ ਸ਼ੁਰੂ ਕੀਤਾ। 35 ਹਜ਼ਾਰ ਬੰਦਾ ਉਹਨਾਂ ਦਾ ਬੰਦ ਕਰਕੇ, ਜਿੱਦਾਂ ਸਾਡਾ ਸੰਗਰੂਰ ਦੇ ਜਿਹੜਾ ਘੱਲੂਕਾਰਾ ਹੋਇਆ ਉੱਥੇ ਸਾਡੇ 30-35 ਹਜ਼ਾਰ ਬੰਦਾ ਮਰਿਆ। ਇੱਥੇ ਤੁਹਾਡੇ ਕਾਨੂੰ ਆਣ ਛੰਭ ਚ ਘੱਲੂਕਾਰਾ ਹੋਇਆ, ਉੱਥੇ ਸਾਡਾ ਤਕਰੀਬਨ 10,000 ਤੋਂ ਲੈ ਕੇ 13,000 ਤੱਕ ਬੰਦਾ ਉਦੋਂ ਮਰਿਆ। 84 ਸਾਡਾ ਖੁੱਲਾ ਬੰਦਾ ਮਰਿਆ। 1947 ਸੇ ਕਾਫੀ ਮਰੇ। ਤੁਹਾਡਾ ਸ਼ੁਰੂ ਤੋਂ ਇਹ ਕੰਮ ਚੱਲਿਆ ਹੈ, ਪਰ ਉਹ ਮਰੇ ਨਹੀਂ ਸਨ, ਉਹ ਅਮਰ ਨੇ। ਮਰਨਾ ਸੀ, ਅਸੀਂ ਮਰੇ, ਕਿਉਂਕਿ ਗੁਰੂ ਦੇ ਬਚਨ ਨੇ ਕਿ ਆਖਾਂ ਜੀਵਾਂ ਬਿਸਰੈ ਮਰ ਜਾ। ਸੋ ਜੀਵਿਆ ਜਿਸ ਮਨ ਬਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ। ਤੁਹਾਨੂੰ YouTube ਲੈ ਗਈ, ਗੰਦੇ ਗਾਣੇ ਲੈ ਗਏ, ਫਿਲਮਾਂ ਲੈ ਗਈਆਂ, ਇਹ ਖਿੱਚ ਕੇ ਤੁਹਾਨੂੰ ਆਪਣੇ ਪਾਸੇ ਲੈ ਗਏ। ਤੇ ਢਾਡੀਆਂ ਦੀ ਕਲਾ ਤੁਹਾਨੂੰ ਪਸੰਦ ਨਹੀਂ ਰਹੀ, ਕੀਰਤਨ ਤੁਹਾਨੂੰ ਗੁਰੂ ਘਰ ਦਾ ਪਸੰਦ ਨਹੀਂ ਲੱਗਿਆ, ਉਹਦੀ ਕੋਈ ਕੀਮਤ ਨਹੀਂ। ਤੇ ਗਾਣ ਵਾਲੀ ਸੱਦ ਕੇ ਸਾਰੇ ਬੁੱਢਿਆਂ ਨੇ ਉਹਦੇ 100 ਰੁਪਏ ਦੇ ਪੈਸੇ ਖਿਲਾਰ ਦਿੱਤੇ। ਇਹ ਸਾਡੀ ਹਾਲਤ।
ਜਿਹੜੇ ਗਾਣਿਆਂ ਨੂੰ ਸਾਨੂੰ ਗੁਰੂ ਨੇ ਕਿਹਾ ਸੀ ਕਦੇ ਵੀ ਮੇਰੇ ਕੰਨਾਂ 'ਚ ਐਸੇ ਬਚਨ ਨਹੀਂ ਪੈਣੇ ਚਾਹੀਦੇ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਕਾਲਿਆ। ਹੇ ਸਰਵਣੋ ਮੇਰੇ ਹੋ ਸਾਚੇ ਸੁਣਨ ਨੂੰ ਪਠਾਏ, ਸਾਚੇ ਸੁਣਨ ਨੂੰ ਪਠਾਏ ਸ਼ਰੀਰ ਲਾਏ ਸੁਣੋ ਸਤ ਬਾਣੀ। ਮਿੱਥਿਆ ਸ਼ਰਵਣ ਪਰ ਨਿੰਦਾ ਸੁਣਿਆ। ਇਹ ਕਿੱਲਾਂ ਵਰਤਣੀਆਂ, ਅੱਖਾਂ ਕਿੱਥੇ ਵਰਤਣੀਆਂ ਤੁਹਾਨੂੰ ਗੁਰੂ ਨੇ ਦੱਸਿਆ, ਕੰਨ ਕਿੱਥੇ ਵਰਤਣੇ ਗੁਰੂ ਨੇ ਦੱਸਿਆ, ਜ਼ੁਬਾਨ ਕਿੱਦਾਂ ਵਰਤਣੀ ਗੁਰੂ ਨੇ ਦੱਸਿਆ, ਪੈਰਾਂ ਨਾਲ ਕਿੱਧਰ ਨੂੰ ਜਾਣਾ ਗੁਰੂ ਨੇ ਦੱਸਿਆ, ਕੱਪੜੇ ਕਿੱਦਾਂ ਦੇ ਪਾਣੇ ਗੁਰੂ ਨੇ ਦੱਸਿਆ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਖਾਣਾ ਕਿੱਦਾਂ ਦਾ ਖਾਣਾ ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਤ ਖਾਦੇ ਤਨ ਪੀੜੀਏ ਮਨ ਮੈਂ ਚੱਲੇ ਬਕਾਰ, ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ, ਪੀਓ ਦੇਖ ਪਰਾਈ ਚੋਪੜੀ ਨਾ ਤਰਸਾਏ। ਹਰ ਚੀਜ਼ ਦੱਸੀ। खूब खाना खीचुरी जामे अमृत लोन, हेरा रोटी कारणे गला कटावे कौन। किरत कर ते खा। बेलड़ा दी ये कौम नहीं सी, ये कौम बेलड़ा दी हो गई हुण। बेलड़ दी बड़ी इज्जत हो रही है। उन्होंने बाबा थाप लिया, कोई गुण नहीं है, कोई गल नहीं, कोई बात नहीं है। मेरे पातशाह कहते सी नानक ते नाल असल खर जे बिन गुण गर्भ कलंत। वो असली खोते वो ने जिन्हां च गुण कोई नहीं ते आकड़े बैठे। ऐदां क्या ते गुण वाली चीज झुकनी चाहिए, आकड़ नहीं होनी। पक आपो च इन्हां दा बराबर बिल्कुल बहुत फर्क है। पर साडे कोल अख नहीं है तां असीं धक्के खा रहे। इस करके दास बेनती करदा कि मैं जिहड़ा पक्ष दूजा रखिया कि उन्हां दी सुनत जरूरी है। 9 साल दी च करा रहे ने। ईसाई जदों तो धर्म नूं अडॉप्ट करदा कोई बंदा, उहनूं पानी च गोता दे के तौबा करांदे ने कि अज तो पिछली तौबा कर, जिहड़े ते तो गुनाह होए ने माफ तेरे कीते जाणगे, अगे तो तू पाप नहीं करना। ते अज तो ईसा ते एक बाइबल ते एक परमात्मा ते निर्भर करना। किसी डेरे ते नहीं जाना, किसी गुरुद्वारे नहीं जाना, किसी मंदिरे नहीं जाना, किसी मसीत ते नहीं जाना, सिर्फ गिरजे नाल जुड़ना बस। कि तू प्रसाद नहीं किसी दा लेना। असीं सारियां नूं छकाने आ। दूसरी बेनती है कि जिद्दां उहदा पानी च गोता लेना जरूरी सी, हिंदू दा जनेऊ जरूरी सी। जिहड़ा 9 साल दी उम्र च गुरु नानक देव जी नूं पाण दा यतन कीता जा रिहा, जिहड़े जनेऊ करके गुरु नानक पातशाह ने शहीदी दित्ती है, वो जनेऊ उन्हां दा जरूरी है। असीं हुण भी उन्हां नूं कहने भी सारे तुसीं अपने धर्म नूं पक्का रखो, जिद्दां मर्जी करो, पर तुहाडा जरूरी सी। गुरु नानक जी तो लैके गोबिंद राय तक खंडे दी पौल दी बजाए चरण पौल चलदी रही। गुरु जी दे सज्जे पैर दा अंगूठा धो के ਹੁਣ ਮੈਂ ਇੱਥੇ ਇੱਕ ਬੇਨਤੀ ਕਰਾਂ ਵੀ ਤੁਹਾਨੂੰ ਗੁਰੂ ਜੀ ਨੇ ਬਾਬਿਆਂ ਤੋਂ ਵੀ ਛੁਟਕਾਰਾ ਕਰਾਇਆ ਸੀ। ਸਿੱਖਾਂ ਦੇ ਮਸੰਦ ਥਾਪੇ ਗੁਰੂ ਅਮਰਦਾਸ ਸਾਹਿਬ ਨੇ। ਉਹਨਾਂ ਦਾ ਜੀਵਨ ਦੇਖਿਆ ਸਿੱਖਾਂ ਦਾ। ਗੁਰੂ ਦੀ ਪਾਰਖੂ ਅੱਖ ਹੁੰਦੀ ਹੈ। ਹਰ ਬੰਦੇ ਕੋਲ ਪਾਰਖੂ ਅੱਖ ਨਹੀਂ ਹੁੰਦੀ। ਅਸੀਂ ਲਾਈ ਲੱਗ ਹੁੰਦੇ ਹਾਂ। ਬੰਦੇ ਨੂੰ ਪਰਖ ਕਰਨੀ ਪੈਂਦੀ ਹੈ। ਸਿੱਖ ਨੂੰ ਗੁਰੂ ਪਰਖ ਕਰਕੇ ਕਰਨਾ ਬਣਾਉਣਾ ਪੈਂਦਾ, ਤੇ ਗੁਰੂ ਨੂੰ ਵੀ ਆਪਣਾ ਸਿੱਖ ਬੜਾ ਪਰਖ ਕੇ ਬਣਾਉਣਾ ਪੈਂਦਾ। ਤਾਂ ਉਹਨੀ ਪਰਖ ਵਿੱਚ ਰੱਖਿਆ ਸੀ ਪਹਿਲਾ ਮਰਨ ਕਬੂਲ। ਇਹ ਪਰਖ ਵਿੱਚ ਰੱਖਿਆ ਸੀ। ਹੁਣ ਮੈਂ ਬੇਨਤੀ ਕਰਦਾ ਜਾ ਰਿਹਾ ਕਿ ਚਰਨ ਪੌਲ ਚੱਲਦੀ ਰਹੀ ਤੇ ਗੁਰੂ ਪਾਤਸ਼ਾਹ ਮੰਤਰ ਦਿੰਦੇ ਰਹੇ। ਜਦੋਂ ਮਸੰਦ ਥਾਪੇ ਉਹਨਾਂ ਦਾ ਜੀਵਨ ਚੰਗਾ ਸੀ। ਹੁਣ ਇੱਥੇ ਕੀ ਗੱਲ ਚੱਲਦੀ ਹੈ? ਬਾਬੇ ਦਾ ਮੁੰਡਾ ਫਿਰ ਬਾਬਾ, ਬਾਬੇ ਦਾ ਮੁੰਡਾ ਫਿਰ ਬਾਬਾ, ਫਲਾਣੇ ਦਾ ਫਿਰ ਉਹ ਬਾਬਾ, ਏਦਾਂ ਗੱਲ ਚੱਲਦਾ ਹੈ। ਇਹ ਗੱਲ ਜਿਹੜੀ ਹੈ ਗੁਰੂ ਘਰ ਵਿੱਚ ਵੀ ਚੱਲੀ। ਪਿਰਥੀ ਆਂਦਾ ਮੈਂ ਬਾਬੇ ਦਾ ਮੁੰਡਾ ਵੱਡਾ ਆ, ਮੈਨੂੰ ਪੱਗ ਬੰਨਣੀ। ਰਾਮ ਰਾਜ ਕਹਿੰਦਾ ਮੈਂ ਵੱਡਾ ਆ, ਹਰਿ ਕ੍ਰਿਸ਼ਨ ਛੋਟਾ ਆ। ਇਹ ਗੱਲਾਂ ਚੱਲੀਆਂ। ਉਸ ਪਾਸੇ ਕੀ ਜਾਇਆ ਵੀ ਜਿਹੜਾ ਮਸੰਦ ਸਿੱਖੀ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਗੁਰੂ ਘਰ ਚ ਲਿਆਣਾ, ਉਹ ਤੋਂ ਬਾਅਦ ਉਦੋਂ ਮਰ ਗਿਆ ਮਸੰਦ। ਗੁਰੂ ਸਾਹਿਬ ਨੇ ਸਰੀਰ ਬਦਲ ਲਿਆ। ਗੁਰੂ ਅਮਰਦਾਸ ਸਾਹਿਬ ਜੀ ਰਾਮਦਾਸ ਜਾ ਵੜੇ ਤੇ ਰਾਮਦਾਸ ਜੀ ਅਰਜਨ ਦੇਵ ਵੱਲ ਨੂੰ ਤੁਰ ਗਏ। ਉਧਰ ਮਸੰਦ ਦਾ ਮੁੰਡਾ ਮਰ ਗਿਆ, ਜਾਂ ਉਹ ਪਹਿਲਾ ਇੱਕ ਮਸੰਦ ਦਾ ਬੱਚਾ ਚੰਗਾ ਨਿਕਲਿਆ, ਮੈਂ ਨਹੀਂ ਕਹਿੰਦਾ ਉਹਦਾ ਚੰਗਾ ਨਿਕਲਿਆ, ਦੂਜਾ ਵੀ ਚੰਗਾ ਨਿਕਲਿਆ, ਤੀਜਾ ਖਰਾਬ ਹੋ ਗਿਆ, ਚੌਥਾ ਖਰਾਬ ਹੋ ਗਿਆ। ਉਹ ਵੀ ਗੱਲ ਚੱਲਦੀ ਰਹੀ ਤੇ ਇਹ ਵੀ ਗੱਲ ਚੱਲਦੀ। ਗੁਰੂ ਵੀ ਬਦਲਦੇ ਰਹੇ, ਉਹਨਾਂ ਦੇ ਵੀ ਗਾਂ ਕੰਮ ਚੱਲਦੇ ਰਹੇ। ਇਹ ਗੁਰੂ ਗੋਬਿੰਦ ਸਿੰਘ ਤੱਕ ਮਸੰਦ ਦੀ ਪ੍ਰਥਾ ਚੱਲਦੀ ਰਹੀ। ਹੁਣ ਕੀ ਹੋਇਆ? ਗੁਰੂ ਦੇ ਦਰਬਾਰ ਵਿੱਚ ਇੱਕ ਨਕਲੀ ਆਂਦੇ ਨੇ, ਜਿਹੜੇ ਭੰਡ ਜਿਹੇ ਹੁੰਦੇ ਨੇ। ਉਹ ਇੱਕ ਨਕਲਾਂ ਦੇ ਪਾਤਸ਼ਾਹ ਹੀ ਤੁਹਾਨੂੰ ਇੱਕ ਨਕਲ ਲਾ ਕੇ ਦਿਖਾ ਲਈਏ। ਸ਼ਾਇਦ ਮੈਂ ਨਹੀਂ ਸਮਝਦਾ ਵੀ ਪਾਤਸ਼ਾਹ ਨੇ ਉਹਨੂੰ ਕਹਿਤਾ ਵੀ ਦਿਖਾ ਲਓ, ਚਲੋ ਜੋ ਸਾਡਾ ਇਤਿਹਾਸ ਹੈ। ਤੇ ਉਹਨੇ ਇੱਕ ਨਕਲ ਲਾਉਂਦੇ ਨੇ। ਨਕਲ ਵਿੱਚ ਇੱਕ ਮਸੰਦ ਆਂਦਾ ਘੋੜੇ ਤੇ ਚੜ ਕੇ, ਨਾਲ ਇੱਕ ਬੇਸ਼ਬਾ ਲੈ ਕੇ ਆਂਦਾ, ਇੱਕ ਸਿੱਖ ਦੇ ਘਰ ਜਾਂਦਾ, ਮੈਨੂੰ ਚੰਗਾ ਬਿਸਤਰਾ ਬਿਠਾ ਕੇ ਦੋ। ਉਹ ਆਂਦੇ ਗੁਰੂ ਕੇ ਆਏ ਨੇ, ਗੁਰੂ ਕੇ ਆਏ ਨੇ, ਇਹਨੂੰ ਆਹ ਚੀਜ਼ ਚਾਹੀਦੀ। ਸਭ ਜੋ ਉਹਨਾਂ ਕੋਲ ਹੈ ਸਾਰਾ ਉਹਨਾਂ ਦੀ ਭੇਟਾ ਕਰ ਦਿੰਦੇ ਵਿਚਾਰੇ। ਉਹ ਹਜੇ ਵੀ ਖੁਸ਼ ਨਹੀਂ ਹੁੰਦਾ।
ਵੀ ਇਹਨੂੰ ਵੀ ਸੂਟ ਦਿਓ, ਮੈਨੂੰ ਵੀ ਚੰਗੀ ਲੋਈ ਦਿਓ, ਮੈਨੂੰ ਵੀ ਇੰਨੇ ਪੈਸੇ ਦਿਓ। ਇਹ ਤੁਹਾਤੋਂ ਮੰਗਿਆ ਜਾ ਰਿਹਾ। ਤੇ ਮੇਰੇ ਪਾਸ਼ਾ ਕਹਿੰਦੇ ਸੀ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਮੈਂ ਇਹ ਬੇਨਤੀ ਕਰਦਾ ਹੁਣ ਵੀ ਤੁਹਾਨੂੰ, ਤੁਸੀਂ 6 ਮਹੀਨੇ ਕਿਸੇ ਬਾਬੇ ਕੋਲ ਇੱਕ ਵੀ ਪੈਸਾ ਨਾ ਚੜਾਓ। ਜੇ ਬਾਬੇ ਨੂੰ ਅਕਲ ਆ ਜਾਊਗੀ ਵੀ ਲੋਕਾਂ 'ਚ ਤਾਕਤ ਹੈ ਕਿ ਮੇਰੇ 'ਚ ਤਾਕਤ ਹੈ, ਜੇ ਤਾਂ ਉਹ ਬਾਬਾ ਆ, ਫਿਰ ਤੁਹਾਨੂੰ ਕੋਈ ਗਿਆ ਮੇਰੇ ਕੋਲ ਜਿਹੜੀਆਂ ਮੱਖੀਆਂ ਮੇਰੇ ਆਲੇ ਦੁਆਲੇ ਭਿਣ ਭਿਣ ਕਰਦੀਆਂ ਹਟ ਗਈਆਂ। ਜੇ ਬਾਬਾ ਹੈ ਤੇ ਖੁਸ਼ ਹੋਊਗਾ ਵੀ ਮੱਖੀਆਂ ਮੇਰੇ ਕੋਲੋਂ ਨਿਕਲ ਗਈਆਂ। ਤੇ ਜੇ ਕੱਚਾ ਪਿੱਲ ਆਇਆ ਫਿਰ ਦਵਾਈ ਦਊਗਾ ਵੀ ਮੈਂ ਹੁਣ ਕਿਦਾਂ ਗੱਡੀ ਲੈ ਕੇ ਫਿਰਾਂ, ਮੈਨੂੰ ਤੇਲ ਕੌਣ ਪਾਊਗਾ, ਮੇਰੇ ਇੰਨੇ ਲੰਗਰ ਕਿਵੇਂ ਚੱਲਣਗੇ, ਮੇਰੇ ਇਦਾਂ ਕਿਦਾਂ ਇੱਟਾਂ ਲੱਗਣਗੀਆਂ, ਮੈਨੂੰ ਲੋਕੀ ਮੱਥਾ ਨਹੀਂ ਹੁਣ ਟੇਕਦੇ। ਤੁਸੀਂ ਠੇਕੇ ਤੇ ਨਾ ਜਾਓ ਤੇ ਠੇਕੇ ਬੰਦ, ਤੁਸੀਂ ਡੇਰੇ ਤੇ ਨਾ ਜਾਓ ਤੇ ਡੇਰੇ 3-6 ਮਹੀਨਿਆਂ ਦੇ ਵਿੱਚ ਬੰਦ। ਤੁਸੀਂ ਗਲਤ ਬੰਦੇ ਨੂੰ ਵੋਟਾਂ ਨਾ ਪਾਓ ਤੇ ਗਲਤ ਬੰਦਾ ਅੱਗੇ ਨਾ ਆਏ। ਤਾਕਤ ਤੁਹਾਡੇ ਕੋਲ ਸਾਰੀ, ਪਰ ਅੱਜ ਤੁਸੀਂ ਗਰੀਬ ਹੋ ਗਏ, ਤੁਸੀਂ ਮਜਬੂਰ ਹੋ ਚੁੱਕੇ ਹੈ। ਮੈਨੂੰ ਜ਼ਿਆਦਾ ਕਾਰਨ ਇਹ ਲੱਗਦਾ ਵੀ ਤੁਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਗਏ ਹੈ, ਜਿਹਦੇ ਬਾਰੇ ਗੁਰੂ ਪਾਤਸ਼ਾਹ ਕਹਿੰਦੇ ਸੀ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ। ਨਗੁਰੇ ਕਾਹੈ ਨਾਉ ਬੁਰਾ। ਗੱਲ ਸੀ ਕੋਈ ਪੰਥ ਦੀ ਜਿਹੜੀ ਅੱਜ ਕਮਜ਼ੋਰ ਪੈ ਗਈ, ਤੁਹਾਡੇ ਨਿਸ਼ਾਨ। ਸੋ ਮੈਂ ਬੇਨਤੀ ਕਰਦਾ ਜਾ ਰਿਹਾ ਸੀ, ਉਹ ਗੱਲ ਗੋਬਿੰਦ ਰਾਏ ਤਾਂ ਜਦੋਂ ਗੋਬਿੰਦ ਸਿੰਘ ਨੂੰ ਪਤਾ ਲੱਗਿਆ ਵੀ ਮਸੰਦ ਵੀ ਮੇਰੀ ਸਿੱਖੀ ਨੂੰ ਖਰਾਬ ਕਰਨ ਦੇ ਨੇ ਇਸ ਟਾਈਮ, ਉਹ ਸਾਰੇ ਸੱਦ ਲੈਂਦੇ ਨੇ, ਤੁਹਾਨੂੰ ਮਸੰਦਾਂ ਦੇ ਚੁੰਗਲ ਚੋਂ ਵੀ ਕੱਢ ਕੇ ਸਿੱਧਾ ਗੁਰੂ ਤੇ ਸਿੱਖ ਦਾ ਰਿਸ਼ਤਾ ਜੋੜ ਦਿੱਤਾ। ਤੁਹਾਨੂੰ ਦੇਹਧਾਰੀ ਗੁਰੂ ਡੰਫ ਵਿੱਚੋਂ ਤੋੜ ਕੇ ਪੰਜਾਂ ਪਿਆਰਿਆਂ ਨੂੰ ਹੱਕ ਹਕੂਕ ਦੇ ਦਿੱਤਾ। ਇਹ ਕੌਮ ਪਹਿਲੀ ਭਾਰਤ ਵਿੱਚ ਹੈ ਹੈ ਬੁੱਧੀ ਵੀ ਸਨ, ਪਰ ਤੁਸੀਂ ਇੱਕ ਪਹਿਲੇ ਆ ਜਿਹੜੇ 5 ਪਿਆਰੇ ਥਾਪ ਕੇ ਗੁਰੂ ਨੇ ਉਹਨਾਂ ਕੋਲੋਂ ਪੌਲ ਛੱਕ ਕੇ ਕਹਿੰਦੇ ਨੇ ਮੈਨੂੰ ਵੀ ਅੱਜ ਤੋਂ ਬਾਅਦ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਆਖਿਆ ਕਰੋ। ਅੱਜ ਪਿਆਰਿਓ ਤੁਸੀਂ ਉਹ ਸਿੰਘ ਸ਼ਬਦ ਨਾਲ ਸਨਮਾਨੇ ਗਏ ਹੋ, ਮੇਰੀਆਂ ਧੀਆਂ ਕੌਰ ਸ਼ਬਦ ਨਾਲ ਸਨਮਾਨੀਆਂ ਗਈਆਂ। ਤੁਹਾਡੇ ਪਿੰਡਾਂ 'ਚ ਗੁਰਦੁਆਰੇ ਖਾਲੀ ਪਏ ਨੇ, ਉੱਥੇ ਕੋਈ ਚੰਗਾ ਤੁਸੀਂ ਉਹ ਨਹੀਂ ਕਰ ਰਹੇ। ਸਵੇਰੇ ਸਾਰੇ ਗੁਰਦੁਆਰਾ ਜਾਣਾ ਪਸੰਦ ਨਹੀਂ ਕਰਦੇ, 2 ਟਾਈਮ ਗੁਰੂ ਦੇ ਦਰਸ਼ਨ ਕਰਨਾ ਪਸੰਦ ਨਹੀਂ ਕਰਦੇ। ਇਹ ਤੁਹਾਡੇ ਵਾਸਤੇ ਜ਼ਰੂਰੀ ਨਹੀਂ ਹੈ, ਪਰ ਦੂਜੇ ਕਾਦੀਆਂ ਦੇ ਬੰਦੇ ਅੱਜ ਤੱਕ ਸੁਨਨਤ ਤੋਂ ਬਿਨਾਂ ਨਹੀਂ ਰਹੇ। ਉਹਨਾਂ ਦੇ ਕਿਸੇ ਨੇ ਨਿਕਾਹ ਨਹੀਂ ਕੀਤਾ ਜਿਨ੍ਹਾਂ ਸੁਨਨਤ ਨਹੀਂ ਕਰਾਈ, ਉਹਨਾਂ ਦੇ ਡੀਜਾ ਨਹੀਂ ਵੱਜਿਆ। ਕਾਦੀਆਂ ਵਿੱਚ ਮੁਸਲਮਾਨਾਂ ਦੀਆਂ ਧੀਆਂ ਨੰਗਾ ਸਿਰ ਕਰਕੇ ਅੱਜ ਤੱਕ ਕਾਦੀਆਂ ਦੇ ਸ਼ਹਿਰ ਵਿੱਚ ਨਹੀਂ ਨਿਕਲੀਆਂ, ਜਿੱਥੇ ਸਿੱਖਾਂ ਦਾ ਸਭ ਕੁਝ ਵੀ ਬਹੁਤ ਮਤਲਬ 75% ਤੋਂ ਵੱਧ ਜਿਹੜਾ ਕੰਮ ਖਰਾਬ ਹੋਇਆ ਪਿਆ। ਕੋਈ ਕਿਸੇ ਜਾ ਕੇ ਡੇਰੇ ਤੇ ਬਹਿ ਗਿਆ, ਕੋਈ ਕਿਤੇ ਜਾ ਕੇ ਡੇਰੇ ਤੇ ਬਹਿ ਗਿਆ ਵੀ ਜਿੱਦਾਂ ਉੱਥੇ ਸਭ ਕੁਝ ਮਿਲ ਜਾਣਾ। ਉਹ ਸਾਨੂੰ ਆਪੇ ਬੀਜ ਆਪੇ ਖਾ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ ਚਾਹੇ ਵਿਗਾੜੀਏ। ਸਿਧਾਂਤ ਦੇਣਾ ਸੀ ਗੁਰੂ ਨੇ, ਉਹ ਦੇ ਦਿੱਤਾ ਸੀ, ਅਸੀਂ ਉਹਦੀ ਕਮਾਈ ਕਰਨੀ ਸੀ। ਸਾਡਾ ਸਿੱਖ ਤੇ ਗੁਰੂ ਦਾ ਰਿਸ਼ਤਾ ਰਹਿਣਾ ਸੀ। ਪਹਿਲੀ ਸਿੱਖੀ ਮੇਰੇ ਕੋਲ ਆਈ ਸੀ ਮੇਰੇ ਪਿਓ ਤੋਂ, ਜਿੱਥੇ ਉਹਦੀ ਜ਼ਮੀਨ ਆਈ ਸੀ, ਮਕਾਨ ਆਇਆ ਸੀ, ਸਿੱਖੀ ਆਈ ਸੀ। ਇਹੋ ਸਿੱਖੀ ਮੈਂ ਆਪਣੇ ਬੱਚੇ ਨੂੰ ਦੇ ਕੇ ਜਾਣੀ ਸੀ, ਉਹਨਾਂ ਅੱਗੇ ਨੇ ਬੱਚੇ ਨੂੰ ਕੋਲ ਲੈ ਕੇ ਜਾਣੀ ਸੀ, ਉਹਨਾਂ ਅੱਗੇ ਲੈ ਕੇ ਜਾਣੀ ਸੀ। ਫਿਰ ਹਜ਼ਾਰਾਂ ਸਾਲ ਤੱਕ ਸਿੱਖ ਕੌਮ ਖੜੀ ਰਹਿਣੀ। ਤੇ ਜੇ ਤੁਸੀਂ ਇੱਕ ਕੜੀ ਟੁੱਟ ਗਈ, ਹੁਣ ਜਿੱਦਾਂ ਹੁਣ ਟੁੱਟੀ ਹੈ ਪੰਜਾਬ ਸਿੱਖਾਂ ਦੀ ਕੜੀ, ਇਹ ਬਹੁਤ ਸੀਰੀਅਸ ਗੱਲ ਹੈ। ਅਸੀਂ ਕਦੇ ਵਿਹਲੇ ਬਹਿ ਕੇ ਅਸੀਂ ਘਰ ਵਾਸਤੇ ਕੰਮ ਕੀਤਾ, ਰਿਸ਼ਤੇਦਾਰਾਂ ਵਾਸਤੇ ਕੰਮ ਕੀਤਾ, ਪਰ ਅਸੀਂ ਕਦੇ ਕੌਮ ਬਾਰੇ ਨਹੀਂ ਸੋਚਿਆ। ਕੌਮ ਦਾ ਇਹੋ ਸੋਚਿਆ ਵੀ ਲੰਗਰ ਲਾ ਦਿਓ, ਫਿਰ ਜੋ ਮਰਜ਼ੀ ਕਰੋ, ਕੇਸ ਕਟਾਓ, ਸ਼ਰਾਬ ਪੀਓ, ਬਾਬੇ ਕੋਲ ਵੀ ਜਾਇਓ, ਉਹਨੂੰ ਵੀ ਖੁਸ਼ ਰੱਖੋ, ਉਹਨੂੰ ਵੀ ਖੁਸ਼ ਰੱਖੋ ਬਾਬੇ ਨੂੰ, ਤੇ ਬਾਕੀ ਜੋ ਮਰਜ਼ੀ ਕਰ ਲੋ। ਬਾਬੇ ਨੇ ਸਾਡੇ ਸਾਰੇ ਗੁਨਾਹ ਮਾਫ ਕਰ ਦੇਣੇ। ਬਾਬੇ ਨੇ ਕਾਲੀ ਗੱਡੀ ਲੈ ਕੇ ਆਣਾ, ਸ਼ੀਸ਼ੇ ਬੰਦ ਕਰਕੇ। ਜਿੱਦਣ ਮੈਂ ਮਰਨਾ ਉਹਨਾਂ ਮੈਨੂੰ ਸਿੱਧੇ ਤੌਰ ਤੇ ਉਹ ਗੱਡੀ 'ਚ ਬਿਠਾ ਲੈਣਾ ਤੇ ਸਿੱਧੇ ਉਹਨਾਂ ਆਪਣੀ ਪਤਾ ਨਹੀਂ ਕਿੱਥੇ ਨੂੰ ਲੈ, ਕੀ ਗੱਲਾਂ ਤੁਹਾਡੇ 'ਚ ਕੀਤੀਆਂ ਗਈਆਂ ਕੀ ਨਹੀਂ ਕੀਤੀਆਂ ਗਈਆਂ, ਸਾਰਾ ਕੁਝ ਦੁਖਾਂਤ ਹੈ ਤੁਹਾਡੇ ਆ ਗਿਆ। ਇਸ ਕਰਕੇ ਮੈਂ ਹੁਣ ਇੱਥੇ ਬਸ ਕਰਨੀ ਹੈ। ਮੇਰੀ ਹੱਥ ਜੋੜ ਕੇ ਸਿਮਰ ਬੇਨਤੀ ਹੈ ਸਾਰੀ ਸੰਗਤ ਨੂੰ, ਖਾਸ ਕਰਕੇ ਨਗਰ ਨਿਵਾਸੀਆਂ ਨੂੰ, ਜੇ ਇਲਾਕੇ ਦੇ ਨਿਵਾਸੀ ਸਾਧ ਸੰਗਤ ਆਈ ਹੈ, ਪਿੰਡਾਂ ਦੇ ਨੌਜਵਾਨ ਮੁੰਡੇ ਉੱਠੋ, ਤੁਹਾਡੀ ਜ਼ਿੰਦਗੀ ਆਉਣ ਵਾਲੀ ਬੜੀ ਦੂਭਰ ਹੋਣੀ ਹੈ। ਤੁਸੀਂ ਆਪਣੀਆਂ ਧੀਆਂ ਵਿਆਹਣੀਆਂ, ਤੁਸੀਂ ਆਪਣੀਆਂ ਭੈਣਾਂ ਦੇ ਘਰ ਜਾਣਾ। ਜਿਹੜੀ ਭੈਣ ਦਾ ਭਰਾ ਨਸ਼ੇ ਲੈਂਦਾ ਉਹਦੀ ਉਸ ਘਰ ਵਿੱਚ ਕੋਈ ਇੱਜ਼ਤ ਨਹੀਂ। ਜਿਹੜੀ ਘਰ ਵਾਲੀ ਦਾ ਬੰਦਾ ਨਸ਼ੇ ਪੀਂਦਾ, ਉਹ ਘਰ ਵਾਲੀ ਫੁੱਟ ਫੁੱਟ ਕੇ ਰੋ ਰਹੀ ਹੈ। ਸਿੱਧੇ ਹੋ ਕੇ ਖੰਡੇ ਦੀ ਪੌਲ ਛਕੋ। ਜਿਹੜਾ ਨਹੀਂ ਪੌਲ ਸਕਦਾ ਉਹਦਾ ਸਮਾਜਿਕ ਬਾਈਕਾਟ ਕਰੋ। ਉਹਦੇ ਘਰੇ ਕੋਈ ਪਾਠ ਨਹੀਂ ਕਰਨਾ, ਉਹਨੂੰ ਕੋਈ ਲੜਕੀ ਨਹੀਂ ਦੇਣੀ, ਉਹਦੇ ਕੋਈ ਖੁਸ਼ੀ 'ਚ ਨਹੀਂ ਜਾਣਾ, ਉਹਨੂੰ ਕਿਸੇ ਆਪਣੇ ਘਰ ਨਹੀਂ ਸੱਦਣਾ। ਬਸ ਇੰਨੀ ਗੱਲ ਨਾਲ ਸਾਰਾ ਸਿਸਟਮ ਠੀਕ ਹੋਣਾ। ਨਹੀਂ, ਇਹ ਠੀਕ ਨਹੀਂ ਹੋ ਰਿਹਾ। ਗੁਰੂ ਦੀ ਖੁਸ਼ੀ ਮਿਲਣੀ ਹੈ, ਉਹਨਾਂ ਦਾ ਜੀਵਨ ਉੱਚਾ ਹੋਣਾ, ਉਹਨਾਂ ਦੇ ਘਰ 'ਚ ਸਾਰੇ 'ਚ ਸੁੱਖ ਸ਼ਾਂਤੀ ਆਣੀ ਹੈ। ਨਸ਼ੇ ਛੱਡ ਕੇ, ਬਾਣੀ ਪੜ੍ਹ ਕੇ, ਬਾਣੀ ਨੂੰ ਵਰ ਦਿੱਤੇ ਹੋਏ ਮੇਰੇ ਪਾਤਸ਼ਾਹ ਨੇ, ਪੜ੍ਹੋ ਸੁਖਮਨੀ ਸਾਹਿਬ ਦੀ ਬਾਣੀ।
ਮਗਲੀ ਜਿਹੜਾ 24ਵੀਂ ਅਸ਼ਟਪਦੀ ਬਰ ਦੇਖੋ ਮਗਰੋਂ ਜਾ ਕੇ ਦਿੱਤੇ। ਇਹ ਨਿਧਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਕੀ ਗਤ ਹੋਏ। ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ। ਸਗਲ ਮੁਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਸਰਾਮ। ਕੋਟ ਅਪਰਾਧ ਸਾਧ ਸੰਗ ਮਿਟੈ। ਸਾਧ ਸੰਗਤ ਕਰਨੀ ਸੀ ਤੁਸੀਂ 2 ਟਾਈਮ। ਸਾਧ ਸੀ ਤੁਹਾਡੇ ਕੋਲ ਇਸ ਟਾਈਮ ਸ੍ਰੀ ਗੁਰੂ ਗ੍ਰੰਥ ਸਾਹਿਬ, ਜਿਹਨੂੰ ਗੁਰੂ ਪਾਤਸ਼ਾਹ ਨੇ ਤੁਹਾਨੂੰ ਲੜ ਲਾਇਆ, ਜਿਹਦੇ ਤਾਂ ਤੁਹਾਨੂੰ ਇਹਨੇ ਵਹਿਮ ਚੋਂ ਕੱਢਿਆ ਵੀ ਤੁਹਾਨੂੰ ਪੂਰੇ ਗੁਰੂ ਦਾ ਨਹੀਂ ਪਤਾ ਲੱਗਣਾ। ਸਿੱਖੋ, ਮੈਂ ਤੁਹਾਨੂੰ ਪੂਰਾ ਗੁਰੂ ਦੱਸ ਕੇ ਚੱਲਿਆ। ਮੇਰਾ ਸਿੱਖ ਕੋਈ ਵੀ ਗਮਰਾਹ ਨਾ ਹੋਏ। ਮੈਂ ਉਹਨੂੰ ਹੁਕਮ ਕਰਦਾ ਕਿ ਸਭ ਸਿੱਖਾਂ ਨੂੰ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਨੂੰ ਪਤਾ ਆ ਕਿ ਇਸ ਟਾਈਮ ਕੌਣ ਹੈ ਕਲਯੁਗ ਦਾ ਗੁਰੂ। ਤੁਸੀਂ ਭੰਬਲ ਪੁੱਛੇ ਪਾ ਜਾਣਾ। ਅੱਜ ਉਹੀ ਹਾਲਤ ਸਾਡੇ ਨਾਲ ਹੋ ਗਈ। ਇਸ ਕਰਕੇ ਮੇਰੀਆਂ ਧੀਆਂ ਨੂੰ ਵੀ ਚਾਹੀਦਾ ਉਸ ਬੰਦੇ ਨੂੰ ਸਿਲੈਕਟ ਨਾ ਕਰੋ ਜਿਹਦੇ ਘਰ 'ਚ ਸਿੱਖੀ ਨਹੀਂ ਹੈ। ਉਹਦੇ ਘਰ ਜਾਣ ਦਾ ਯਤਨ ਨਾ ਕਰੋ। ਲਿਆਏ ਜਿੱਥੋਂ ਲਿਆਣੀ ਕੁੜੀ ਉਹਨੇ ਲਿਆਣ। ਜੇ ਬਾਅਦ 'ਚ ਦੁਖੀ ਹੋਣਾ, ਨਿਆਣੇ ਦੁਖੀ ਕਰਨੇ, ਇਹ ਕਿੱਥੋਂ ਕੁੜੀ ਲੈ ਕੇ ਆਣਗੇ? ਇਹਨਾਂ ਨੂੰ ਕੌਣ ਕੁੜੀ ਦਊਗਾ? ਮੁਸਲਮਾਨ ਦੇ ਦੇਣਗੇ ਇਹਨਾਂ ਨੂੰ। ਜਿੰਨਾ ਚਿਰ ਕਲਮਾ ਨਹੀਂ ਪੜ੍ਹਦੇ ਉਹਨਾਂ ਚਿਰ ਕੋਈ ਮੁਸਲਮਾਨਾਂ ਨੂੰ ਕੁੜੀ ਨਹੀਂ ਦਊਗਾ। ਜਾਂ ਫਿਰ ਸਿੱਧੇ ਹੋ ਕੇ ਖੰਡੇ ਦੀ ਪੌਲ ਛਕੋ। ਜਿਹੜੇ ਬਾਕੀ ਸੈਕਟ ਨੇ ਉਹਨਾਂ ਵਿੱਚ ਵੀ ਮੈਂ ਕਹੂੰਗਾ ਜਿਹੜੇ ਬੜੀ ਪ੍ਰੋਬਲਮ ਆ ਰਹੀ ਹੈ। ਮੇਰੇ ਕੋਲ ਕਈ ਕੇਸ ਆਏ ਨੇ। ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ। ਮੈਂ ਰਾਧਾ ਸਵਾਮੀ ਨੂੰ ਕੋਈ ਮਾੜਾ ਨਹੀਂ ਕਹਿੰਦਾ, ਨਿਰੰਕਾਰ ਕਿਸੇ ਬਾਬੇ ਨੂੰ ਮੈਂ ਮਾੜਾ ਨਹੀਂ। ਮੈਂ ਹਰ ਕਦਾ ਚੰਗੇ ਬੰਦੇ ਦਾ ਸਤਿਕਾਰ ਕਰੂੰਗਾ। ਪਰ ਮੈਨੂੰ ਇਹ ਦੁੱਖ ਹੈ ਵੀ ਜਦੋਂ ਸਾਡੀ ਧੀ ਕਿਸੇ ਰਾਧਾ ਸਵਾਮੀ ਦੇ ਘਰ ਗਈ, ਮੇਰੇ ਭਰਾ ਦੇ, ਉਹ ਵੀ ਉਹਦੇ ਨਾਮ ਮਗਰ ਸਿੰਘ ਲੱਗਿਆ। ਹੁਣ ਮੈਨੂੰ ਇਹ ਵੀ ਇੱਕ ਤੁਹਾਡੇ ਨਾਲ ਗੱਲ ਥੋੜੀ ਬੇਨਤੀ ਹੋ ਸਕਦਾ ਮੈਨੂੰ, ਹੁਣ ਹੈ ਤਾਂ ਮੈਂ ਸ਼ਦਾਈ ਤਾਂ ਹੈਗਾ ਵੀ ਇੱਕ ਟੌਪਿਕ ਚੱਲਿਆ, ਉਹਦੇ ਵਿੱਚ ਇਹ ਗੱਲ ਹੋਈ ਹੈ ਵੀ ਬੰਦੇ ਗਮਰਾਹ ਕਿਉਂ ਹੋਏ। ਗਮਰਾਹ ਹੋਣ ਦਾ ਮਤਲਬ ਇਹ ਹੋਇਆ, ਉਹਦੇ ਚ ਮੈਂ ਛੋਟੀ ਜਿਹੀ ਤੁਹਾਡੇ ਨਾਲ ਪਹਿਲਾਂ ਕਹਾਣੀ ਸਾਂਝੀ ਕਰਾਂ। ਉਹ ਇਹ ਹੈ, ਮੈਂ ਪਿੱਛੇ ਸੁਣਿਆ ਵੀ ਸਾਡੇ ਪਿੰਡਾਂ 'ਚ ਕੋਈ ਸ਼ਿਕਾਰੀ ਲੋਕ ਹੁੰਦੇ ਸਨ। ਉਹ ਸ਼ਿਕਾਰੀ ਲੋਕ ਕੀ ਕਰਦੇ ਸਨ? ਬਟੇਰੇ ਪਾਲਦੇ ਸਨ। ਬਟੇਰੇ ਪਾਲਣੇ ਉਹਨੇ, ਪਾਲਤੂ ਬਟੇਰੇ। ਜਿਵੇਂ ਆ ਪਿੰਡ ਹੈਗਾ ਬਰਸਾਲ ਚੱਕ, ਇਸ ਪਿੰਡ ਦਾ ਸ਼ਿਕਾਰੀ ਹੈ। ਉਹਨਾਂ ਪਰਲੇ ਪਾਸੇ ਨੂੰ ਜਿਹੜਾ ਭਰਥ ਮਠੋਲਾ, ਉਹਨਾਂ ਦੀ ਕਣਕਾਂ 'ਚ ਜਾ ਕੇ ਆਪਣੇ ਬਟੇਰੇ ਛੱਡ ਦੇਣੇ, ਜਾਲ ਲਾ ਦੇਣਾ, ਚੋਗਾ ਪਾ ਦੇਣਾ। ਉਹਨੇ ਬਟੇਰਿਆਂ ਨੇ ਉੱਥੇ ਜਾ ਕੇ ਬੋਲੀ ਬੋਲਣੀ। ਬਟੇਰੇ ਨੂੰ ਹੱਥ ਨਹੀਂ ਬੋਲਣਾ ਉਹਨੇ। ਜਦੋਂ ਨਹੀਂ ਬੋਲਣਾ ਤੇ ਜਿਹੜੇ ਉੱਥੋਂ ਦੇ ਜੰਗਲੀ ਬਟੇਰੇ ਹੋਣੇ ਕਣਕਾਂ ਦੇ, ਉਹ ਉਹਨਾਂ ਦੇ ਲਾਗੇ ਆ ਜਾਣ ਵੀ ਸਾਡੇ ਭਰਾ ਬੋਲਦੇ ਨੇ, ਸਾਡੀ ਬੋਲੀ ਬੋਲਣ ਦੇ ਨੇ। ਪੁੱਛੀਏ ਵੀ ਕੋਈ ਕਿੱਥੋਂ ਆਏ ਹੋ, ਕੋਈ ਦੁਖੀ ਸੋਖੀ ਤਾਂ ਨਹੀਂ, ਕੋਈ ਤੁਹਾਨੂੰ ਸਾਡੀ ਲੋੜ ਤਾਂ ਨਹੀਂ, ਤੁਸੀਂ ਆਏ ਸਾਡੇ ਕੋਲ ਪ੍ਰਾਹੁਣੇ ਪਰੂਣੇ। ਉਹਨੇ ਆ ਜਾਣਾ। 10 15 20 ਆ ਗਏ। ਉਹਨਾਂ ਦੇਖਿਆ, ਉਹਨੇ ਹੁਣ ਉਹਨਾਂ ਦੇ ਨਾਲ ਉਹਨੇ ਵੀ ਚੋਗਾ ਚੁਗਲਣਾ ਪੈਣਾ ਉੱਥੇ ਵੀ ਸਾਡੇ ਭਰਾ ਨੇ। ਉਹਨਾਂ ਕੀ ਕਰਨਾ ਸ਼ਿਕਾਰੀ ਨੇ? ਉਹਨਾਂ ਉਹ ਸਾਰੇ ਬਟੇਰੇ ਜੇ ਇਕੱਠੇ ਕਰਨੇ, ਬਟੇਰੇ ਇਕੱਠੇ ਕਰਕੇ ਉਹਨਾਂ ਜਾਲ ਪਿੱਛੇ ਲਾਣਾ ਤੇ ਘਰ ਲੈ ਜਾਣਾ। ਤੇ ਉਹ ਜਿਹੜੇ ਜਿੰਨੇ ਹੋਣੇ ਸਾਰੇ ਬਟੇਰੇ ਬਾਹਰਲੇ ਜੰਗਲੀ, ਉਹ ਸਾਰੇ ਇਹਨਾਂ ਮਰੋੜ ਲੈਣੇ। ਆਪਣੇ ਹੱਥ ਥੋੜੇ ਥੋੜੇ ਲਾਲ ਨਿਸ਼ਾਨ ਲਾਏ ਹੁੰਦੇ ਸੀ, ਆਪਣੇ ਕੱਢ ਕੇ ਫੇਰ ਰੱਖ ਲੈਣੇ। 10 15 ਦਿਨ ਨਾਲ ਰੋਜ਼ ਮੀਟ ਖਾਣਾ ਬਟੇਰੇ ਦਾ, ਨਾਲੇ ਸ਼ਰਾਬ ਪੀਣੀ। ਤੇ ਫੇਰ ਉਹਨਾਂ ਜਦੋਂ ਮੁੱਕ ਗਏ ਫੇਰ ਉਹਨਾਂ ਜਾਲ ਚੁੱਕਣਾ। ਤੇ ਮੈਨੂੰ ਪਤਾ ਨਹੀਂ ਅੱਜ ਤੁਹਾਡੇ ਕਿਹੜੇ ਕਿਹੜੇ ਪਿੰਡ ਨੇ, ਕਿਸੇ ਅੱਜ ਇੱਥੇ ਸਾਊਂਡ ਦਾ ਉੱਤੇ ਲਿਖਿਆ ਵਾ ਨਹੀਂ ਹੋ ਰਹੇ ਕੋਈ ਧਾਰੀਵਾਲ ਸੋਈਆਂ, ਧਾਰੀਵਾਲ ਸੋਈਆਂ ਦੇ ਪੈਲੀਆਂ ਜਾ ਕੇ ਲਾਤਾ ਜਾਲ, ਉੱਥੇ ਆਪਣੇ ਬਟੇਰੇ ਲੈ ਗਿਆ, ਉੱਥੋਂ ਵੀ ਬਟੇਰੇ ਫਸ ਗਏ, ਉਹ ਵੀ ਲਿਆਂਦੇ। ਫਿਰ ਉਹਨਾਂ ਮਤਲਬ 2-3 ਮਹੀਨੇ ਚੰਗਾ ਉਹਨਾਂ ਬਟੇਰੇ ਖਾਦੇ। ਹੁਣ ਬਟੇਰੇ ਫਸੇ ਕਿਉਂ? ਗੱਲ ਸਾਡੀ ਇੱਧਰ ਆਣੀ। ਬਟੇਰੇ ਤਾਂ ਫਸੇ, ਉਹਨਾਂ ਦੀ ਬੋਲੀ ਵੀ ਬਟੇਰੇ ਵਾਲੀ ਸੀ ਤੇ ਉਹਨਾਂ ਦੀ ਸ਼ਕਲ ਵੀ ਬਟੇਰੇ ਵਾਲੀ, ਦੋ ਚੀਜ਼ਾਂ ਸੀ। ਹੁਣ ਤੁਸੀਂ ਕਿਦਾਂ ਫਸੇ? ਉਹ ਬੰਦੇ ਦਾ ਨਾਂ ਵੀ ਸਿੱਖਾਂ ਵਾਲਾ, ਸਿੰਘ ਮਗਰ ਲੱਗਿਆ। ਨਾਂ ਮਗਰ ਕੀ ਲੱਗਿਆ? ਗੁਰਬਚਨ ਸਿੰਘ। ਸਿਰ ਤੇ ਟੋਪੀ ਪਾਈ ਕਿ ਦਸਤਾਰ ਸਜਾਈ ਹੈ? ਦਸਤਾਰ ਸਜਾਈ ਹੈ। ਦਾੜੀ ਹੈਗੀ ਇੱਕ ਕੱਟੀ ਹੈ? ਹੈਗੀ ਹੈ। ਬੋਲਦਾ ਅੰਗਰੇਜ਼ੀ ਕਿ ਪੰਜਾਬੀ? ਪੰਜਾਬੀ। ਤੇ ਬਾਣੀ ਕਿਹਦੇ ਤੋਂ ਲੈ ਲਿਆ? ਸ੍ਰੀ ਗੁਰੂ ਖੁੱਲਾ ਭੰਡਾਰ ਪਿਆ, ਜਿਹੜਾ ਮਰਜ਼ੀ ਲੈ ਲਓ ਇਹਨੂੰ। ਬਾਣੀ ਉੱਥੋਂ ਲੈ ਲਈ, ਬੋਲੀ ਤੁਹਾਡੀ ਬੋਲ ਪਿਆ ਤੇ ਗੁਰੂ ਆਪ ਬਣ ਗਿਆ ਤੇ ਤੁਹਾਨੂੰ ਪੈਰਾਂ ਤੇ ਮੱਥਾ ਟਿਕਾਣ ਲੱਗ ਪਿਆ। ਤੁਸੀਂ ਕਿਉਂ ਫਸ ਗਏ? ਇਸ ਕਰਕੇ ਫਸ ਗਏ। ਫਿਰ ਉਹਦਾ ਅੱਗਾ ਕੰਮ ਚੱਲ ਪਿਆ। ਜਦੋਂ ਉਹਦੇ ਕੋਲ 2000 ਬੰਦਾ ਹੋ ਗਿਆ, ਫਿਰ ਉਹਦੀ ਦੁਕਾਨ ਗਰਮ ਹੋ ਗਈ ਤੇ ਤੁਸੀਂ ਖਿੱਚ ਕੇ ਲੋਕਾਂ ਨੂੰ ਲੈ ਗਏ। ਉਹ ਨਹੀਂ, ਉੱਥੇ ਨਹੀਂ ਜਾਣ ਦੇ, ਖੰਡੇ ਦੀ ਪੌਲ ਨੂੰ ਛਕਣ ਦੀ ਕੀ ਲੋੜ ਹੈ? ਕਿਰਪਾਨ ਪਾਣੀ ਪੈਣੀ ਆ, ਪਿਛਾਰਾ ਰੱਖਣਾ ਪੈਣਾ ਆ, ਦਾੜੀ ਰੱਖਣੀ ਪੈਣੀ ਹੈ, ਉਹ ਕੰਘਾ ਇੱਕ ਪਛਾਣਾ ਪੈਣਾ, ਇੱਕ ਕੜਾ ਰੱਖਣਾ ਪੈਣਾ। ਐਨੇ ਕੰਮ ਕੌਣ ਕਰੂਗਾ? ਉਹ ਬਾਬੇ ਕੋਲ ਜਾ ਕੇ ਨਾਮ ਲੈ ਲਈਏ, ਉਹਨਾਂ ਤੁਹਾਨੂੰ ਜਾਣਦਿਆਂ ਰੱਬ ਦੇ ਵੀ ਦਰਸ਼ਨ ਕਰਾ ਦੇਣਾ। ਇਹਨਾਂ ਬਾਬਿਆਂ ਕੋਲ, ਪੰਜਾਂ ਪਿਆਰਿਆਂ ਕੋਲ ਰੱਬ ਦੇ ਦਰਸ਼ਨ ਨਹੀਂ ਹੋਣੇ।
ਉਹਨੇ ਜਾਂਦਿਆਂ ਦਰਸ਼ਨ ਕਰਾਣੇ, ਕਿੱਦਾਂ ਕਰਾ ਦੇਣੇ, ਏਦਾਂ ਕਰਾ ਦੇਣੇ। ਆਹ ਕੀ ਆ, ਧਰਤੀ ਆ, ਆਹ ਕੀ ਆ, ਆਕਾਸ਼ ਆ, ਬਸ ਇਹਨਾਂ ਦੋਹਾਂ ਦੇ ਵਿੱਚ ਕੀ ਹੈ, ਬਸ ਇਹ ਰੱਬ ਹੈ, ਅੱਲਾ ਆ ਰੱਬ ਹੈ, ਕੋਈ ਲੋੜ ਨਹੀਂ ਜਾਣ ਦੀ ਕਿਤੇ। ਜਿੱਧਰ ਨੂੰ ਕਿਸੇ ਨੂੰ ਇਹਨੂੰ ਮੈਂ ਕਹਿਣਾ ਹੁੰਨਾ ਵੀ ਜੀਨਾ ਲਾਈ ਗੱਲੀ ਉਹਦੇ ਨਾਲੇ ਉੱਠ ਚੱਲੀ, ਤੇ ਕੌਮ ਰਹਿ ਗਈ ਖਾਲੀ। ਇਸ ਟਾਈਮ ਬੜੇ ਦੁਖਾਂਤ ਹੈ। ਇਸ ਕਰਕੇ ਪਿਆਰਿਓ, ਤੁਹਾਨੂੰ ਬਹੁਤ ਕਰਨ ਦੀ ਲੋੜ ਹੈ। ਹੁਣ ਯਤਨਸ਼ੀਲ ਹੋ, ਹਰ ਦਿਨ ਤੁਹਾਡੇ ਵਾਸਤੇ ਬੜਾ ਕੀਮਤੀ ਹੈ, ਹਰ ਘੜੀ ਬੜੀ ਕੀਮਤੀ ਹੈ। ਪਿੰਡਾਂ ਦੇ ਗੁਰਦੁਆਰਿਆਂ 'ਚ ਇਕੱਠੇ ਹੋ, ਗੁਰਦੁਆਰੇ ਦੇ ਨਾਲ ਇੱਕ ਲੰਗਰ ਹਾਲ ਤਿਆਰ ਕਰੋ। ਇਹ ਪਹਿਲੀ ਕੌਮ ਹੈ ਜਿੱਥੇ ਇੱਕ ਲੰਗਰ ਹਾਲ ਬਣਾਇਆ ਗਿਆ। ਇਹ ਪਹਿਲੀ ਕੌਮ ਹੈ ਜਿੱਥੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਗਈ। ਆਪ ਆਪਣੇ ਪ੍ਰਸ਼ਾਦ ਹੁੰਦੇ ਨੇ, ਕਿਸੇ ਕੌਮ ਦਾ ਇਹ ਪ੍ਰਸ਼ਾਦ ਨਹੀਂ ਹੈ। ਇਹ ਕੇਵਲ ਸਿੱਖ ਕੌਮ ਦਾ ਪ੍ਰਸ਼ਾਦ ਹੈ, ਜਿਹਦੇ 'ਚ ਬਰਾਬਰ ਮਿੱਠਾ, ਬਰਾਬਰ ਆਟਾ, ਬਰਾਬਰ ਘਿਓ ਪਾਇਆ ਗਿਆ ਦੇਸੀ। ਤੇ ਬੁੱਢੇ ਤੋਂ ਬੁੱਢਾ ਖਾਏ, ਛੋਟੇ ਤੋਂ ਛੋਟਾ ਖਾਏ, ਦੰਦਾਂ ਦੀ ਕੋਈ ਲੋੜ ਨਹੀਂ, ਤੇ ਤਾਕਤ ਪੂਰੀ। ਤੇ ਮਾੜੀ ਮੋਟੀ ਬੁੱਢਿਆਂ ਦੀ ਖੁਸ਼ਕੀ ਵੀ ਠੀਕ ਕਰੂਗਾ। ਬਾਹਰ ਜਾ ਜਿਹੜਾ ਘਿਓ ਵਾਲਾ ਹੱਥ ਹੈ ਉਹ ਸਾਰਾ ਖੁਸ਼ਕੀ ਮੂੰਹ ਦਾ ਕੱਢ ਦੂਗਾ। ਜਿਹਨੂੰ ਵਿਚਾਰੇ ਨੂੰ ਕਦੇ ਘਰੋਂ ਤੇਲ ਨਹੀਂ ਮਿਲਿਆ ਸਰੋਂ ਦਾ, ਉਹ ਵੀ ਉੱਥੇ ਗੁਰਦੁਆਰੇ ਜਾ ਕੇ ਥੋੜਾ ਜਿਹਾ ਆਪਣੀ ਚਿਹਰੇ ਨੂੰ ਰੌਣਕ ਦੇ ਦੂਗਾ। ਉਹ ਪ੍ਰਸ਼ਾਦ ਤੁਹਾਡੇ ਕੋਲ, ਐਡਾ ਉੱਚਾ ਨਿਸ਼ਾਨ ਤੁਹਾਡਾ। ਤੁਹਾਡੇ ਗੁਰਦੁਆਰੇ ਦੇ ਬੂਹੇ 4 ਸਾਰੇ ਸਾਂਝੇ, ਸਾਰੇ ਵਾਸਤੇ। ਤੁਹਾਡਾ ਗ੍ਰੰਥ ਪਹਿਲਾ ਦੁਨੀਆ ਦਾ ਜਿਹਨੂੰ ਗੁਰੂ ਥਾਪਿਆ ਗਿਆ, ਤੁਹਾਡੀ ਪਹਿਲਾ ਬੋਲਾ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਇਹ ਤੁਹਾਡੇ ਕੋਲ। ਸਾਬਤ ਸੂਰਤ ਦਸਤਾਰ ਸਿਰਾ ਰੱਬ ਦੀ ਭੰਨ, ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ ਕਾਫਰ ਕੁੱਤਾ, ਦਰਗਾਹ ਢੋਈ ਨਾਲ ਹੈ ਕਾਫਰ ਕੁੱਤਾ ਸ਼ੈਤਾਨ। ਜਨਮ ਸਾਖੀ ਦੇ ਬਚਨ ਤੇ ਗੁਰੂ ਪਾਤਸ਼ਾਹ ਦੇ ਬਚਨ ਕਿ ਜਿਹੜਾ ਮੇਰਾ ਭੱਦਣ ਕਰਾਊਗਾ ਜਾਂ ਕੇਸ ਕੱਟੂਗਾ, ਉਹਦੇ ਨਾਲ ਹਾਂ ਇੱਕ ਫਕੀਰ ਬੰਦਾ ਉਹ ਆਪਣੀ ਜ਼ਿੰਦਗੀ ਕਿਸੇ ਤਰੀਕੇ ਨਾਲ ਵੀ ਖੁੱਲਾ ਡੁੱਲਾ ਕਰ ਸਕਦਾ। ਉੱਥੇ ਮੈਂ ਕਹਿ ਦਿੰਦਾ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਕਿ कह लो स्त्री औरत ईमान, पुत्र निशान, दौलत गुजरान, फकीर ना हिंदू ना मुसलमान। फकीर दा किसी धर्म नाल वास्ता नहीं, ओगे निकल जांदा इन्हां गल्लां। हद टप्पे औलिया, बेहद टप्पे पीर, हद ते बेहद दोए टप्पे, उहदा नाम फकीर। फकीर एक अपनी लाइफ है, उहदा च तुसीं तलुणा नहीं कर सकदे। उहदे बारे मैं कुछ नहीं कहंदा, मेरे वास्ते सत्कारयोग है। पर ਅਸੀਂ ਸਿੱਖ ਹੈ, ਸਾਡਾ ਸਮਾਜ ਹੈ, ਸਾਡੇ ਬੱਚੇ ਨੇ, ਸਾਡਾ ਪਿਛੋਕੜ ਹੈ। ਇਹ ਦੁਨੀਆ ਦੀ ਪਹਿਲੀ ਅਰਦਾਸ ਹੈ ਤੁਹਾਡੇ ਕੋਲ, ਜਿਹਦੇ ਤੁਹਾਨੂੰ ਰੋਜ਼ ਆਪਣੇ ਬਜ਼ੁਰਗਾਂ ਨੂੰ ਯਾਦ ਕੀਤਾ ਗਿਆ, ਜਿਨੀ ਨਾਮ ਜਪਿਆ, ਬਣ ਛਕਿਆ, ਧਰਮ ਹਿਤ ਸੀਸ ਦਿੱਤੇ। ਕਿਸੇ ਕੋਲ ਵੀ ਐਡਾ ਵਿਰਸਾ ਨਹੀਂ ਹੈ ਜਿਹੜੇ ਰੋਜ਼ ਉਹਨੂੰ ਯਾਦ ਕਰਦੇ ਹੁਣ। ਤੁਸੀਂ ਇਹ ਲੋਕ ਬੈਠੇ ਤੇ ਤੁਹਾਡੇ ਕੋਲ ਇੱਕ ਬੋਲਾ ਹੈ, ਤੁਹਾਡਾ ਇੱਕ ਜਕਾਰਾ ਹੈ, ਬੋਲੇ ਸੋ ਨਿਹਾਲ। ਇਹ ਤੁਹਾਡੇ ਕੋਲ ਸਾਧ ਸੰਗਤ, ਇਹ ਤੁਹਾਡਾ ਜਕਾਰਾ, ਜਿਹੜੇ ਜਕਾਰੇ ਥੱਲੇ ਤੁਹਾਡੀ ਫੌਜ ਲੜਦੀ ਹੈ, ਹਜੇ ਤੱਕ ਲੜਦੀ ਹੈ। ਔਰ ਫੌਜ ਦੇ ਉੱਤੇ ਕੇਸਰੀ ਨਿਸ਼ਾਨ ਲੱਗਿਆ ਤੇ ਨਾਲ ਬੈਂਡ ਵਜਾਇਆ ਜਾਂਦਾ, ਨਾਲੇ ਉਹਨਾਂ ਦੇ ਅੰਦਰ ਜੋਸ਼ ਭਰਿਆ ਜਾਂਦਾ। ਇਹ ਲਾਲਚ ਹੋਂ ਗੁਣ ਤੋਂ ਉਚਰੋਂ, ਜਬ ਆਪ ਕੀ ਔਦ ਨਿਧਾਨ ਬਣੇ ਆਥੀ ਰਣ ਮੈਂ ਤਬ ਜੂਝ ਮਰੂ। ਇਹ ਤੁਹਾਡੇ ਕੋਲ ਹੈ ਸਾਰਾ ਕੁਝ। ਤੁਸੀਂ ਕਿੱਥੇ ਚਲੇ ਗਏ? ਤੁਸੀਂ ਓਕੇ ਟਾਟਾ ਤੇ ਆ ਗਏ, ਤੁਸੀਂ ਸਤਿ ਸ੍ਰੀ ਅਕਾਲ ਤੇ ਆ ਗਏ, ਇੱਥੇ ਨਹੀਂ ਰਹੇ। ਤੁਸੀਂ ਪਤਾ ਨਹੀਂ ਕਿੱਥੇ ਕਿੱਥੇ ਚਲੇ ਗਏ। ਇੱਕ ਨਵੀਂ ਬੋਲਾ ਆਇਆ ਵਾ, ਇੱਕ ਦੂਜੇ ਨੂੰ ਮਿਲਣਾ, ਉੱਥੇ ਸਤਿ ਸ੍ਰੀ ਅਕਾਲ ਨਹੀਂ ਕਹਿਣੀ। ਇੱਥੇ ਜਿਹੜੇ ਅੰਸ਼ੂ ਰੋਸ਼ ਨਾਲ ਲੋਕ ਪੰਜਾਬ ਦੇ ਸਿੱਖ ਜਿਹੜੇ ਆਪਣੇ ਮਗਰ ਲਾਏ, ਉਹਨਾਂ ਦੇ ਨਾਂ ਆਨੰਦ ਰੱਖ ਦਿੱਤਾ, ਸਿੰਘ ਨਾਮ ਵਿੱਚ ਕੱਢ ਦਿੱਤਾ। ਉਹ ਮਰਿਆ, ਹਜੇ ਤੱਕ ਉਹਦੀ ਲਾਸ਼ ਨਹੀਂ, ਇੰਨੀ ਬੇਅਦਬੀ ਉਹਦੀ ਲਾਸ਼ ਦੀ ਹੋਈ ਹੈ। ਪਰ ਜੇ ਸਾਨੂੰ ਪਤਾ ਹੁੰਦਾ ਵੀ ਸਾਡਾ ਗੁਰੂ ਕੌਣ ਹੈ, ਸ੍ਰੀ ਗੁਰੂ, ਤੇ ਹਿੰਦੂ ਉਹਨੂੰ ਗੁਰੂ ਬਣਾ ਦੇ, ਸਾਨੂੰ ਕੋਈ ਦੁੱਖ ਨਹੀਂ ਸੀ। ਈਸਾਈ ਦਾ ਕਿਸੇ ਨਾਲ ਜਾਣਾ ਨਹੀਂ ਇਹਨਾਂ ਕੋਲ, ਨਾ ਮੁਸਲਮਾਨਾਂ ਨੇ ਕਿਸੇ ਕੋਲ ਜਾਣਾ ਤੇ ਨਾ ਈਸਾਈਆਂ ਨੇ ਜਾਣਾ। ਹਿੰਦੂਆਂ ਦੇ ਗੁਰੂ ਬਹੁਤ ਤੇ ਸਿੱਖਾਂ ਦਾ ਗੁਰੂ ਕੇਵਲ ਸ੍ਰੀ ਗੁਰੂ, ਤੇ ਮਹਾਂਪੁਰਖਾਂ ਦਾ ਕੰਮ ਸਿੱਖੀ ਦਾ ਪ੍ਰਚਾਰ ਕਰਨਾ, ਗੁਰੂ ਨਾਨਕ ਦੇ ਦਰ ਤੇ ਰਸਾਈ ਪ੍ਰਾਪਤ ਕਰਨੀ। ਇਹਨਾਂ ਦਾ ਸਾਰਿਆਂ ਦਾ ਕੰਮ ਹੈ, ਗ੍ਰੰਥੀਆਂ ਦਾ ਕੰਮ, ਕੀਰਤਨ। ਜੇ ਅਸੀਂ ਸਾਰੇ ਇੱਕ ਟੱਬਰ ਦੇ ਮੈਂਬਰ ਬਣ ਕੇ ਰਹਿੰਦੇ, ਸਿੰਘ ਤੇ ਕੌਰ, ਇਵੇਂ ਤੁਹਾਨੂੰ ਪਹਿਲਾਂ ਦੱਸਿਆ, ਤੁਹਾਡੀ ਕੌਮ ਜਿਹੜੀ ਇੱਕ ਨਾਂ ਥੱਲੇ ਬੰਨੀ ਹੈ, ਅੱਜ ਤੱਕ ਕੋਈ ਕੌਮ ਇੱਕ ਨਾਂ ਥੱਲੇ ਨਹੀਂ ਬੰਨੀ। ਭਾਰਤ ਵਿੱਚ ਪਹਿਲੀ ਤੁਹਾਡੀ ਕੌਮ ਹੈ ਜਿੱਥੇ ਜਾਤ ਮੁਕਾਈ ਗਈ, ਪਰ ਤੁਸੀਂ ਅੱਜ ਜਾਤ ਨਹੀਂ ਮੁਕਾ ਰਹੇ। ਬਰਾਬਰਤਾ ਇਸਤਰੀ ਨੂੰ ਦਿੱਤੀ ਹੈ। ਇਹ ਪਹਿਲੀ ਵਾਰ ਭਾਰਤ
ਗੁਰੂ ਨਾਨਕ ਨੇ ਦਿੱਤੀ ਹੈ। ਇਹ ਯੁੱਧ ਕਰ ਸਕਦੀਆਂ, ਇਹ ਕੀਰਤਨ ਕਰ ਸਕਦੀਆਂ। ਇਹ ਆਹ ਮੇਰੇ ਸਾਹਮਣੇ, ਤੁਹਾਡੇ ਸਾਹਮਣੇ ਦੋਏ ਭੈਣਾਂ ਕੀਰਤਨ ਕਰਦੀਆਂ ਸੀ, ਢਾਡੀ ਕਲਾ ਵਰਤਦੀਆਂ ਸੀ। ਪਹਿਲਾਂ ਜਨਾਨੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਜੇ ਬੰਦਾ ਮਰ ਜਾਏ ਤੇ ਜਨਾਨੀ ਨਾਲ ਸਤੀ ਹੋ ਜਾਏ, ਜੇ ਜਨਾਨੀ ਨੇ ਸਤੀ ਨਹੀਂ ਹੋਣਾ ਤੇ ਸਾਰੀ ਜ਼ਿੰਦਗੀ ਵਿਆਹ ਨਾ ਕਰਾਏ, ਚਾਹੇ ਇੱਕ ਦਿਨ ਦਾ ਉਹਦਾ ਸੁਹਾਗ ਭੋਗ ਬਣਿਆ, ਅੱਜ ਵਿਆਹੀ ਗਈ ਤੇ ਕੱਲ ਨੂੰ ਘਰ ਵਾਲਾ ਮਰ ਗਿਆ ਤੇ ਸਾਰੀ ਜ਼ਿੰਦਗੀ ਰੰਡਾ ਹੀ ਕੱਟੂਗੀ, ਉਹ ਮੁੜ ਕੇ ਵਿਆਹ ਨਹੀਂ ਕਰਾਊਗੀ। ਬੰਦੇ ਦੀ ਘਰ ਦੀ ਮਰ ਜਾਏ ਤੇ ਬੰਦਾ ਦੋਹਰਾ ਵਿਆਹ ਕਰਾਊਗਾ, ਪਰ ਜਨਾਨੀ ਵਿਆਹ ਨਹੀਂ ਕਰਾਊਗੀ। ਉਦੋਂ ਸੁੱਕਣ ਕੇ ਰਹੋਗੇ ਸਾਰੀ ਜ਼ਿੰਦਗੀ। ਅੱਜ ਤੁਹਾਨੂੰ ਚੁੱਕ ਕੇ ਜੇ ਬਰਾਬਰ ਲਿਆਂਦਾ ਤੇ ਅੱਜ ਤੁਹਾਨੂੰ ਕੇਸ ਸਿੱਧੇ ਕਰਾਣੇ ਪੈਣਦੇ ਆ। ਅੱਜ ਤੁਹਾਨੂੰ ਬਿਊਟੀ ਪਾਰਲਰ 'ਚ ਜਾਣਾ ਪੈ ਗਿਆ। ਤੁਹਾਡੀ ਸੁੰਦਰਤਾ ਕਕਾਰਾਂ ਨਾਲ ਦਿੱਤੀ ਸੀ, ਬਾਣੀ ਨਾਲ ਤੁਹਾਨੂੰ ਸੁੰਦਰ ਬਣਾਇਆ ਸੀ। ਸਹੀ ਸੁੰਦਰ ਸੋਹਣੇ ਸਾਧ ਸੰਗੇ ਜਿਨ ਬਹਿਣੇ, ਹਰ ਤਨ ਜਿਨੀ ਸੰਜਿਆ ਸਹੀ ਗੰਭੀਰ ਅਪਾਰ ਜਿਉ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਤੁਹਾਨੂੰ ਇੱਥੇ ਉੱਚਾ ਦਰਜਾ ਦਿੱਤਾ ਤੇ ਇਹ ਕਿਹਾ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ। ਇਹ ਪਹਿਲਾ ਪੈਗੰਬਰ ਹੈ ਜਿਹਨੇ ਤੁਹਾਨੂੰ ਸਾਹਿਬ ਦਾ ਦਰਜਾ ਦੇ ਕੇ ਆਪਣੇ ਆਪ ਨੂੰ ਤੁਹਾਡਾ ਦਾਸ ਬਣਿਆ। ਸੋ ਬਹੁਤ ਕੁਝ ਹੈ। ਗੁਰੂ ਪਾਤਸ਼ਾਹ ਰਹਿਮਤ ਕਰਨ। ਮੇਰੇ ਖਾਸ ਨੌਜਵਾਨ ਭੈਣਾਂ ਤੇ ਮੈਂ ਬੱਚਿਆਂ ਨੂੰ ਬੇਨਤੀ ਜ਼ਰੂਰ ਕਰੂੰਗਾ, ਪਹਿਲੇ ਵੱਡੇ ਜਿਹੜੇ ਲੀ ਪੈ ਗਏ ਪਿੰਡਾਂ ਨੂੰ ਕਿਵੇਂ ਇਕੱਠੇ ਕਰਨਾ, ਜਿਹੜਾ ਪਿੰਡ 'ਚ ਸੇਲ ਕਰਦਾ ਨਸ਼ਾ ਉੱਥੇ ਕਿਵੇਂ ਘੇਰਨਾ, ਉਹ ਘਰ ਉਹ ਬੰਦੇ ਨੂੰ ਕਿਵੇਂ ਅੰਦਰ ਰੁਕਣਾ। ਮੇਰਾ ਪਿੰਡ ਮੇਰਾ ਘਰ, ਮੇਰਾ ਪਿੰਡ ਮੇਰਾ ਦੇਸ਼। ਗੁਰਦੁਆਰੇ ਵਿੱਚ ਸਵੇਰੇ ਜਾਣਾ, ਸ਼ਾਮ ਨੂੰ ਜਾਣਾ, ਘੱਟੋ ਘੱਟ ਇੱਕ ਦਿਨ 'ਚ 2.5 ਘੰਟੇ ਗੁਰੂ ਦੇ ਨਾਂ ਦੇ ਕੱਢਣੇ। ਉਸ ਦੇ ਨਾਲ ਜੋ ਨਿਤਨੇਮ ਹੈ ਉਹ ਕਰਨਾ, ਗ੍ਰੰਥੀ ਸਿੰਘ ਦਾ ਸਤਿਕਾਰ ਰੱਖਣਾ, ਉਹਦੀ ਚੰਗੀ ਇੰਟਰਵਿਊ, ਉਹਦੀ ਚੰਗੀ ਯੋਗਤਾ, ਉਹਦੀ ਚੰਗੀ ਅਕਮੋਡੇਸ਼ਨ ਦਿਓ। ਇੱਕ ਬੰਦੇ ਦੀ ਰੋਟੀ ਪਾਣੀ ਦਾ ਤੁਹਾਨੂੰ ਫਿਕਰ ਹੋਣਾ ਚਾਹੀਦਾ। ਪਰ ਮੈਂ ਦੁਖੀ ਹਾਂ, ਅੱਜ ਕੋਈ ਵੀ ਸਿੱਖਾਂ ਦਾ ਮੁੰਡਾ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਰਿਹਾ। ਕੋਈ ਇੱਜ਼ਤ ਨਹੀਂ ਰਹੀ। ਜਿਹੜੇ ਗ੍ਰੰਥੀ ਨੂੰ ਬਾਬਾ ਬੁੱਢਾ ਸਾਹਿਬ ਦੀ ਪਦਵੀ ਦਿੱਤੀ ਗਈ, ਜਦੋਂ ਗੁਰੂ ਅਰਜਨ ਸਾਹਿਬ ਉਦੋਂ ਥੱਲੇ ਬੈਠੇ ਨੇ, ਉਸ ਗ੍ਰੰਥੀ ਦੀ ਅੱਜ ਕੌਮ ਵਿੱਚ ਦਰਬਾਰ ਸਾਹਿਬ ਵਿੱਚ ਇੱਜ਼ਤ ਹੈ ਜਾਂ ਫੌਜ ਵਿੱਚ ਇੱਜ਼ਤ ਹੈ, ਪਰ ਪਿੰਡਾਂ ਵਿੱਚ ਜਿੱਥੇ ਮੇਰੀ ਕਮਿਊਨਿਟੀ ਬੈਠੀ। ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਰੂਪ ਦਾ ਧਿਆਨ ਧਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਖਸ਼ਿਸ਼ ਕੀਤੇ ਹੋਏ ਮੰਤਰ ਆਪਣੀਆਂ ਰੂਹਾਂ ਦੇ ਭਲੇ ਲਈ, ਪਰਲੋਕ ਸੁਧਾਰ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ, ਬੱਚੇ ਬੱਚੀਆਂ ਦੇ ਉੱਚੇ ਸੁੱਚੇ ਉਜਲੇ ਭਵਿੱਖ ਲਈ, ਪਿੰਡ ਸਮੁੱਚਾ ਸਮਾਜ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ, ਭਾਰਤ ਦੇਸ਼ ਦੀ ਤਰੱਕੀ, ਸਾਰੇ ਸੰਸਾਰ ਵਿੱਚ ਅਮਨ ਸ਼ਾਂਤੀ ਦੀ ਸਥਾਪਨਾ ਲਈ ਇਹਨਾਂ ਮੰਤਰਾਂ ਦੇ ਜਾਪ ਜਪੀਏ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦ ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਛਤਰ ਚਬਰ ਤਖਤ ਦੇ ਮਾਲਕ, ਬਾਣੀ ਕੇ ਬੋਹਿਤ, ਸਾਰੀ ਮਨੁੱਖਤਾ ਦੇ ਸਾਂਝੇ, ਗਿਆਨ ਦਾਤਾ, ਪਤਿਤ ਪਾਵਨ, ਭਗਤ ਵਸ਼ਲ, ਅੰਤਰਜਾਮੀ, ਗਰੀਬ ਨਿਵਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਜੀ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਗੁਰੂ ਜੀ ਕੇ ਖਾਸ ਸਰੂਪ ਖਾਲਸਾ ਸਾਧ ਸੰਗਤ ਜੀ, ਸਤਸੰਗੀ ਜਨੋ, ਬਜ਼ੁਰਗੋ, ਮਾਤਾਓ, ਭਰਾਵੋ, ਭੈਣੋ, ਬੱਚਿਓ, ਜਿਨ੍ਹਾਂ ਤੇ ਗੁਰੂ ਪਾਤਸ਼ਾਹ ਨੇ ਰਹਿਮਤ ਕਰਕੇ ਜ਼ਿੰਦਗੀ ਦਾ ਕੁਝ ਸਮਾਂ ਆਪਣੀ ਚਰਨ ਛਣ ਸੱਜ ਕੇ ਗੁਰਮਤਿ ਵਿਚਾਰਾਂ ਨਾਲ ਸਾਂਝ ਪਾਉਣ ਦਾ ਬਖਸ਼ਿਆ ਹੈ। ਇਹ ਆਪ ਗੁਰੂ ਪਾਤਸ਼ਾਹ ਦੀ ਰਹਿਮਤ ਹੋਈ। ਇਸ ਨਗਰ ਵਿਸਾਰ ਤੱਕ ਦੇ ਸੰਗਤ ਵੱਲੋਂ ਇਹ ਕੀਰਤਨ ਸਮਾਗਮ ਆਯੋਜਿਤ ਕੀਤੇ ਗਏ। ਗੁਰੂ ਪਾਤਸ਼ਾਹ ਆਪਣੇ ਤਖਤਾਂ ਤੇ ਬਿਰਾਜਮਾਨ ਹੋ ਕੇ ਸੰਧਿਆ ਸਮੇਂ ਤੋਂ ਸੰਗਤਾਂ 'ਚ ਆਪਣੇ ਦਰਸ਼ਨ ਦਾਰੇ ਬਖਸ਼ਦੇ। ਆਪਣੇ ਅਤੀ ਸਤਿਕਾਰਯੋਗ ਢਾਡੀ ਜਥੇ ਤੋਂ ਜੋ ਦੁਆਬੇ ਤੋਂ ਆਏ ਨੇ ਮਾਛੀਵਾੜੇ ਵੱਲੋਂ, ਉਹਨਾਂ ਤੋਂ ਗੁਰੂ ਇਤਿਹਾਸ ਸਰਵਣ ਕਰ ਰਹੇ ਸੀ। ਬੜੀ ਸੁਰੀਲੀ ਬਾਤ ਸੀ
ਇਤਿਹਾਸ ਤੋਂ ਬੜੇ ਗਹਿਜ ਵਿੱਚ ਗੌਰ ਜਾ ਰਹੇ ਸੀ, ਗਹਿਰਾਈ ਵਿੱਚ। ਪਰ ਨਾਲ ਨਾਲ ਅੱਜ ਦੇ ਸਮਾਗਮ ਵਿੱਚ ਨਿਸ਼ਕਾਮ ਕੀਰਤਨੀ ਜਥਾ ਗੁਰਦਾਸ ਵੱਲੋਂ ਵੀ ਸੇਵਾ ਦਿੱਤੀ ਹੋਈ ਹੈ। ਸੋ ਉਹਨੇ ਆਪਣੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਜਿਹੜੇ ਉਹਨੇ 4 ਯੁੱਧ ਲੜੇ ਨੇ, ਤੀਜੇ ਯੁੱਧ ਦੀ ਉਹਨੇ ਜ਼ਿਕਰ ਕੀਤਾ ਤੁਹਾਡੇ ਨਾਲ। ਥੋੜੇ ਚਿਰ ਲਈ ਇਹ ਜਥੇ ਦੀ ਸੇਵਾ ਹੈ। ਦਾਸ ਸਭ ਤੋਂ ਪਹਿਲਾਂ ਇੱਕ ਬੇਨਤੀ ਕਰੂਗਾ ਕਿ ਖਾਸ ਕਰਕੇ ਮੈਂ ਆਪਣੇ ਬਾਰੇ ਜਾਣਕਾਰੀ ਦਿੰਦਾ ਹੁੰਦਾ। ਇਹ ਗੁਰੂ ਪੰਥ ਦੇ 2 ਹਿੱਸੇ ਕਰੀਏ। ਇੱਕ ਪਾਸੇ ਸਾਡੇ ਪੰਥ ਵਿੱਚ ਗ੍ਰੰਥੀ ਸਿੰਘ ਨੇ, ਪਾਠੀ ਸਿੰਘ ਨੇ, ਗੁਰੂ ਕੇ ਕੀਰਤਨੀਏ ਨੇ, ਕਵਿਸ਼ਰੀ ਨੇ, ਢਾਡੀ ਕਲਾ, ਕਥਾਵਾਚਕ, ਪ੍ਰਚਾਰਕ ਤੇ ਜਥੇਦਾਰ ਸਾਹਿਬਾਨ। ਇਹ ਹੈ ਇੱਕ ਸਾਈਡ। ਦਾਸ ਦੀ ਹੱਥ ਜੋੜ ਕੇ ਬੇਨਤੀ ਹੁੰਦੀ ਹੈ ਕਿ ਇਹਨਾਂ ਵਿੱਚ ਵਿਦਿਅਕ ਯੋਗਤਾ, ਸਰਟੀਫਿਕੇਟ, ਉੱਚਾ ਜੀਵਨ ਬਹੁਤ ਹੀ ਜ਼ਰੂਰੀ ਹੈ, ਔਰ ਇਹਨਾਂ ਦਾ ਸਤਿਕਾਰ ਉਹ ਤੋਂ ਵੀ ਜ਼ਿਆਦਾ ਜ਼ਰੂਰੀ ਹੈ। ਪਰ ਜੇ ਵਿਦਿਅਕ ਯੋਗਤਾ ਜਾਂ ਪੂਰਾ ਇਤਿਹਾਸਕ ਪੱਖ ਤੋਂ ਪੂਰੀ ਜਾਣਕਾਰੀ ਨਹੀਂ, ਐਵੇਂ ਬਿਨਾਂ ਵਕਤ ਤੋਂ ਜਿਹੜਾ ਵੀ ਕੰਮ ਕਰਨਾ ਉਸ ਬੰਦੇ ਦੇ ਕਾਫੀ ਜ਼ਿਆਦਾ ਮਿਹਨਤ ਹੋਈ ਚਾਹੀਦੀ, ਤਦ ਹੀ ਉਹਨਾਂ ਦੇ ਲੋਕਾਂ ਤੇ ਪ੍ਰਭਾਵ ਜਾਏਗਾ। ਦੂਸਰਾ ਹੈਗਾ ਪਾਰਟ ਇਹਨਾਂ ਦਾ ਪੰਥ ਦਾ ਹਿੱਸਾ। ਉੱਥੇ ਹੈਗੇ ਨੇ 5 ਪਿਆਰੇ, ਸੰਤ ਜੀ, ਬਾਬਾ ਜੀ, ਮਹਾਂਪੁਰਖ ਜੀ, ਬ੍ਰਹਮ ਗਿਆਨੀ ਜੀ, ਹਜੂਰ ਮਹਾਰਾਜ। ਇਹ ਸਾਰੇ ਜਿੰਨੇ ਖਿਤਾਬ ਦਿੱਤੇ ਗਏ ਸੰਗਤ ਵੱਲੋਂ ਦਿੱਤੇ ਗਏ, ਜਾਂ ਕਿਸੇ ਕਿਸੇ ਨੂੰ ਗੁਰੂ ਪੰਥ ਵੱਲੋਂ ਅਹੁਦਾ ਮਿਲਿਆ ਪੰਥ ਰਤਨ, ਜਿਨੀ ਪੰਥ ਦੀ ਕਾਫੀ ਸੇਵਾ ਕੀਤੀ, ਉਹ ਜਥੇਦਾਰ ਸਾਹਿਬਾਨ ਵੱਲੋਂ ਮਿਲਦਾ। ਜਿਹੜਾ ਇਹ ਹਿੱਸਾ ਆ, ਇਹ ਹਿੱਸੇ 'ਚ ਪਹਿਲੇ ਹਿੱਸੇ 'ਚ ਵਿਦਿਅਕ ਯੋਗਤਾ ਤੇ ਨਾਲ ਸਰਟੀਫਿਕੇਟ ਚਾਹੀਦੇ। ਇਸ ਹਿੱਸੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਵਿਦਿਅਕ ਯੋਗਤਾ ਦੀ ਲੋੜ ਨਹੀਂ ਹੈ। ਇਹਨਾਂ ਦਾ ਜੀਵਨ ਬੜਾ ਰੌਸ਼ਨ ਹੋਣਾ ਚਾਹੀਦਾ, ਔਰ ਇਹਨਾਂ ਦੇ ਅੰਦਰ ਸਿੱਖੀ ਦਾ ਉੱਚਾ ਮਿਆਰ ਚਾਹੀਦਾ। ਔਰ ਇਹਨਾਂ ਦੋਹਾਂ ਕੈਟਾਗਰੀਆਂ ਦਾ ਇੱਕੋ ਹੀ ਮੁੱਖ ਫਰਜ਼ ਹੈ ਕਿ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਖੁੱਲੇ ਤੌਰ ਤੇ ਕਰਨਾ, ਜੀਵਨ ਦੇ ਢਾਲੇ ਵਿੱਚ ਕਰਨਾ, ਜਿਸ ਕਰਕੇ ਅੱਜ ਕੌਮ 'ਚ ਗਿਰਾਵਟ ਹੋ ਰਹੀ ਹੈ। ਸੋ ਮੈਂ ਬੇਨਤੀ ਸਿਰਫ ਇਹ ਕਰ ਰਿਹਾ ਕਿ ਮੇਰੇ ਵਿੱਚ ਨਾ ਤਾਂ ਪਹਿਲੇ ਨੰਬਰ ਦੀ ਕੋਈ ਗੁਣ ਹੈ, ਨਾ ਦੂਸਰੇ ਨੰਬਰ ਦਾ ਗੁਣ। ਮੈਂ ਤਾਂ ਸਿਰਫ ਕਿਰਤ ਕਰਕੇ ਇਹ ਗੁਰੂ ਪਾਤਸ਼ਾਹ ਨੇ ਛੋਟਾ ਜਿਹਾ ਜਥਾ ਇਕੱਠਾ ਕੀਤਾ ਤੁਹਾਡੇ ਏਰੀਏ 'ਚ। ਪਹਿਲਾਂ ਵੀ ਅਸੀਂ ਤੁਹਾਡੇ ਕੋਲ ਕਈ ਵਾਰ ਆਏ, ਇਹ ਮੈਂ ਤਾਂ ਪਹਿਲੀ ਵਾਰ ਵੀਰ ਜੀ ਦੇ ਦਰਸ਼ਨ ਕੀਤੇ ਢਾਡੀ ਜਥੇ ਦੇ। ਸੀਮਤ ਜੇ ਸਾਡੀ ਲਾਈਫ ਹੈ, ਅਸੀਂ ਕੁਝ ਵਰਲਡ ਵਿੱਚ ਜਾਂ ਅਸੀਂ ਕੌਮ ਵਿੱਚ ਕੋਈ ਸਾਡੀ ਪ੍ਰਸਿੱਧੀ ਨਹੀਂ, ਨਾ ਅਸੀਂ ਇਸ ਗੱਲ ਨੂੰ ਸਾਡੇ 'ਚ ਗੁਣ ਹੈ ਕੋਈ। ਇਸ ਕਰਕੇ ਮੇਰੀ ਕਹਿਣ ਤੋਂ ਭਾਵ ਇਹ ਹੈ ਵੀ ਆਪ ਜੀ ਦੀ ਅਸੀਸ ਵਿੱਚ ਬੜੀ ਬਰਕਤ ਹੈ, ਕਿਉਂਕਿ ਗੁਰੂ ਪੰਥ ਵਿੱਚ ਸੰਗਤ ਦਾ ਦਰਜਾ ਬਹੁਤ ਉੱਚਾ ਰੱਖਿਆ ਹੋਇਆ। ਗੁਰੂ ਹੀ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਉਹਦਾ ਦਰਜਾ ਦਿੱਤਾ ਹੋਇਆ, ਅਦੀ ਬੜੀ ਵਡਿਆਈ ਕੀਤੀ ਹੋਈ। ਤੇ ਦੂਸਰੇ ਅੱਜ ਸਿੱਖ ਪੰਥ ਨੂੰ ਜੋ ਰਹਿਨਮਾਈ ਦੇ ਰਹੇ ਨੇ ਉਹ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ ਵੀ ਵਿਰਾਜਮਾਨ ਨੇ, ਤੁਸੀਂ ਵੀ ਪ੍ਰਮਾਤਮਾ ਦਾ ਰੂਪ ਕਰਕੇ ਵਿਰਾਜਮਾਨ ਹੋਏ ਹੋ, ਤੇ ਪ੍ਰਮਾਤਮਾ ਪਰਿਪੂਰਨ ਸਰਵ ਵਿਆਪਕ ਜੋ ਆਦ ਸੱਚ ਹੈ ਉਹ ਤਾਂ ਸਾਰੇ ਥਾਂ ਹਮੇਸ਼ਾ ਰਹਿੰਦਾ। ਸੋ ਆਪ ਜੀ ਦਾਸ ਦੇ ਸਿਰ ਤੇ, ਕਿਉਂਕਿ ਜਥਾ ਅੱਜ ਕੋਈ ਬੱਸ ਦੀ ਲੇਟ ਹੋ ਗਈ ਹੈ, 2 ਥਾਈਂ ਸੀ ਸਮਾਗਮ ਰੱਖਿਆ ਸੀ, ਇੱਥੇ ਥੋੜੇ ਜਿਹਾ ਲੇਟ ਹੋ ਗਏ, ਥੋੜਾ ਰਸਤਾ ਦੂਰ ਹੈ, ਇੱਕ ਸਾਡੀ ਰੋਡ ਬੜੀ ਡਿਸਟਰਬ ਹੋਈ ਪਈ ਹੈ, ਸਾਰੀ ਗੁਰਦਾਸਪੁਰ ਵਾਲੀ ਬਹੁਤ ਟੁੱਟੀ ਹੋਈ ਰੋਡ ਹੈ, ਲੋਕਾਂ ਦਾ ਕੋਈ ਇਕੱਠ ਨਹੀਂ, ਕੋਈ ਇਹਨਾਂ ਦੀ ਹੈ ਨਹੀਂ ਵਿਚਾਰੇ 'ਚ ਜ਼ਰੂਰਤ। ਹੁਣ ਮਾੜਾ ਜਿਵੇਂ ਨਹੀਂ ਮੋਰਚਾ ਲਾਇਆ, ਇਹ ਮੋਰਚੇ ਇਹਨਾਂ ਨੂੰ ਕਾਫੀ ਪਹਿਲਾਂ ਹਰ ਗੱਲ ਚਲਾਣੇ ਪੈਣੇ ਸੀ, ਇਹਨਾਂ ਨੂੰ ਇਕੱਠੇ ਹੋ ਕੇ ਰਹਿਣਾ ਪੈਣਾ ਸੀ। ਇਸ ਕਰਕੇ ਥੋੜੇ ਲੇਟ ਹੋਣ ਕਰਕੇ ਅਸੀਂ ਆਪ ਜੀ ਤੋਂ ਖਿਮਾ ਦੇ ਜਾ ਚੁੱਕੇ। ਜਦੋਂ ਕੀਰਤਨ ਆ ਗਿਆ ਸਾਜਾਂ ਨਾਲ, ਫਿਰ ਤੁਹਾਡੇ ਨਾਲ ਕੇਵਲ ਕੀਰਤਨ ਕੀਤਾ ਜਾਣਾ। ਸੋ ਜੋ ਦਾਸ ਦੀ ਜ਼ਿੰਮੇਵਾਰੀ ਹੈ ਉਹ ਚੌਕੀਦਾਰ ਇਹ ਹੈ ਕਿ ਆਪ ਜੀ ਸੀਸ ਬਖਸ਼ਦੇ ਹੋਏ, ਆਪਣੀ ਰਸਨਾ ਪਵਿੱਤਰ ਕਰਦੇ ਹੋਏ, ਸੀਸ ਗੁਰੂ ਜੀ ਨੂੰ ਝੁਕਾਉਂਦੇ ਹੋਏ, ਦਾਸ ਦੇ ਸਿਰ ਤੇ ਮਿਹਰ ਭਰਿਆ ਮਨ ਕਰਕੇ ਹੱਥ ਰੱਖਦੇ ਹੋਏ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲਿਓ, ਮੈਂ ਕੁਝ ਕੁ ਬੇਨਤੀਆਂ, ਮੈਨੂੰ ਪਹਿਲਾਂ ਵੀ ਪਤਾ ਲੱਗਿਆ, ਹੁਣ ਵੀ ਕੁਝ ਜਿਹੜੇ ਨੌਜਵਾਨ ਨੇ, ਮੈਂ ਉਹਨਾਂ ਦੇ ਚਰਨਾਂ 'ਚ ਇੱਕ ਬੇਨਤੀ ਕਰਨਾ ਜਥੇ ਵੱਲੋਂ ਵੀ ਪਿਆਰਿਓ, ਇਹ ਤੁਹਾਡੇ ਲਈ ਸਾਰਾ ਉਪਰਾਲਾ ਕੀਤਾ ਹੋਇਆ। ਤੁਸੀਂ ਬਾਹਰ ਮੋਟਰਸਾਈਕਲਾਂ ਤੇ ਖੜੇ ਆ ਜਾਂ ਉੱਧਰ ਖੜੇ ਆ, ਇਹ ਜਿਹੜੇ ਬੰਦੇ ਨਾਲ ਸੇਵਾ ਨਿਭਾਣੀ ਉਹ ਤਾਂ ਸੇਵਾ ਵਿੱਚ ਤਤਪਰ ਰਹੇ। ਜਿਹੜਾ ਬੰਦਾ ਸੇਵਾ ਤੋਂ ਬਿਨਾਂ ਇੱਧਰ ਉੱਧਰ ਖੜਾ ਆ, ਉਹ ਇੰਨਾ ਖਰਚ ਕੀਤਾ ਇਸ ਨਗਰ ਨੇ, ਉਹ ਤੁਹਾਡੇ ਲਈ ਕੀਤਾ ਹੋਇਆ। ਔਰ ਉਹਦਾ 'ਚ ਖਾਸ ਜਿਹੜੇ ਫੰਕਸ਼ਨ ਨੇ ਉਹ ਅਸੀਂ ਤੁਹਾਡੇ ਨਾਲ ਸਾਂਝੇ ਕਰਨੇ ਹੁੰਦੇ ਆ ਵੀ ਸਿੱਖ ਕੌਣ ਹੁੰਦਾ, ਜਿੱਥੋਂ ਅੱਜ ਅਸੀਂ ਗ੍ਰਿਫਤ ਖਾਧੀ ਹੋਈ, ਸਾਡਾ ਗੁਰੂ ਕੌਣ ਹੈ, ਸਾਡੀ ਰਹਿਤ ਕੀ, ਸਾਡੀਆਂ ਕਰੈਤਾਂ ਕੀ ਨੇ, ਇਹ ਪੰਥ ਕਿਵੇਂ ਬਣਿਆ। ਇਹ ਪੰਥ ਵਿੱਚ 2 ਹਿੱਸੇ, ਭਾਵ ਸ਼ਾਂਤਮਈ ਸ਼ਹੀਦੀ ਤੇ ਨਾਲ ਜੁਝਾਰੂ ਹਿੱਸਾ, ਇਹ ਕਿਵੇਂ ਖੜਾ ਕੀਤਾ ਗਿਆ, ਕਾਹਦੇ ਲਈ ਖੜਾ ਕੀਤਾ ਗਿਆ।
ਇੱਥੇ ਦੇ ਪੀਰੀ ਤੇ ਮੀਰੀ ਨੂੰ ਮੇਲ ਕਿਵੇਂ ਬਣਾਇਆ ਗਿਆ? ਕੀ ਮਰਨ ਤੋਂ ਬਾਅਦ ਬੰਦਾ ਮੁੱਕ ਜਾਂਦਾ ਕਿਹਦੀ ਰੂਹ ਅੱਗੇ ਪਲਾਨ ਕਰਦੀ? ਕਿਉਂਕਿ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਸਾਨੂੰ ਮਨੁੱਖ ਜੋਨੀ ਚ ਪਤਾ ਨਹੀਂ ਲੱਗਦਾ। ਪਹਿਲਾਂ ਸਾਨੂੰ ਇਹ ਨਹੀਂ ਪਤਾ ਲੱਗਦਾ, ਇੱਕ ਦੂਜੇ ਦੇ ਦਿਲ ਦਾ ਨਹੀਂ ਪਤਾ ਲੱਗਦਾ ਵੀ ਸਾਡੇ ਦਿਲ ਚ ਕੀ ਗੱਲ ਹੈ। ਜੇ ਅੱਜ ਮੇਰੇ ਦਿਲ ਚ ਚੰਗੀਆਂ ਗੱਲਾਂ ਨੇ, ਹੋ ਸਕਦਾ ਘੜੀ ਕੁ ਨੂੰ ਮਾੜੀਆਂ ਵੀ ਗੱਲਾਂ ਆ ਜਾਣ। ਇਸ ਕਰਕੇ ਇਹ ਪਹਿਲਾ ਕੁਦਰਤ ਦਾ ਹੈਗਾ ਪਰਦਾ, ਜਿਹੜਾ ਅਸੀਂ ਇੱਕ ਦੂਜੇ ਨੂੰ ਅੰਦਰੋਂ ਨਹੀਂ ਪੂਰਾ ਦੇਖ ਪਾ ਰਹੇ। ਇਹ ਪੈਗੰਬਰ ਵਿੱਚ ਖੂਬੀ ਹੁੰਦੀ ਹੈ, ਅਵਤਾਰਾਂ ਵਿੱਚ ਉਹ ਇਹ ਚੀਜ਼ ਨੂੰ ਫੌਲੋ ਕਰ ਲੈਂਦੇ ਨੇ। ਜਿਵੇਂ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਲਈਏ, ਜਿਨ੍ਹਾਂ ਤੋਂ ਇਹ ਪੰਥ ਦੀ ਸ਼ੁਰੂਆਤ ਹੋਇਆ, ਕੀਤੋ ਆਪਣਾ ਪੰਥ ਨਿਰਾਲਾ ਦਾ ਧਾਰਨੀ ਬਣਾਇਆ। ਉਹ ਜੇ ਸੁਲਤਾਨਪੁਰ ਲੋਧੀ ਚ ਨਮਾਜ਼ ਕਰਦੇ ਨੇ, ਖੜੇ ਨੇ ਉੱਥੇ, ਤੇ ਉਹ ਜਦੋਂ ਜਿਹੜਾ ਉਹਨਾਂ ਦਾ ਕਾਜ਼ੀ ਹੈ ਮੋਤਬਿਰ, ਉਹ ਜਦੋਂ ਨਮਾਜ਼ ਚ ਜਾਂਦਾ, ਬਾਅਦ ਚ ਸਵਾਲ ਕਰਦੇ ਨੇ ਵੀ ਤੁਸੀਂ ਨਮਾਜ਼ ਨਹੀਂ ਕਰਦੇ। ਉਹ ਹੁਣ ਅੰਦਰ ਦੀ ਗੱਲ ਬਾਬਾ ਨਾਨਕ ਜੀ ਜਾਣਦੇ ਨੇ। ਉਹ ਆਂਦੇ ਵੀ ਕਾਜੀ ਸਾਹਿਬ ਗੱਲ ਗਲਤ ਹੋ ਗਈ, ਮੈਂ ਨਮਾਜ਼ ਕਿਹਦੇ ਨਾਲ ਕਰਾਂ? ਤੇਰਾ ਮਨ ਸੀ ਘੋੜੀ ਵਿੱਚ ਜਾਂ ਬਛੇਰੀ ਵਿੱਚ, ਤੇਰੇ ਨਗਰ ਵਿੱਚ ਸੀ, ਤੇ ਤੇਰਾ ਬਾਡੀ ਇੱਥੇ ਪਈ ਸੀ, ਤੇ ਇਹ ਮੈਂ ਬਾਡੀ ਨੂੰ ਤਾਂ ਪਸੰਦ ਨਹੀਂ ਕਰਦਾ। ਸੂਬੇ ਨਾਲ ਦੂਜੇ ਦਾ ਉਹਦੇ ਜਿਹੜਾ ਸੁਲਤਾਨਪੁਰ ਲੋਧੀ ਦਾ ਮੁਕਬਰ ਬਾਦਸ਼ਾਹ ਬਣਿਆ ਹੋਇਆ ਸੀ, ਉਹਦੇ ਨਾਲ ਗੱਲ ਇਹਦੇ ਨਾਲ ਕਰ ਲੈਂਦੇ। ਕਹਿੰਦੇ ਵੀ ਹਾਂ, ਇਹਦੇ ਨਾਲ ਵੀ ਮੈਂ ਕਰਨ ਨੂੰ ਤਿਆਰ ਸੀ, ਪਰ ਇਹ ਵੀ ਕਾਬਲ ਕੰਦਾਰ ਘੋੜੇ ਖਰੀਦਣ ਡਿਆ ਸੀ। ਮਨ ਇਹਦਾ ਕਿਤੇ ਹੋਰ ਸੀ, ਸਰੀਰ ਇੱਥੇ ਸੀ। ਇਹਦਾ ਮਤਲਬ ਇਹ ਹੈ ਬਾਬੇ ਨਾਨਕ ਜੀ ਨੂੰ ਬਾਕੀ ਨਮਾਜ਼ੀਆਂ ਨੂੰ ਕੋਈ ਪਤਾ ਨਹੀਂ ਵੀ ਕਿੱਦਾਂ ਹੋ ਰਿਹਾ ਕਿੱਦਾਂ ਨਹੀਂ ਹੋ ਰਿਹਾ। ਉਹਨਾਂ ਨੂੰ ਸਾਰਾ ਪਤਾ ਲੱਗ ਰਿਹਾ ਵੀ ਇਹ ਕਿੱਥੇ ਹੈ ਤੇ ਇਹ ਕਿੱਥੇ ਹੈ, ਧੜ ਕਿੱਥੇ ਹੈ ਤੇ ਮਨ ਕਿੱਥੇ ਹੈ। ਇਹ ਸਾਡੇ ਵਿੱਚ ਵੀ ਇਸੇ ਕਰਕੇ ਅਸੀਂ ਜਿਹੜੇ ਡਿੱਗ ਚੁੱਕੇ ਆ, ਸਾਨੂੰ ਕਿਸੇ ਦੀ ਸ਼ਖਸੀਅਤ ਦਾ ਨਹੀਂ ਪਤਾ। ਮੈਂ ਤਾਂ ਬੇਨਤੀ ਕਰਦਾ ਵੀ ਅੱਜ ਜਿੰਨੇ ਵੀ ਸੰਤ ਜੀ, ਬਾਬਾ ਜੀ, ਮਹਾਰਾਜ ਜੀ, ਹਜੂਰ ਮਹਾਰਾਜ ਜਾਂ ਬ੍ਰਹਮ ਗਿਆਨੀ ਦੇ ਖਿਤਾਬ ਦਿੱਤੇ ਹੋਏ ਆ, ਇਹ ਕੇਵਲ ਸੰਗਤ ਨੇ ਹੀ ਦਿੱਤੇ ਹੋਏ। ਸੰਗਤ ਦੀ ਮੈਨੂੰ ਕਈ ਵਾਰ ਮਨ ਚ ਆਉਂਦਾ ਵੀ ਜੇ ਕਿਸੇ ਨੂੰ ਅਸੀਂ ASI ਬਣਾਉਣਾ ਤੇ ਘੱਟੋ ਘੱਟ IG ਜਾਂ ਕੋਈ SP ਉਹਨੂੰ ਫੀਤੀ ਲਾਊਗਾ, ਕਦੇ ਵੀ ਸਿਪਾਹੀ ASI ਦੀ ਫੀਤੀ ਨਹੀਂ ਲਾਊਗਾ। ਭਾਵ ਨੀਵੇਂ ਪੱਧਰ ਦਾ ਬੰਦਾ ਕਦੇ ਵੀ ਉੱਚੇ ਪੱਧਰ ਨੂੰ ਸਿਲੈਕਟ ਨਹੀਂ ਕਰ ਸਕਦਾ। ਇਹ ਗੱਲ ਹੁੰਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਜੇ ਮਸੰਦ ਥਾਪੇ ਤਾਂ ਨਹੀਂ, ਆਪ ਸੋਚ ਕੇ ਥਾਪੇ। ਉਹਨਾਂ ਦਾ ਜੀਵਨ ਦੇਖਿਆ ਗੁਰੂ ਅਮਰਦਾਸ ਸਾਹਿਬ ਜੀ ਨੇ। ਤਾਂ ਮੈਂ ਬੇਨਤੀ ਕਰਦਾ ਜਾ ਰਿਹਾ, ਪਹਿਲੀ ਪੁਆਇੰਟ ਹੈ ਜਿਹੜਾ ਸਾਨੂੰ ਇੱਕ ਦੂਜੇ ਦੇ ਦਿਲ ਦਾ ਨਹੀਂ ਪਤਾ ਲੱਗਦਾ। ਇਹ ਗੁਰੂਆਂ ਨੂੰ ਜਾਂ ਅਕਾਲ ਪੁਰਖ ਨੂੰ ਅੰਤਰਜਾਮੀ ਅਸੀਂ ਮੰਨਦੇ। ਦੂਸਰਾ ਜਿਹੜਾ ਸਾਡੇ ਚ ਪੜਦਾ ਹੈ ਮਨੁੱਖ ਜੌਨੀ ਚ, ਉਹ ਇਹ ਹੈ ਵੀ ਘੜੀ ਕੁ ਨੂੰ ਕੀ ਹੋ ਜਾਣਾ, ਇਹ ਸਾਨੂੰ ਨਹੀਂ ਪਤਾ ਲੱਗਦਾ। ਜਿੰਨੇ ਵੀ ਭਾਰਤ ਦੇ ਬਾਬੇ ਨੇ, ਮਹਾਂਪੁਰਖ ਨੇ, ਸੰਤ ਨੇ, ਜਿਹੜੇ ਮੈਂਸ਼ਨ ਨੇ, ਕਿਸੇ ਨੇ ਨਹੀਂ ਦੱਸਿਆ ਵੀ ਕਰੋਨਾ ਆਣਾ ਜਾਂ ਐਨੀ ਤਰੀਕ ਨੂੰ ਆਣਾ ਜਾਂ ਐਨੀ ਤਰੀਕ ਨੂੰ ਚਲੇ ਜਾਣਾ। ਹੁਣ ਦੂਜੇ ਪਾਸੇ ਆਪਣੇ ਪੈਗੰਬਰ ਨੂੰ ਦੇਖੋ, ਉਹਨਾਂ ਨੂੰ ਫੋਲੋ ਕਰੋ ਕਿ ਉਹ ਕਹਿ ਰਹੇ ਨੇ ਕਿ ਆਣ 78 ਜਾਣ 97। 78 ਵਿੱਚ ਆਊਗਾ। ਕੌਣ ਆਊਗਾ ਬਾਬਾ ਜੀ? ਬਾਬਰ ਬਾਣੀ ਫਿਰ ਗਈ, ਬਾਬਰ ਆਏਗਾ। ਕਿੱਥੋਂ ਆਊਗਾ ਬਾਬਾ ਜੀ? ਪਾਪ ਕੀ ਚੰਜ ਲੈ ਕਾਬਲੋਂ ਤਾਂ ਆਇਆ, ਕਾਬਲ ਤੋਂ ਆਊਗਾ। ਐਨੇ ਚ ਆਊਗਾ, ਆ ਨਾ ਹੋਏਗਾ, ਤੇ ਐਨੇ ਚ ਚਲੇ ਵੀ ਜਾਊਗਾ ਲੁੱਟ ਖੋ ਕਰਕੇ। ਠੀਕ ਸਮੇਂ ਸਿਰ ਇਹ ਸਾਰਾ ਕੁਝ ਵਾਪਰਿਆ, ਔਰ ਕਾਫੀ ਦੇਰ ਪਹਿਲਾਂ ਇਹ ਭਵਿੱਖ ਵਚਨ ਕੀਤੇ ਹੋਏ। ਤੈਸਰਾ ਕਰੀ ਗਿਆਨ ਵੇ ਲਾਲੋ ਦੇ। ਹੁਣ ਮੇਰਾ ਕਹਿਣ ਤੋਂ ਭਾਵ ਜਿਹੜੇ ਇਹ ਮਹਾਂਪੁਰਖ ਹੁੰਦੇ ਨੇ ਉੱਚ ਲੈਵਲ ਦੇ, ਉਹਨਾਂ ਚੋਂ ਜਿਵੇਂ ਕਬੀਰ ਜੀ ਨੂੰ ਪਤਾ ਜਾਂ ਰਵਿਦਾਸ ਜੀ ਨੂੰ ਪਤਾ, ਮੈਂ ਉਹਨਾਂ ਨੂੰ ਉਹ ਹੈ। ਸਾਨੂੰ ਨਹੀਂ ਇਸ ਗੱਲ ਦਾ ਪਤਾ ਵੀ ਘੜੀ ਕਿਨੂੰ ਕੀ ਹੋ ਜਾਣਾ, ਪਰ ਇਹ ਗੱਲ ਪੱਕੀ ਹੈ, ਚਾਹੇ ਉਹਨਾਂ ਦੇ ਟਾਈਮ 'ਚ ਹੈ ਚਾਹੇ ਅੱਜ ਹੈ, ਜੋ ਸਾਡੀ ਜ਼ਿੰਦਗੀ 'ਚ ਹੋ ਜਾਣਾ ਉਹਨੂੰ ਅਸੀਂ ਟਾਲ ਨਹੀਂ ਸਕਣਾ। ਇਹ ਗੱਲ ਪੱਕੀ ਹੈ। ਤੀਸਰਾ ਜਿਹੜਾ ਸਾਡੇ ਮਨੁੱਖ ਜੋਨੀ 'ਚ ਫਰਕ ਹੈ, ਉਹ ਇਹ ਹੈ ਵੀ ਸਾਨੂੰ ਪਤਾ ਨਹੀਂ ਲੱਗ ਸਕਦਾ ਵੀ ਜਦੋਂ ਬੰਦਾ ਮਰ ਜਾਂਦਾ ਉਹਦੀ ਬਾਡੀ ਵਿੱਚੋਂ ਕੀ ਚੀਜ਼ ਨਿਕਲਦੀ ਹੈ ਤੇ ਕਿੱਥੇ ਚਲੇ ਜਾਂਦੀ ਹੈ। ਸਾਨੂੰ ਇਸ ਗੱਲ ਦਾ ਪਤਾ ਨਹੀਂ ਲੱਗ ਸਕਦਾ। ਇਸ ਕਰਕੇ ਇਸ ਪੁਆਇੰਟ ਤੋਂ ਜਿਹੜੇ ਲੋਕ ਬਹੁਤ ਥਿੜਕ ਗਏ ਨੇ, ਮੇਰੇ ਧਰਮ ਦੇ ਪ੍ਰਚਾਰਕ ਵੀ ਇਹ ਕਹਿਣ ਲੱਗ ਪਏ ਵੀ ਮਰ ਕੇ ਕੁਝ ਨਹੀਂ ਹੁੰਦਾ। ਚੰਗੇ ਚੰਗੇ ਬੰਦੇ ਜਿਨ੍ਹਾਂ ਮਗਰ ਲੱਖਾਂ ਬੰਦੇ ਤੁਰੇ ਜਾਂਦੇ ਨੇ, ਉਹ ਕਹਿਣ ਲੱਗ ਪਏ ਵੀ ਨਾ ਕੋਈ ਨਰਕ ਹੁੰਦਾ, ਨਾ ਕੋਈ ਸਵਰਗ ਹੁੰਦਾ, ਨਾ ਕੋਈ ਪਰਲੋਕ ਹੁੰਦਾ, ਕੋਈ ਚੀਜ਼ ਨਹੀਂ ਸਾਨੂੰ ਡਰਾਇਆ ਹੋਇਆ। ਐਸੀਆਂ ਗੱਲਾਂ ਜਿਹੜੀਆਂ ਨੇ ਗੁਰਬਾਣੀ ਦੇ ਬਿਲਕੁਲ ਉਲਟ ਹੈ। ਔਰ ਉਸ ਗੁਰੂ ਦੇ ਬਚਨ ਨੇ ਜਿਹੜੇ ਗੁਰੂ ਕਹਿੰਦੇ ਨੇ, ਜਿਹੜੇ ਅੱਜ ਸਾਇੰਸ ਜਿੱਥੇ ਜਾ ਰਹੀ ਹੈ, ਜਿਹੜੇ ਕਹਿੰਦੇ ਨੇ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼। ਇਸ ਬ੍ਰਹਮੰਡ ਵਿੱਚ ਬਹੁਤ ਸੂਰਜ ਨੇ, ਕੇਤੇ ਕਿੰਨੇ ਸੂਰਜ ਨੇ। ਹਜੇ ਤੱਕ ਸਾਇੰਸ ਨੂੰ ਇਹ ਪਤਾ ਲੱਗਿਆ ਸੀ ਵੀ ਸੂਰਜ ਇੱਕ ਹੈ ਤੇ ਉਹਦਾ ਪਰਿਵਾਰ ਹੈ। ਹੁਣ ਇਹ ਮੰਨਣ ਲੱਗ ਪਏ ਵੀ ਇਹ ਸੂਰਜ ਵੀ ਨਹੀਂ ਟਿਕਿਆ, ਇਹ ਵੀ ਘੁੰਮਦਾ। ਪਹਿਲਾਂ ਆਂਦੇ ਸੀ ਵੀ ਸੂਰਜ ਖੜਾ ਹੈ, ਤੇ ਮੇਰੇ ਪਾਤਸ਼ਾਹ ਕਹਿੰਦੇ ਸਨ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋ ਕਰੋੜੀ ਚਲਤ ਨਾ।
ਐਨੀ ਸੋਚ ਸੀ ਉਸ ਗੁਰੂ ਦੀ, ਜਿਸ ਗੁਰੂ ਨੇ ਸਾਨੂੰ ਇਹ ਦੱਸਿਆ ਕਿ ਆਪੀ ਨੇ ਭੋਗ ਭੋਗ ਕਹਿ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਐ ਬੈ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪਉ ਦਈ ਹੁਣ ਸੁਣੀਐ, ਕਿਆ ਰੂ ਆਇਆ ਮਨ ਅੰਧੇ ਜਨਮ ਗਵਾਇਆ। ਜਿਸ ਗੁਰੂ ਦੀ ਇਹ ਵਿਚਾਰ ਹੈ, ਜਮ ਮਾਰਗ ਪੰਥ ਨਾ ਸੁਝੀ, ਉੱਜੜ ਅੰਤ ਗਵਾਰੋ ਵਾ, ਨਾ ਜਲ ਲੇਪ ਤਲਾਈਆਂ, ਨਾ ਭੋਜਨ ਪ੍ਰਕਾਰੋ ਵਾ। ਮਰਨ ਤੋਂ ਬਾਅਦ ਦਾ ਸਫ਼ਰ ਦਾ ਖੋਲ ਕੇ ਜ਼ਿਕਰ ਕੀਤਾ ਹੋਇਆ। ਜਿਸ ਗੁਰੂ ਜੀ ਨੇ ਸਾਨੂੰ ਬਾਰ-ਬਾਰ ਇਹ ਗੱਲ ਕਿਹਾ ਕਿ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ, ਉਹਦਾ ਨਾਮ ਮੈਂਸ਼ਨ ਕੀਤਾ ਹੋਇਆ। ਤਲਬਾਂ ਪੌਸਨ ਆਕੀਆਂ ਬਾਕੀ ਜਿਨਾ ਰਹੀ, ਕੌਣ ਉੱਥੇ ਅਜਦਾ ਈਲ ਫਰਿਸ਼ਤਾ ਹੋਸੀ ਆਏ ਤਈ। ਫਿਰ ਤੇਰੀ ਜੀ ਦੀ ਕੀ ਹਾਲਤ ਹੁੰਦੀ, ਆਵਣ ਜਾਣ ਨਾ ਸੁਝੀ ਭੀੜੀ ਗਲੀ ਥਹੀ। ਉਹ ਗੁਰੂ ਇਹ ਬਚਨ ਕਰ ਰਿਹਾ ਜਿਹੜਾ ਉਦੋਂ ਜਾਣਦਾ ਸੀ ਵੀ ਲੱਖਾਂ ਆਕਾਸ਼ ਤੇ ਪਤਾਲ ਨੇ। ਹੁਣ ਜੇ ਅੱਜ ਅਸੀਂ ਉਹਨਾਂ ਦੇ ਬਚਨਾਂ ਨੂੰ ਪਾਲਦੇ, ਸਾਰੇ ਸਿੱਖ ਬਣੇ ਹੁੰਦੇ। ਸਾਨੂੰ ਇਹ ਗੱਲਾਂ ਆ ਗਈਆਂ ਵੀ ਮਰ ਕੇ ਕੁਝ ਨਹੀਂ ਹੋਣਾ, ਇੱਥੇ ਹੈ। ਹੁਣ ਇੱਥੇ ਤਾਂ ਲੱਖਾਂ ਬੰਦਿਆਂ ਦੇ ਗਲਾਂ 'ਚ ਟਾਇਰ ਪਾ ਕੇ ਫੂਕ ਦਿੱਤੇ, ਕਿਸੇ ਨੂੰ ਕੋਈ ਸਜ਼ਾ ਨਹੀਂ ਮਿਲੀ। ਇੱਥੇ ਕੋਰਟ ਬਣਿਆ ਜੀ, ਪੁਲਿਸ ਬਣੀ ਹੈ, ਇਹ ਸਾਰੇ ਜ਼ੁਲਮ ਰੋਕਣ ਵਾਸਤੇ ਬਣੀ ਹੈ। ਹੱਦ ਹੋ ਗਈ, ਅੱਜ ਤੱਕ ਮੈਂ ਨਹੀਂ ਦੇਖਿਆ ਕਿੰਨਾ ਕੁ ਜ਼ੁਲਮ ਹੋਇਆ। ਗਰੀਬ ਬੰਦੇ ਅੰਦਰ, ਬੇਦੋਸ਼ੇ ਬੰਦਿਆਂ ਦੇ ਪਰਚੇ ਦਰਜ ਕੇ ਅੰਦਰ ਕੀਤੇ ਐ। ਇੱਥੇ ਤਾਂ ਸੱਚ ਹੈ, ਜਿੱਥੇ ਬਾਰੇ ਪਾਤਸ਼ਾਹ ਕਹਿੰਦੇ ਨੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਬਖ ਕੱਢੈ ਜਜਮਾਲਿਆ। ਜਿਹੜੇ ਝੂਠ ਬੋਲਦੇ ਨੇ ਥਾਉ ਨਾ ਪਾਇਨ ਕੂੜਿਆਰ ਮੂੰਹ ਕਾਲੈ ਦੋਜਕ ਚਾਲਿਆ। ਦੋਜਕ ਦਾ ਜ਼ਿਕਰ ਕੀਤਾ ਹੋਇਆ। ਤੇ ਦੂਜੇ ਪਾਸੇ ਐਸੀ ਬਚਨ ਦਿੱਤੇ ਹੋਏ ਆ ਕਿ ਜਿਹੜਾ ਸਿੱਖੀ ਵਿੱਚ ਪਰਪੱਕ ਰਹੂਗਾ, ਆਵਣ ਜਾਣ ਖਟਿਆ ਹੋ ਜਾਊਗਾ। ਧਰਮ ਰਾਏ ਦਰ ਕਾਗਜ਼ ਫਾਰੇ ਜਾਂ ਨਾਨਕ ਲੇਖਾ ਸਮਝਾ। ਇੱਥੇ ਉਹਦਾ ਲੇਖਾ ਸਮਝ ਗਿਆ, ਇੱਥੇ ਉਹਦਾ ਮੋਹ ਟੁੱਟ ਗਿਆ, ਸਰੀਰਕ ਮੋਹ ਟੁੱਟ ਗਿਆ, ਪਰਿਵਾਰਕ ਮੋਹ ਟੁੱਟ ਗਿਆ। ਇਹ ਸਾਰੀਆਂ ਚੀਜ਼ਾਂ ਸਮਰਪਿਤ ਕਰ ਦਿੱਤੀਆਂ, ਗੁਰੂ ਅੱਗੇ ਰੱਖ ਦਿੱਤੀਆਂ, ਸਮਰਪਿਤ ਕਰਕੇ ਵਿਹਲਾ ਹੋ ਗਿਆ। ਹੁਣ ਉਹਦੇ ਵਾਸਤੇ ਕੋਈ ਵੀ ਆਣ ਜਾਣ ਦਾ ਚੱਕਰ ਨਹੀਂ ਰਿਹਾ। ਇੱਕ ਪਾਸੇ ਆਣ ਜਾਣ ਦਾ ਚੱਕਰ ਖਤਮ ਕੀਤਾ ਜਾ ਰਿਹਾ, ਦੂਸਰੇ ਪਾਸੇ ਦੱਸਿਆ ਜਾ ਰਿਹਾ ਕਿ ਤੈਨੂੰ ਬਾਰ-ਬਾਰ ਇਸ ਧਰਤੀ ਤੇ ਜੂਨਾਂ ਵਿੱਚ ਘੁੰਮਣਾ ਪੈਣਾ। ਅੰਤ ਕਾਲ ਜੇ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਸੂਕਰ ਜੋਨ ਬਲ ਤੂੰ ਸੂਰ ਦੀ ਜੂਨ ਚ ਜਾਏਗਾ। ਇਹ ਗੁਰੂ ਅਰਜਨ ਦੇਵ ਜੀ, ਗੁਰੂ ਨਾਨਕ ਦੇਵ ਜੀ ਤਸਦੀਕ ਕਰ ਰਹੇ ਨੇ ਸ਼ਬਦ ਨੂੰ, ਭਗਤ ਤਲੋਜੇ ਜੀ ਨੂੰ ਉਹ ਦਰਜ ਕਰ ਰਹੇ ਨੇ। ਇੱਕ ਪਾਸੇ ਇਹ ਦੱਸਿਆ ਜਾ ਰਿਹਾ ਵੀ 84 ਲੱਖ ਜੂਨ ਚ ਤੂੰ ਚਲੇ ਜਾਏਗਾ, ਦੂਸਰੇ ਪਾਸੇ ਇਹ ਰੱਖਿਆ ਜਾ ਰਿਹਾ ਵੀ ਤੇਰਾ ਆਣ ਜਾਣ ਮੁੱਕ ਜਾਏਗਾ। ਤੇ ਉਹ ਜਿਹੜਾ ਆਣ ਜਾਣ ਮੁੱਕਣਾ, ਉਹ ਕਿਵੇਂ ਮੁੱਕਣਾ? ਉਹ ਸਿੱਧੇ ਤੌਰ ਤੇ ਕਿਹਾ, ਗੁਰਮੰਤਰਹੀਣ ਸ ਜੋ ਪ੍ਰਾਣੀ ਤਰਘੰਤ ਜਨਮ ਪ੍ਰਸ਼ਟਣੈ, ਕੂਕਰੈ ਸੂਕਰੈ ਗਰਧਵੈ ਕਾਕੈ ਸਰਪਨੈ ਤੁਲਖਲੈ। ਹੁਣ ਅੱਜ ਕੌਮ ਅੱਗੇ ਚੁਣੌਤੀ ਕੀ ਆਈ ਹੈ? ਕਿਉਂਕਿ ਅੰਗਰੇਜ਼ ਨੇ ਸਾਡੀ ਸਾਰੀ ਜਿਹੜੀ ਰੂਪ ਰੇਖਾ ਸੀ ਖਾਲਸਾ ਪੰਥ ਦੀ, ਉਹ ਖਤਮ ਕਰਨ ਦਾ ਯਤਨ ਕੀਤਾ ਹੋਇਆ, ਜਿਹਦੇ ਕਰਕੇ ਅੱਜ ਸਿੱਖ ਨਸ਼ੇ ਲੈ ਰਹੇ, ਅੱਜ ਸਿੱਖ ਕਬਰਾਂ ਤੇ ਮੱਥੇ ਟੇਕ ਰਹੇ। ਐਸੇ ਨਗਰ ਦੇ ਕੁਝ ਵੀਰ ਜਿਨ੍ਹਾਂ ਨੂੰ ਗੁੰਮਰਾਹ ਕਰਕੇ ਕਿਸੇ ਹੋਰ ਮਿਸ਼ਨ ਵਾਲਿਆਂ ਨੇ ਜ਼ੋਰ ਲਾ ਕੇ ਆਪਣੇ ਵਿੱਚ ਜੋੜਨ ਦਾ ਯਤਨ ਕੀਤਾ, ਜਦੋਂ ਕਿ ਸਾਡੇ ਵਿੱਚ ਇੱਕ ਸਾਨੂੰ ਡਿਸਪਲਿਨ ਦਿੱਤਾ ਸੀ ਕਿ ਕੁੜੀ ਮਾਰ, ਨੜੀ ਮਾਰ, ਸਿਰ ਗੁੰਮ ਨਾ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। ਔਰ ਪਿੰਡਾਂ 'ਚ ਗ੍ਰੰਥੀ ਸਿੰਘ ਦੀ ਕੋਈ ਇੱਜ਼ਤ ਨਹੀਂ ਹੈ, ਉਹਦੀ ਕੋਈ ਵੈਲਿਊ ਨਹੀਂ ਹੈ, ਉਹਦੀ ਕੋਈ ਸੈਲਰੀ ਨਹੀਂ ਹੈ, ਉਹਦਾ ਕੋਈ ਸਤਿਕਾਰ ਨਹੀਂ ਕੀਤਾ ਗਿਆ। ਜਿਹਦਾ ਕਿਤੇ ਵੀ ਰੋਬ ਨਹੀਂ ਚੱਲਦਾ, ਉਹ ਗ੍ਰੰਥੀ ਸਿੰਘ ਤੇ ਰੋਪ ਪਾਊਗਾ। ਪਹਿਲਾਂ ਤਾਂ ਹੈ ਹੀ ਨਹੀਂ ਗ੍ਰੰਥੀ ਰਹੇ। ਕੋਈ ਸਿੱਖਾਂ ਦਾ ਬੱਚਾ ਗ੍ਰੰਥੀ ਸਿੰਘ ਬਣਨ ਨੂੰ ਜਾਂ ਢਾਡੀ ਬਣਨ ਨੂੰ ਜਾਂ ਕਬੀਸ਼ਰੀ ਬਣਨ ਨੂੰ ਤਿਆਰ ਨਹੀਂ ਰਹਿਣ ਦਿਆ। ਕਿਉਂ ਨਹੀਂ ਰਹਿਣ ਦਿਆ? ਕਿਉਂਕਿ ਸਤਿਕਾਰ ਘਟਦਾ ਜਾ ਰਿਹਾ। ਇਸ ਕਰਕੇ ਪਿਆਰਿਓ, ਇਹ ਜਥਾ ਤੁਹਾਡੇ ਚਰਨਾਂ 'ਚ ਬੇਨਤੀਆਂ ਕਰਨੀਆਂ ਹੁੰਦੀਆਂ ਵੀ ਸਿੱਖ ਦੀ ਇੱਕ ਪਰਿਭਾਸ਼ਾ ਹੈ। ਜੇ ਤੁਸੀਂ ਸਿੱਖ ਦੀ ਪਰਿਭਾਸ਼ਾ ਗੁਰੂ ਰਾਮਦਾਸ ਸਾਹਿਬ ਤੋਂ ਪੁੱਛਣੀ ਹੈ ਤਾਂ ਪੁੱਛੋ ਵੀ ਕੌਣ ਹੁੰਦਾ ਸਿੱਖ? ਸਤਿਗੁਰ ਕਾਜੋ ਗੁਰ ਸਤਿਗੁਰ ਕਾਜੋ ਸਿੱਖ ਖਾਏ, ਕੀ ਉਹਦੇ 'ਚ ਗੁਣ ਹੋਣੇ ਚਾਹੀਦੇ? ਇਥੋਂ ਦੱਸੋ। ਔਰ ਮੈਨੂੰ ਦੁਖੀ ਹੋ ਕੇ ਗੱਲ ਕਹਿਣੀ ਪੈਂਦੀ ਹੈ ਕਿ ਸਾਡੀ ਕੌਮ ਦਾ ਭਾਰਤ ਦੇ ਸੰਵਿਧਾਨ ਵਿੱਚ ਬੜੀ ਇੱਜ਼ਤ ਹੈ। ਜਿਹੜਾ ਵੀ ਸਿੱਖ ਗੁਰੂ ਨਾਨਕ ਦਾ ਸਿੱਖ ਹੈ, ਜਿਹਦੇ ਨਾਮ ਅਗਰ ਸਿੰਘ ਤੇ ਕੌਰ ਹੈ, ਇੱਕ ਨਾਂ ਥੱਲੇ ਕੌਮ ਤਿਆਰ ਕੀਤੀ। ਦੁਨੀਆ ਦੀ ਅੱਜ ਤੱਕ ਕੋਈ ਕੌਮ ਇੱਕ ਨਾਂ ਥੱਲੇ ਨਹੀਂ ਬਣੀ। ਔਰ ਉਹ ਸਿੰਘ ਗੁਰੂ ਗੋਬਿੰਦ ਰਾਏ ਨੇ ਆਪਣੇ ਨਾਮ ਮਗਰ ਲਵਾਇਆ, ਫਿਰ ਸਾਨੂੰ ਹੁਕਮ ਕੀਤਾ। ਆਏ ਪਹਿਲਾ ਪੈਗੰਬਰ ਹੈ ਜਿਹਨੂੰ ਅਸੀਂ ਇਸ ਕਰਕੇ ਸੰਬੋਧਨ ਕਰਦੇ ਹਾਂ, ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਜ ਤੱਕ ਕੋਈ ਪੈਗੰਬਰ ਚੇਲੇ ਦਾ ਦਰਜੇ ਦਾ ਹੱਕਦਾਰ ਨਹੀਂ ਬਣਿਆ। ਕਿਸੇ ਪੈਗੰਬਰ ਨੂੰ ਚੇਲੇ ਨਾਲ, ਆਪਣੇ ਆਪ ਨੂੰ ਪੈਗੰਬਰ ਨਾਲ ਚੇਲਾ ਨਹੀਂ ਕਵਾਲ ਕੀਤਾ। ਮੈਂ ਈਸਾ ਜੀ ਦਾ ਸਤਿਕਾਰ ਕਰਦਾ, ਈਸਾਈ ਧਰਮ ਦਾ, ਪਰ ਮੈਂ ਇੱਕ ਛੋਟੀ ਜਿਹੀ ਟੌਪਿਕ ਉਹਨਾਂ ਨਾਲ ਸਾਂਝੀ ਕਰਾਂ ਆਪ ਜੀ ਨਾਲ, ਕਿਉਂਕਿ ਤੁਹਾਨੂੰ ਲੋਕਾਂ ਨੂੰ ਇਹ ਗੱਲਾਂ ਦੱਸੀਆਂ ਨਹੀਂ ਗਈਆਂ।
ਤੁਹਾਨੂੰ ਧਰਮ ਬਾਰੇ ਜ਼ਿਆਦਾ ਜਗਾਇਆ ਨਹੀਂ ਗਿਆ। ਤੁਹਾਡੇ 3 ਕੰਮ ਧਰਮ ਅਨੁਸਾਰ ਹੋ ਰਹੇ ਨੇ, ਸਿੰਘ ਤੇ ਕੌਲ ਲੱਗ ਰਹੇ ਨੇ, ਆਨੰਦ ਕਾਰਜ ਹੋ ਰਹੇ ਨੇ। ਬੰਦਾ ਮਰ ਜੇ ਤੁਸੀਂ ਉਹਦਾ ਪਾਠ ਪੜ੍ਹਦੇ ਆ, ਔਰ ਪਾਠ ਦੇ ਵਿੱਚ ਤੁਸੀਂ ਅਰਦਾਸ ਕਰਦੇ ਆ ਵੀ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ। ਦੂਜੇ ਪਾਸੇ ਤੁਸੀਂ ਕਹੀ ਜਾਂਦੇ ਮਰ ਕੇ ਮੁੱਕ ਜਾਂਦਾ, ਔਰ ਤੁਸੀਂ ਸਾਰੇ ਖੜੇ ਹੁੰਨੇ। ਇਸ ਕਰਕੇ ਕੌਮ ਬਣਾਣੀ ਬਹੁਤ ਔਖੀ ਹੁੰਦੀ ਹੈ, ਤੇ ਕੌਮ ਨੂੰ ਮੇਨਟੇਨ ਕਰਨਾ ਵੀ ਉਹ ਤੋਂ ਔਖਾ ਹੁੰਦਾ ਵੀ ਇਹ ਕੌਮ ਅੱਗੇ ਕਿਵੇਂ ਬਦਲੂਗੀ। ਕਿੱਥੇ ਕਿੱਥੇ ਨਹੀਂ ਹੈ ਸਿੱਖ। ਸਿੱਖ ਕੌਣ ਹੁੰਦਾ? ਇੱਕ ਨਾ ਅੰਮ੍ਰਿਤ ਛਕਿਆ ਵਾ, ਦੂਜੇ ਨੇ ਸ਼ਰਾਬ ਪੀਂਦਾ, ਤੀਜਾ ਕੇਸ ਕੱਟੀ ਫਿਰਨ ਡਿਆ, ਚੌਥਾ ਕਬਰਾਂ ਤੇ ਤੁਰਿਆ, ਪੰਜਵਾਂ ਕਿਸੇ ਹੋਰ ਬਾਬੇ ਨੂੰ ਮੱਥੇ ਟੇਕੀ ਜਾਂਦਾ। ਉਸ ਉਹਦਾ ਬਾਬੇ ਨੇ ਮੈਨੂੰ ਸਭ ਕੁਝ ਦੇਣਾ। ਤੇ ਪਾਤਸ਼ਾਹ ਕਹਿੰਦੇ ਨੇ ਸਭਨਾ ਜੀਆਂ ਕਾ ਇੱਕ ਦਾਤਾ। ਕਦੋਂ ਤੋਂ? ਦੇਂਦਾ ਦੇ ਲੈਂਦੇ ਕਦੋਂ ਤੋਂ? ਕਿਹੜਾ ਬਾਬਾ ਹਵਾ ਬਣਾ ਦੂਗਾ? ਕਿਹੜਾ ਬੰਦਾ ਪਾਣੀ ਬਾਬਾ ਬਣਾਊਗਾ? ਕਿਹੜਾ ਅੱਖ ਬਣਾ ਦੂਗਾ? ਕਿਹੜਾ ਲੱਤ ਬਣਾ ਦੂਗਾ? ਚੰਗੇ ਇਨਸਾਨ ਤੁਹਾਨੂੰ ਚੰਗੀਆਂ ਗੱਲਾਂ ਦੱਸ ਸਕਦੇ ਆ, ਦੱਸ ਸਕਦੇ, ਮਨਾ ਵੀ ਨਹੀਂ ਸਕਦੇ। ਮੈਂ ਤਾਂ ਇਹ ਬੇਨਤੀ ਕਰਦਾ, ਮਨਾ ਵੀ ਨਹੀਂ ਸਕਦੇ। ਤੁਹਾਨੂੰ ਤਾਂ ਬਾਬਾ ਨਾਨਕ ਨਹੀਂ ਕੁਝ ਮਨਾ ਸਕੇ, ਜਿਹਨੇ ਤੁਹਾਨੂੰ ਮੰਨੇ ਦੀ ਪਰਿਭਾਸ਼ਾ ਦਿੱਤੀ ਹੈ ਕਿ ਮੰਨੇ ਕੀ ਗੱਤ ਕਹੀ ਨਾ ਜਾਏ। ਇਹ ਬੜਾ ਬੜਾ ਦੁਖਾਂਤ ਹੈ ਕਿ ਅਸੀਂ ਆਪਣੇ ਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਗੁਰੇਜ਼ ਕਰ ਗਏ। ਕਿਉਂ ਕਰ ਗਏ? ਕਿਉਂਕਿ ਸਿੱਖੀ ਸਭ ਤੋਂ ਔਖੀ ਹੈ। ਸਿੱਖੀ ਸਭ ਤੋਂ ਔਖੀ ਹੈ। ਕਿਸੇ ਦਾ ਚੇਲਾ ਬਣ ਜਾਣਾ ਸੌਖਾ ਹੈ, ਉਹਦੇ ਚ ਕਿੰਨਾ ਗੁਣ ਹੈ ਕਿੰਨਾ ਨਹੀਂ ਉਹ ਪਤਾ ਨਹੀਂ ਕੋਈ ਵੀ। ਤੇ ਸਿੱਖੀ ਹੈਗੀ ਔਖੀ, ਇਹ ਖੰਡੇ ਦੀ ਧਾਰ ਤੋਂ ਤਿੱਖੀ ਹੈ। ਤੇ ਸਿੱਖੀ ਦਾ ਪਹਿਲਾ ਸਿਲੇਬਸ ਹੈਗਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਇਹ ਸਿੱਖੀ ਹੈ। ਇਸ ਕਰਕੇ ਪਿੰਡਾਂ 'ਚ ਤੁਹਾਡੀ ਆਬਾਦੀ ਹੈ, ਪੰਜਾਬ ਦੇ 'ਚ, ਉੱਥੇ ਤੁਹਾਡਾ ਸਾਰਾ ਇਸ ਟਾਈਮ ਕੰਮ ਖਰਾਬ ਹੋਇਆ ਪਿਆ। ਮੁੰਡਾ ਕੋਈ ਸਿੱਖ ਬਣਨ ਨੂੰ ਤਿਆਰ ਨਹੀਂ ਹੈ। ਮੈਂ ਬੇਨਤੀ ਕਰਦਾ ਜਾ ਰਿਹਾ ਸੀ, ਭਾਰਤ ਦੇ ਸੰਵਿਧਾਨ ਵਿੱਚ ਇਹ ਪਹਿਲੀ ਦੁਨੀਆ ਦੀ ਕੌਮ ਹੈ ਜਿੱਥੇ ਹਰ ਬੰਦੇ ਕੋਲ ਇੱਕ ਹਥਿਆਰ ਦਿੱਤਾ ਗਿਆ। ਅੱਜ ਤੱਕ ਕੋਈ ਕੌਮ ਨੂੰ ਇੱਕ ਹਥਿਆਰ ਕਿਸੇ ਪੈਗੰਬਰ ਨੇ ਨਹੀਂ ਦਿੱਤਾ। ਇਹ ਪਹਿਲੀ ਕੌਮ ਹੈ। ਆ 9 ਇੰਚੀ ਦੀ ਕਿਰਪਾਨ ਲੈ ਕੇ ਮੇਰੇ ਭਰਾ ਸਾਰੇ ਸਿੱਖ ਤੇ ਸਿੱਖਣੀਆਂ ਭਾਰਤ ਵਿੱਚ ਡੋਮੈਸਟਿਕ ਫਲਾਈਟ ਕਰ ਸਕਦੇ। ਸਾਨੂੰ ਸੰਵਿਧਾਨ ਦਾ ਹੱਕ ਹੈ। 3.5 ਫੁੱਟੀ ਕਿਰਪਾਨ ਫੜ ਕੇ ਹੱਥ ਵਿੱਚ ਅਸੀਂ ਸਿੱਖ ਮੁਸਲਮਾਨ ਨਹੀਂ ਫੜ ਸਕਦੇ, ਇਹਨੂੰ ਅਸੀਂ ਫੜ ਸਕਦੇ। 3.5 ਫੁੱਟੀ ਕਿਰਪਾਨ ਫੜ ਕੇ ਅਸੀਂ ਜਹਾਜ਼ ਵਿੱਚ ਨਹੀਂ ਸਫ਼ਰ ਕਰ ਸਕਦੇ, ਅਸੈਂਬਲੀ 'ਚ ਨਹੀਂ ਜਾ ਸਕਦੇ। ਜਿੱਥੇ ਮਰਜੀ ਆਪਣੀ ਗੱਡੀ 'ਚ ਰੱਖ ਕੇ ਲੈ ਜਾਈਏ, ਟ੍ਰੇਨ 'ਚ ਰੱਖ ਕੇ, ਟ੍ਰੇਨ 'ਚ ਫੜ ਕੇ ਚਲੇ ਜਾਈਏ। ਜੇ ਨਿਹੰਗ ਸਿੰਘ ਨੇ ਵਰਸ਼ਾ ਫੜਨਾ, ਉਹ ਵਰਸ਼ਾ ਫੜ ਸਕਦਾ, ਪਰ ਉਹਦਾ ਲਾਇਸੈਂਸ ਕਟਾਉਣਾ ਪਊਗਾ। ਪਰ 3.5 ਫੁੱਟੀ ਕਿਰਪਾਨ ਦਾ ਕੋਈ ਵੀ ਲਾਇਸੈਂਸ ਲੈਣ ਦੀ ਲੋੜ ਨਹੀਂ ਹੋਏਗੀ। ਅੱਜ ਤੁਹਾਡੀ ਕਿੱਥੇ ਹਾਲਤ ਚਲੇ ਗਈ ਹੈ? ਅੰਗਰੇਜ਼ ਨੇ ਹਰ ਸਿੱਖ ਨੂੰ ਜਿਹਨੂੰ ਫੌਜ ਭਰਤੀ ਕੀਤਾ ਉਹਨੂੰ ਪੌਲ ਛਕਾਈ। ਪਹਿਲਾਂ ਉਹਨੂੰ ਖੰਡੇ ਦੀ ਪੌਲ ਛਕਾਈ ਹੈ, ਫਿਰ ਉਹਨੂੰ ਟ੍ਰੇਨਿੰਗ ਦਿੱਤੀ ਹੈ। ਉਹਨਾਂ ਹਰ ਸਿੱਖ ਨੂੰ ਪੌਲ ਛਕਣੀ ਜ਼ਰੂਰੀ ਕੀਤੀ ਹੈ, ਪਰ ਮੇਰੇ ਕੌਮ ਦੇ ਆਗੂਆਂ ਨੇ ਹਰ ਸਿੱਖ ਨੂੰ ਖੰਡੇ ਦੀ ਪੌਲ ਛਕਣੀ ਜ਼ਰੂਰੀ ਨਹੀਂ ਕੀਤੀ। ਜੇ ਕੀਤੀ ਹੈ, ਕਿਹਾ ਹੀ ਨਹੀਂ ਕਿਸੇ ਨੂੰ ਜ਼ਿਆਦਾ ਤੌਰ ਤੇ। ਬਸ ਇਹਨਾਂ ਨੂੰ ਜਿੱਦਾਂ ਬੁੱਧੂ ਬਣਾ ਕੇ ਰੱਖੋ, ਇਹਨਾਂ ਨੂੰ ਲੁੱਟੋ, ਇਹਨਾਂ ਦੇ ਪੈਸੇ ਲੁੱਟੋ। ਮੇਰੀ ਕੌਮ ਦਾ ਜਿੰਨਾ ਪੈਸਾ ਇਹਨਾਂ ਡੇਰਿਆਂ ਤੇ ਲੱਗ ਗਿਆ, ਜਿੰਨਾ ਪੈਸਾ ਮੇਰੀ ਕੌਮ ਦਾ ਨਸ਼ਿਆਂ ਤੇ ਗਰਕ ਹੋ ਗਿਆ, ਜਿੰਨਾ ਇਸ ਕੌਮ ਦਾ ਪੈਸਾ, ਪੰਜਾਬ ਦਾ ਪੈਸਾ ਪੈਲਸਾਂ 'ਚ ਉਜੜਿਆ, ਜਿੰਨਾ ਬਿਮਾਰ ਹੋ ਕੇ ਲੜਾਈਆਂ ਝਗੜਿਆਂ 'ਚ ਪੁਲਿਸ ਕੋਲ ਗਿਆ, ਜਿੰਨਾ ਪੈਸਾ ਵਕੀਲਾਂ ਕੋਲ ਗਿਆ, ਜਿੰਨਾ ਪੈਸਾ ਸੋਹਣੇ ਕੱਪੜਿਆਂ ਤੇ ਲੱਗਿਆ, ਉੱਡੇ ਉੱਡੇ ਮਕਾਨਾਂ ਤੇ ਲੱਗਿਆ, ਇਹ ਪੰਜਾਬ ਦਾ ਪੈਸਾ ਇੰਨੇ ਹੀ ਸਾਡੇ ਕੋਲ ਰਹਿੰਦਾ ਤੇ ਅਸੀਂ ਪੰਜਾਬ ਨੂੰ ਜਿੱਦਾਂ ਦੀ ਮਰਜ਼ੀ ਚੀਜ਼ ਬਣਾ ਲੈਂਦੇ, ਸਾਡੇ ਕੋਲ ਬਣ ਸਕਦਾ ਸੀ। ਸਾਨੂੰ ਸੈਂਟਰ ਸਰਕਾਰ ਕੋਲੋਂ ਇੱਕ ਵੀ ਪੈਸਾ ਲੈਣ ਦੀ ਲੋੜ ਨਹੀਂ ਸੀ। ਪੰਜਾਬੀਓ, ਤੁਹਾਡਾ ਇਸ ਪੰਜਾਬ ਦਾ ਦੇਸ਼ ਸੀ, ਖਾਲਸਾ ਰਾਜ ਸੀ ਤੁਹਾਡਾ। ਤੁਹਾਡੇ ਖਾਲਸੇ ਰਾਜ ਵਿੱਚ ਜਿੱਦਾਂ ਅੱਜ ਭਾਰਤ ਦੇ 70 ਰੁਪਏ ਹੈ ਤੇ ਅਮਰੀਕਾ ਦਾ $1 ਹੈ, ਏਦਾਂ ਜਦੋਂ ਤੁਹਾਡਾ ਖਾਲਸਾ ਰਾਜ ਸੀ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ, ਤੇ ਤੁਹਾਡਾ ਹੈਗਾ ਸੀ $1 ਤੇ ਅਮਰੀਕਾ ਵਾਲਿਆਂ ਦੇ ਹੈਗੇ ਸੀ 17 ਰੁਪਏ। ਅੱਜ ਤੁਹਾਡੇ 70 ਤੇ ਉਹਨਾਂ ਦਾ 1, ਉਦੋਂ ਤੁਹਾਡਾ 1 ਸੀ, ਉਹਨਾਂ ਦੇ 17 ਸੀ। ਐਨੀ ਤੁਸੀਂ ਅਮੀਰ ਸੀ। ਆ ਤੁਹਾਨੂੰ ਜਾ ਕੇ ਧੱਕੇ ਖਾਣੇ ਪੈਣ ਦੇ, ਤੁਹਾਨੂੰ ਨਸ਼ੇ ਦਿੱਤੇ ਅੰਗਰੇਜ਼ ਨੇ। ਤੁਹਾਡਾ ਸਾਡੀ ਆ ਜਿਹੜੇ ਵੱਡੇ ਸਾਡੇ ਸ਼ਾਸਤਰ ਨੇ, ਸਿੱਖਾਂ ਦੇ ਹਰ ਘਰ ਵਿੱਚ ਛਵੀ, ਗੰਡਾਸਾ, ਵਰਸ਼ਾ, ਕਿਰਪਾਨਾਂ ਹਰ ਘਰ ਵਿੱਚ ਹੁੰਦੀਆਂ ਸਨ। ਇਹ ਸਾਤੋਂ ਵਾਪਸ ਜਮ੍ਹਾਂ ਕਰਵਾਈਆਂ ਅੰਗਰੇਜ਼ ਨੇ। ਇੱਕ ਹਥਿਆਰ ਜਮ੍ਹਾਂ ਕਰਾਉਣ ਦੇ 6 ਆਨੇ ਦਿੱਤੇ।
ਹਰ ਸਿੱਖ ਪੜ੍ਹਿਆ ਲਿਖਿਆ ਸੀ, ਗੁਰਦੁਆਰੇ ਚ ਪੜ੍ਹਾਇਆ ਜਾਂਦਾ ਸੀ। ਜਿਵੇਂ ਬਾਬੇ ਨਾਨਕ ਨੂੰ ਵਿਦਿਆ ਦਿੱਤੀ ਹੈ, ਬੇਸ਼ੱਕ ਪਰੋਂ ਧੁਰੋਂ ਪੜ੍ਹੇ ਆਏ ਸੀ, ਪਰ ਪੰਡਤ ਕੋਲ ਵੀ ਗਏ ਨੇ, ਪੱਟੀ ਲਿਖ ਕੇ ਦੱਸੀ ਉਹਨੂੰ। ਪੱਟੀ ਤੁਸੀਂ ਆਸਾ ਰਾਗ ਵਿੱਚ ਪੜ੍ਹ ਸਕਦੇ ਹੋ ਬਾਬਾ ਨਾਨਕ ਜੀ ਦੀ, ਉਹ ਪੱਟੀ ਲਿਖੀ ਹੋਈ ਹੈ, ਗੁਰੂ ਅਮਰਦਾਸ ਸਾਹਿਬ ਦੀ ਪੱਟੀ ਲਿਖੀ ਹੋਈ ਹੈ। ਮੇਰੀ ਪੱਟੀਆ ਲਿਖ ਦੋ, ਗੁਰਗੋਪਾਲ ਪ੍ਰਹਲਾਦ ਦੀ ਪੱਟੀ ਹੈ। ਤੁਹਾਨੂੰ ਇਹ ਦੱਸਿਆ ਨਹੀਂ। ਔਰ ਮੈਨੂੰ ਦੁਖੀ ਹੋ ਕੇ ਗੱਲ ਪੈਣਾ ਪਿਆ, ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਜਿਹੜਾ ਗੁਰਮੁਖੀ 'ਚ ਲਿਖਿਆ ਗਿਆ। ਇਹ ਦੁਨੀਆ ਦਾ ਪਹਿਲਾ ਗ੍ਰੰਥ ਹੈ ਸਿੱਖੋ ਜਿਹਨੂੰ ਗੁਰੂ ਦਾ ਦਰਜਾ ਮਿਲਿਆ। ਅੱਜ ਤੱਕ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਨਹੀਂ ਮਿਲਿਆ। ਬਾਈਬਲ ਨੂੰ ਗੁਰੂ ਨਹੀਂ ਮੰਨਿਆ ਗਿਆ। ਮੈਂ ਉਹਨਾਂ ਨੂੰ ਸਤਿਕਾਰ ਦਿੰਦਾ ਈਸਾਈ ਵੀਰਾਂ ਨੂੰ, ਪਰ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹਾਂ ਵੀ ਤੁਹਾਡੇ ਗੁਰੂ ਦੀ ਤੇ ਈਸਾ ਜੀ ਦੀ ਮੈਂ ਮਾੜੀ ਜਿਹੀ ਸਮੇਂ ਅਨੁਸਾਰ ਤੁਲਨਾ ਕਰ ਦੇਣਾ ਤੁਹਾਡੇ ਸਾਹਮਣੇ। ਮੈਂ ਉਹਨੂੰ ਮਾੜਾ ਨਹੀਂ ਕਰ ਰਿਹਾ, ਮੈਂ ਇੱਜ਼ਤ ਕਰਦਾ ਸਾਰੇ ਈਸਾਈ ਧਰਮ ਦੀ, ਹਰ ਧਰਮ ਦੀ ਇੱਜ਼ਤ ਕਰਦਾ, ਪਰ ਮੈਂ ਇੱਕ ਟੂਕ ਮਾਤਰ ਤੁਹਾਡੇ ਅੱਗੇ ਬੇਨਤੀ ਕਰ ਰੱਖਣ ਲੱਗਿਆ ਕਿ ਜਿਹੜੇ 13 ਬੰਦੇ ਨੇ ਉਹ ਈਸਾ ਜੀ ਦੇ ਨਾਲ ਜਦੋਂ ਉਹਨਾਂ ਨੂੰ ਸਲੀਬ ਤੇ ਚੜ੍ਹਨ ਆਇਆ ਉਦੋਂ ਨਾਲ ਖੜੇ ਨੇ, ਉਹਨਾਂ ਦੇ ਸਿੱਖ ਨੇ, ਉਹਨਾਂ ਦੇ ਚੇਲੇ ਨੇ। ਉਹਨਾਂ ਨੂੰ ਨਹੀਂ ਹਜੇ ਪਤਾ ਵੀ ਇਹਨਾਂ ਨੂੰ ਕੀ ਸਜ਼ਾ ਦੇਣੀ ਹੈ। ਉਹਨਾਂ ਦੇ ਸਾਹਮਣੇ ਉਹਨਾਂ ਨੂੰ ਸਜ਼ਾ ਦਿੱਤੀ ਗਈ ਵੀ ਇਹਨੂੰ ਮਤਲਬ ਇਹਨੂੰ ਸਲੀਬ ਕਰਨਾ, ਇਹਨੂੰ ਟੰਗ ਕੇ, ਇਹਨੂੰ ਕਿਲ ਠੋਕ ਕੇ, ਇਹਨੂੰ ਸ਼ਹੀਦੀ ਕਰਨੀ ਇਹਦੀ ਈਸਾ ਦੀ। ਹੁਣ ਉਹ ਤੋਂ ਬਾਅਦ ਉਹਨਾਂ ਨੂੰ ਪੁੱਛਦੇ ਨੇ 13 ਨੂੰ ਵੀ ਪਹਿਲਾਂ ਤਾਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕੌਣ ਹੁੰਦੇ ਹੋ? ਉਹ ਆਂਦੇ ਅਸੀਂ ਇਹਨਾਂ ਦੇ ਸਿੱਖ ਹੁੰਦੇ ਜਾਂ ਮਰੀਦ ਹੁੰਦੇ ਆ, ਚੇਲੇ ਹੁੰਦੇ ਆ, ਜਾਂ ਇਹਨਾਂ ਨੂੰ ਮੰਨਣ ਵਾਲੇ ਹੁੰਦੇ। ਜਦੋਂ ਉਹਨੇ ਸਜ਼ਾ ਦਿੱਤੀ ਫਿਰ ਆਂਦੇ ਵੀ ਹੁਣ ਦੱਸੋ ਤੁਸੀਂ ਕੌਣ ਹੁੰਦੇ? ਆਂਦੇ ਅਸੀਂ ਨਹੀਂ ਜੇ ਜਾਣਦੇ ਜੂਣਦੇ। ਸਾਰੇ ਦੌੜ ਗਏ, ਸਾਰੇ ਚਲੇ ਗਏ। ਅੱਜ ਤੱਕ ਅੰਗਰੇਜ਼ਾਂ 'ਚ 13 ਨੰਬਰ ਬਹੁਤ ਨਹਿਸ਼ ਮੰਨਿਆ ਜਾਂਦਾ, ਤੇ ਬਾਬਾ ਨਾਨਕ 13 ਨੂੰ ਉੱਪਰ ਚੁੱਕਣ ਡਿਆ। ਸੁਲਤਾਨਪੁਰ ਲੋਧੀ 'ਚ ਕੀ ਕਰਦਾ? 13 ਉੱਥੇ 13 ਨੰਬਰ ਨੂੰ ਮਾੜਾ ਗਿਣਿਆ ਗਿਆ, ਨਹਿਸ਼ ਗਿਣਿਆ ਗਿਆ। ਚੰਡੀਗੜ੍ਹ 'ਚ ਅੰਗਰੇਜ਼ ਨੇ ਬਣਾਇਆ ਚੰਡੀਗੜ੍ਹ, 13 ਸੈਕਟਰ ਨਹੀਂ ਤੁਸੀਂ ਦੇਖੋਗੇ ਉਹਨਾਂ ਦਾ। ਹੁਣ ਮੈਂ ਕਰ ਰਿਹਾ ਤੁਹਾਡੇ ਗੁਰੂ ਦੀ ਗੱਲ। ਤੁਹਾਡੇ ਗੁਰੂ ਨਾਲ 3 ਸਿੱਖ ਨੇ, ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ। ਗੁਰੂ ਸਾਹਿਬ ਬੈਠੇ ਨੇ ਪਿੰਜਰੇ ਵਿੱਚ, ਤੇ ਪਹਿਲਾਂ ਮਤੀ ਦਾਸ ਦਾ ਆਰਾ ਚੱਲਣ ਦੀ ਗੱਲ ਕੀਤੀ ਗਈ ਹੈ ਤਾਂ ਕਿ ਗੁਰੂ ਘਬਰਾ ਜਾਏ। ਤੇ ਮਤੀ ਦਾਸ ਉੱਥੇ ਪਹਿਲਾਂ ਈਸਾ ਨੂੰ ਟੰਗਿਆ ਜਾ ਰਿਹਾ, ਜਿਹੜੇ ਸਿੱਖ ਉਹ ਘਬਰਾ ਗਏ। ਇੱਥੇ ਪਹਿਲਾਂ ਸਿੱਖ ਨੂੰ ਕਤਲ ਕੀਤਾ, ਕਤਲ ਦਾ ਫਤਵਾ ਲਾਇਆ ਜਾ ਰਿਹਾ ਵੀ ਇਹਨੂੰ ਆਰੇ ਨਾਲ ਚੀਰ ਦੋ। ਤੇ ਸਿੱਖ ਦੀ ਆਖਰੀ ਤਮੰਨਾ ਕੀ ਆ ਰਹੀ ਹੈ? ਉਹਦਾ ਮੈਨੂੰ ਆਰੇ ਦਾ ਕੋਈ ਡਰ ਨਹੀਂ, ਪਰ ਜੇ ਮੇਰੀ ਤੁਸੀਂ ਇੱਕ ਤਮੰਨਾ ਪੂਰੀ ਕਰ ਦੋ, ਮੇਰੀ ਉਹ ਤਮੰਨਾ ਵੀ ਮੇਰਾ ਮੁਖ ਜਿਹੜਾ ਗੁਰੂ ਤੇਗ ਬਹਾਦਰ ਨੂੰ ਕਰ ਦੋ, ਮੈਂ ਜਾਂਦਾ ਆਪਣੇ ਗੁਰੂ ਦੇ ਦਰਸ਼ਨ ਕਰਕੇ ਜਾਵਾਂ, ਮੈਨੂੰ ਕੋਈ ਦੁੱਖ ਨਹੀਂ ਹੈ। ਤਿੰਨੇ ਸਿੱਖ ਚਾਹੇ ਉਹਨੂੰ ਦੇਗ ਵਿੱਚ ਬਾਲਿਆ, ਚਾਹੇ ਉਹਨੂੰ ਰੂਹੀ ਵਿੱਚ ਬਲੇਟ ਕੇ ਸ਼ਹੀਦ ਕੀਤਾ, ਗੁਰੂ ਤੇਗ ਬਹਾਦਰ ਸਾਹਮਣੇ ਉਹਨਾਂ ਨੂੰ ਸ਼ਹੀਦ ਕੀਤਾ ਹੋਇਆ। ਅੱਜ ਤੁਸੀਂ ਉਹਨਾਂ ਦੀ ਰਈਅਤ ਹੋ। ਤੁਹਾਨੂੰ ਸਿੱਖਾਂ ਨੇ ਕੁੜੀਆਂ ਦੇਣੀਆਂ ਮੁੰਡਿਓ, ਤੁਸੀਂ ਠੇਕਿਆਂ ਤੇ ਚਲੇ ਗਏ, ਤੁਸੀਂ ਸਮੈਕ ਲੈਣ ਲੱਗ ਪਏ, ਤੁਸੀਂ ਭੰਗ ਪੀਣ ਲੱਗ ਪਏ, ਤੁਸੀਂ ਕੈਪਸੂਲ ਖਾਣ ਲੱਗ ਪਏ, ਟ੍ਰਿਮਾਡੋਲ ਖਾਣ ਲੱਗ ਪਏ, ਭੁੱਕੀ ਖਾਣ ਲੱਗ ਪਏ, ਫੀਮ ਡੁੰਗਣ ਲੱਗ ਪਏ। ਜਿਹੜੇ ਸਿੱਖ ਧਰਮ ਵਿੱਚ ਕਿਸੇ ਵੀ ਨਸ਼ੇ ਨੂੰ ਕੋਈ ਬੰਦੇ ਕੋਲ ਨਸ਼ਾ ਤੰਦਰੁਸਤੀ ਦਾ, ਬੰਦੇ ਕੋਲ ਨਸ਼ਾ ਧਨ ਦੌਲਤ ਦਾ, ਔਲਾਦ ਦਾ, ਬੁੱਧੀ ਦਾ, ਵਿਦਵਤਾ ਦਾ, ਆ ਨਸ਼ੇ ਨੇ। ਕੀਰਤਨੀਆਂ ਕੋਲ ਉਹਨਾਂ ਕੋਲ ਗਲਾ ਹੈ, ਕਲਾ ਹੈ, ਬੰਦੇ ਕੋਲ ਤਾਂ ਅੱਗੇ ਹੀ ਬੜੇ ਨਸ਼ੇ ਨੇ। ਤੇ ਤੁਸੀਂ ਉਹ ਨਸ਼ੇ ਚੁੱਕਣ ਲੱਗੇ ਐ ਜਿਹੜੇ ਨਸ਼ੇ ਨੂੰ ਮੇਰੇ ਗੁਰੂ ਪਾਤਸ਼ਾਹ ਨੇ, ਜਿਨ੍ਹਾਂ ਦਾ ਘੋੜਾ ਨਹੀਂ ਵੜਿਆ ਪੈਲੀ ਵਿੱਚ, 1.5 ਕਿਲੋਮੀਟਰ ਪਿੱਛੇ ਪੌੜ ਚੁੱਕ ਕੇ ਖੜ ਗਿਆ। ਅੱਜ ਉਹ ਸਿੱਖਾਂ ਦੇ ਹੱਥਾਂ 'ਚ ਜਰਦਾ ਦੇਖਿਆ ਜਾ ਰਿਹਾ। ਉਹਨਾਂ ਨੂੰ ਕੁੜੀਆਂ ਦੇ ਰਹੇ ਨੇ ਮੇਰੇ ਭਰਾ। ਜਿਹੜੀ ਕੁੜੀ ਨਸ਼ੇ ਵਾਲਾ ਘਰ ਜਾਊਗੀ ਕਦੇ ਸੌਖੀ ਨਹੀਂ ਰਹੂਗੀ। ਇਹ ਹੁੰਦੇ ਧਰਮਾਂ ਦੀ ਮਰਿਆਦਾ। ਨਾ ਮਗਰ ਸਿੰਘ ਤੇ ਕੌਰ ਮੁਸਲਮਾਨ ਨਹੀਂ ਲਾਣਗੇ, ਈਸਾਈ ਨਹੀਂ ਲਾਣਗੇ, ਹਿੰਦੂ ਨਹੀਂ ਲਾਣਗੇ। ਹਿੰਦੂ ਧਰਮ ਮੁਬਾਰਕ ਹੈ ਉਹਨਾਂ ਵਾਸਤੇ। ਉਹਨਾਂ 'ਚ ਦੇਵੀ ਦੇਵਤਿਆਂ ਦੀ ਪੂਜਾ, ਉਹਦਾ 'ਚ ਧਾਗੇ, ਤਵੀਤ, ਜੰਤਰ ਮੰਤਰ, ਟੂਣੇ ਟਮਾਣੇ। ਤੁਸੀਂ ਵੀ ਬਹੁਤੇ ਇਹਦੇ 'ਚ ਗਰਕ ਹੋ ਗਏ।
ਹਿੰਦੂ ਧਰਮ 'ਚ ਜਾਤ ਪਾਤ ਊਚ ਨੀਚ ਅੱਜ ਤੱਕ ਹੈ, ਪਰ ਸਿੱਖ ਧਰਮ 'ਚ ਕਿਸੇ ਦੀ ਕੋਈ ਜਾਤ ਨਹੀਂ ਹੈ। ਜਿਹੜਾ ਵੀ ਸਿੱਖ ਬਣੂਗਾ ਉਹ ਨਾ ਉਹਦੀ ਕੋਈ ਪਿਛਲੀ ਜਾਤ, ਨਾ ਕੁਲ, ਨਾ ਧਰਮ, ਉਹਦਾ ਸਾਰਾ ਖਤਮ ਕੀਤਾ ਜਾ ਰਿਹਾ। ਕੇਵਲ ਉਹ ਗੁਰੂ ਖਾਲਸਾ ਗੁਰੂ ਦਾ ਸਿੱਖ ਹੈ, ਕਿਉਂਕਿ ਜਾਤ ਦੇ ਤੌਰ ਤੇ ਸਾਨੂੰ ਬਹੁਤ ਜ਼ਿਆਦਾ ਦੁੱਖ ਸਹਿਣੇ ਪਏ। ਤੇ ਗੁਰੂ ਪਾਤਸ਼ਾਹ ਪਹਿਲਾ ਪੈਗੰਬਰ ਹੈ ਜਿਨ੍ਹਾਂ ਨੀਵੀਆਂ ਜਾਤਾਂ ਨੂੰ ਚੁੱਕ ਕੇ ਉੱਪਰ ਲਿਆਂਦਾ। ਇਹ ਵੀ ਪਹਿਲਾ ਪਾਤਸ਼ਾਹ ਜਿਨ੍ਹਾਂ ਮਰਦਾਨੇ ਨੂੰ ਨਾਲ ਰੱਖ ਕੇ, ਤੁਹਾਡੇ ਚੋਂ ਹਜੇ ਤੱਕ ਵੀ ਕਿਸੇ ਦੀ ਜ਼ਰੂਰਤ ਨਹੀਂ ਵੀ ਨੀਵੇਂ ਬੰਦੇ ਨਾਲ ਬਹਿ ਕੇ ਰੋਟੀ ਖਾ ਲਓ, ਚਾਹੇ ਜਿੰਨਾ ਮਰਜ਼ੀ ਚੰਗਾ ਹੋਏ। ਤੁਹਾਡੇ ਜੱਟਾਂ ਨਾਲੋਂ ਬੰਦਾ ਬਹੁਤ ਚੰਗਾ ਹੋਏ, ਪਰ ਤੁਹਾਨੂੰ ਉਹ ਕਦੇ ਵੀ ਚੰਗਾ ਨਹੀਂ ਨਜ਼ਰ ਆਣਾ। ਤੁਹਾਨੂੰ ਉਹ ਜਾਤ ਚੰਗੀ ਲੱਗਣੀ ਹੈ, ਬੰਦਾ ਚੰਗਾ, ਤੁਹਾਨੂੰ ਉਹਦੇ ਗੁਣ ਨਹੀਂ ਚੰਗੇ ਲੱਗਣੇ। ਬਾਬੇ ਨਾਨਕ 'ਚ ਖੂਬੀ ਸੀ, ਗੁਰੂ ਗੋਬਿੰਦ ਸਿੰਘ 'ਚ ਖੂਬੀ ਸੀ ਵੀ ਉਹ ਜਾਤ ਨਹੀਂ ਸੀ ਦੇਖਦੇ, ਉਹਦੇ ਗੁਣ ਦੇਖਦੇ ਸੀ। ਅਸੀਂ ਗੁਣ ਘੱਟ ਦੇਖਦੇ ਤੇ ਜਾਤ ਜ਼ਿਆਦਾ ਦੇਖਦੇ। ਇਸ ਕਰਕੇ ਜਦੋਂ ਵੀ ਸਾਡੀ ਧੀ ਕਿਸੇ ਨਸ਼ਿਆਂ ਵਾਲੇ ਦੇ ਘਰ ਜਾਊਗੀ, ਇਹ ਮੈਨੂੰ ਗੁਰੂ ਪਾਤਸ਼ਾਹ ਦਾ ਧੰਨਵਾਦ ਆ ਵੀ ਮੇਰੀ ਹਜੇ ਧੀਆਂ ਪਿੰਡਾਂ ਦੀਆਂ ਨਸ਼ਿਆਂ ਤੋਂ ਬਚੀਆਂ ਨੇ। ਮੈਂ ਹੁਣ ਨਸ਼ਿਆਂ ਤੇ 2 ਮਿੰਟ ਲਾਣੇ ਤੁਹਾਡੇ ਨਾਲ। ਜਿਹੜਾ ਵੀ ਬੰਦਾ ਨਸ਼ਾ ਲਊਗਾ, ਚਾਹੇ ਹਿੰਦੂ ਲਊਗਾ, ਚਾਹੇ ਈਸਾਈ ਲਊਗਾ, ਮੁਸਲਮਾਨ ਲਏਗਾ, ਬੋਧੀ, ਯਹੂਦੀ, ਪਾਰਸੀ, 8 ਮਿਸ਼ਨੇ ਵਰਲਡ ਦੇ, ਰਾਧਾ ਸੁਆਮੀ ਕੋਈ ਧਰਮ ਨਹੀਂ ਹੈ, ਨਿਰੰਕਾਰੀ ਕੋਈ ਧਰਮ ਨਹੀਂ ਹੈ, ਇਹ ਧਰਮ ਨਹੀਂ ਹਨ। ਨਾਮਧਾਰੀ ਕੋਈ ਧਰਮ ਨਹੀਂ ਹੈ, ਸਰਸੇ ਵਾਲੇ ਦਾ ਕੋਈ ਧਰਮ ਨਹੀਂ ਹੈ, ਇਹ ਧਰਮ ਨਹੀਂ ਹੈ। ਧਰਮ ਇੱਕ ਡਿਸਪਲਿਨ ਹੈ, ਉਹ ਮੈਂ ਤੁਹਾਡੇ ਨਾਲ ਬਾਅਦ ਸਾਂਝ ਪਾਣਾ। ਸੋ ਪਹਿਲੀ ਮੇਰੀ ਬੇਨਤੀ ਹੈ ਕਿ ਇਹ ਗੁਰੂ ਪਾਤਸ਼ਾਹ ਨੇ ਤੁਹਾਡੇ ਤੇ ਰਹਿਮਤ ਕੀਤੀ ਹੈ। ਖਾਲਸਾ ਇੱਕ ਪੰਥ ਹੈ, ਇਹਦਾ ਇੱਕ ਨਿਸ਼ਾਨ ਹੈ। ਰਾਧਾ ਸੁਆਮੀ ਦਾ ਕੋਈ ਨਿਸ਼ਾਨ ਨਹੀਂ ਹੈ, ਨਿਰੰਕਾਰੀ ਦਾ ਕੋਈ ਨਿਸ਼ਾਨ ਨਹੀਂ। ਇਹ ਹਿੰਦੂਆਂ ਦੇ ਲੱਖਾਂ ਗੁਰੂ ਹੋ ਸਕਦੇ ਨੇ, ਰਾਧਾ ਸੁਆਮੀ ਹਿੰਦੂਆਂ ਦੇ ਗੁਰੂ ਹੋ ਸਕਦੇ ਨੇ, ਨਿਰੰਕਾਰੀ ਹੋ ਸਕਦੇ ਨੇ, ਪਰ ਸਾਨੂੰ ਸਿੱਧਾ ਹੁਕਮ ਕੀਤਾ ਵਾ ਕਿ ਬਾਣੀ ਗੁਰੂ ਹੈ। ਬਾਣੀ ਸਾਨੂੰ ਹੁਕਮ ਹੋਇਆ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇਹਦਾ ਮਤਲਬ ਅਸੀਂ ਇਹਨਾਂ ਦਾ ਦਰਜਾ ਉੱਚਾ ਕਰਨਾ ਸੀ ਕਿ ਬੰਦੇ ਦਾ ਦਰਜਾ ਉੱਚਾ ਕਰਨਾ ਸੀ। ਇੱਕ ਛੋਟੀ ਜੀ ਕੁਰਾਨ ਵਿੱਚੋਂ ਗੱਲ, ਇੱਕ ਬਹੁਤ ਬੰਦਾ ਸ਼ਰਾਬੀ, ਦਿਲੋਂ ਸਾਫ਼, ਉਹ ਕਿਤੇ ਵਿਚਰਿਆ, ਉੱਥੇ ਕੁਰਾਨ ਦਾ ਇੱਕ ਛਪਾਰਾ ਪੱਤਰਾ ਪਿਆ। ਉਹਨਾਂ ਚੁੱਕਿਆ, ਉਹਨਾਂ ਦੇਖਿਆ ਵੀ ਪਵਿੱਤਰ ਗ੍ਰੰਥ ਹੈ, ਪਵਿੱਤਰ ਛਪਾਰਾ ਹੈ, ਕਦੇ ਉਹ ਤੋਂ ਚੰਗਾ ਕੰਮ ਨਹੀਂ ਸੀ ਹੋਇਆ। ਉਦੋਂ ਛਪਾਰਾ ਚੁੱਕਿਆ, ਉਹ ਪੇਜ ਚੁੱਕਿਆ, ਅੰਗ ਜਿਹਨੂੰ ਅਸੀਂ ਮੰਨਦੇ ਹਾਂ, ਉਹ ਲਿਆ, ਚੱਕ ਕੇ ਉਹਨਾਂ ਪ੍ਰਸ਼ਤੀ ਤੇ ਉੱਤੇ ਥਾਂ ਤੇ ਰੱਖ ਦਿੱਤਾ। ਸੋਹਣੀ ਗੱਲ ਕਿਸੇ ਨੇ ਬਣਾਈ। ਉਹ ਤੋਂ ਬਾਅਦ ਅੱਲਾਹ ਤਾਲਾ ਦੇ ਦਰਬਾਰ 'ਚ ਕਿਸੇ ਫਕੀਰ ਦੀ ਰਸਾਈ ਹੁੰਦੀ ਹੈ, ਮਤਲਬ ਪਹੁੰਚ ਜਾਂਦਾ ਉਹ ਅੱਲਾਹ ਤਾਲਾ ਉਹਨੂੰ ਕਹਿੰਦੇ ਇੰਜ ਕਰ ਕਿ ਐਸ ਨਾਂ ਦੇ ਬੰਦੇ ਨੂੰ ਲੱਭ, ਉਹਨੂੰ ਮੇਰਾ ਸੁਨੇਹਾ ਦੇਈਂ ਵੀ ਤੂੰ ਮੈਨੂੰ ਉੱਚਾ ਕੀਤਾ ਤੇ ਮੈਂ ਤੇਰੇ ਤੇ ਬਖਸ਼ਿਸ਼ ਕੀਤੀ, ਮੈਂ ਤੈਨੂੰ ਉੱਚਾ ਕਰ। ਉਹਦਾ ਨਾਂ ਦੱਸਿਆ ਗਿਆ। ਹੁਣ ਉਹ ਬੰਦਾ ਉਹਦੀ ਤਲਾਸ਼ 'ਚ ਚੱਲ ਗਿਆ। ਜਦੋਂ ਤਲਾਸ਼ 'ਚ ਜਾਂਦਾ, ਉਹਨੂੰ ਕਾਫੀ ਦੇਰ ਲੱਭਣ ਤੋਂ ਬਾਅਦ ਉਹਨੂੰ ਪਤਾ ਲੱਗਦਾ ਵੀ ਇਸ ਨਾਂ ਦਾ ਬੰਦਾ ਇੱਕ ਰੋਜ਼ ਸ਼ਰਾਬ ਪੀਂਦਾ, ਸ਼ਰਾਬਖਾਨੇ 'ਚ ਹੋਊਗਾ। ਆਂਦਾ ਤੈਨੂੰ ਪੱਕਾ ਪਤਾ? ਆਂਦਾ ਹਾਂ। ਉੱਥੇ ਚਲੇ ਜਾਂਦਾ। ਮੈਂ ਦੱਸ ਕਿੱਥੇ ਹੋਊਗਾ? ਉਹਦੇ ਕੋਲ ਜਾਂਦਾ। ਉਹਨਾਂ ਸ਼ਰਾਬ ਪੀਤੀ ਹੁੰਦੀ। ਆਂਦਾ ਭਈ ਉਹਨੂੰ ਬੜਾ ਭਈ ਧਰਮੀ ਬੰਦਾ ਮੇਰੇ ਕੋ ਆਇਆ। ਆਂਦਾ ਜੀ ਸਲਾਮ ਅਲੈਕੁਮ। ਆਂਦਾ ਭਈ ਗੱਲ ਸੁਣ, ਤੇਰਾ ਨਾਂ ਆਇਆ? ਆਖਾ ਹਾਂ। ਆਂਦਾ ਵੀ ਤੈਨੂੰ ਅੱਲਾ ਨੇ ਬਖਸ਼ਿਸ਼ ਕੀਤੀ ਹੈ, ਤੇਰੇ ਤੇ ਰਹਿਮਤ ਕੀਤੀ ਹੈ, ਤੈਨੂੰ ਉੱਚਾ ਕੀਤਾ। ਆਂਦਾ ਮੈਂ ਤਾਂ ਬਹੁਤ ਗੰਦਾ ਬੰਦਾ, ਤੂੰ ਜ਼ਿੰਦਗੀ 'ਚ ਕੋਈ ਕੰਮ ਨਹੀਂ ਕੀਤਾ ਚੰਗਾ। ਉਹਨੂੰ ਇੱਕ ਚੇਤਾ ਆਂਦਾ। ਆਂਦਾ ਮੈਂ ਹਾਂ। ਆਂਦਾ ਬਸ ਇਸੇ ਕਰਕੇ ਤੈਨੂੰ ਅੱਲਾ ਨੇ ਉੱਪਰ ਕੀਤਾ ਆ ਵੀ ਤੂੰ ਅੱਲਾ ਦੇ ਜਿਹੜੇ ਹੈਗਾ ਸੀ ਕੁਰਾਨ ਦਾ ਪੰਨਾ, ਉਹਦੇ ਜਿਹੜਾ ਉਹਦਾ ਉਤਰਿਆ ਸੀ ਜਿਹੜਾ ਮੁਹੰਮਦ ਨੂੰ, ਉਹ ਥੱਲੇ ਪੈਰਾਂ 'ਚ ਰੁਲਿਆ ਚੁੱਕ ਕੇ ਤੂੰ ਉੱਤੇ ਕਰ ਦਿੱਤਾ। ਇਹਦੇ ਕਰਕੇ ਤੈਨੂੰ ਅੱਲਾ ਨੇ ਸਾਰੇ ਗੁਨਾਹ ਮਾਫ ਕਰਕੇ ਉੱਤੇ ਕਰ ਦਿੱਤਾ। ਅੱਜ ਉਹ ਸਾਡੇ ਸਰੂਪ ਦੇ ਜਿਹੜਾ ਉਹਨਾਂ ਦਾ ਹਜੇ ਪੈਗੰਬਰ ਨਹੀਂ ਸੀ ਕੁਰਾਨ, ਉਹਨੂੰ ਚੁੱਕਣ ਕਰਕੇ ਉਹਨਾਂ ਦਾ ਅੱਲਾ ਜਾਂ ਉਹਨਾਂ ਦਾ ਮੁਹੰਮਦ ਉਹਨੂੰ ਉੱਚਾ ਕਰਨ ਡਿਆ। ਤੇ ਤੁਹਾਡੇ ਸਰੂਪ ਦੀ ਜੋ ਹਾਲਤ ਹੈ ਉਹ ਮੈਂ ਕੁਝ ਨਹੀਂ ਕਹਿ ਸਕਦਾ। ਤੁਸੀਂ ਬਾਣੀ ਦਾ ਕਿੰਨਾ ਕੁ ਸਤਿਕਾਰ ਕਰਦੇ, ਬੰਦੇ ਦਾ ਕਿੰਨਾ ਕਰਦੇ, ਉਹ ਤੁਹਾਡੇ ਸਾਹਮਣੇ, ਮੈਨੂੰ ਨਹੀਂ ਪਤਾ। ਸੋ ਮੈਂ ਇਸ ਕਰਕੇ ਜ਼ਿਆਦਾ ਤੁਹਾਡੇ ਚਰਨਾਂ 'ਚ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨਾ ਚਿਰ ਤੱਕ ਤੁਸੀਂ ਬੱਤ ਸੋਚੋ ਕਿ ਤੁਹਾਨੂੰ ਕੋਈ ਬਾਬਾ ਮੁੰਡੇ ਦੇ ਦਊਗਾ, ਨੌਕਰੀ ਦੇ ਦਊਗਾ, ਉੱਪਰ ਲੈ ਜਾਊਗਾ, 10ਵੇਂ ਦੁਆਰ 'ਚ ਲੈ ਜਾਊਗਾ, ਇਹ ਮਤ ਸੋਚੋ। ਇਹ ਬਖਸ਼ਿਸ਼ ਹੋਣੀ ਹੈ ਜਿਹਦੇ ਤੇ ਹੋਣੀ ਗੁਰਪ੍ਰਸਾਦ ਹੋਣੀ ਹੈ। ਸਾਰੇ ਬੰਦੇ ਇਸ ਕੈਟੇਗਰੀ 'ਚ ਨਹੀਂ ਜਾਣਗੇ। ਪਰ ਮੁਸ਼ਕਲ ਆ ਗਈ ਤੁਹਾਡੇ ਅੱਗੇ ਕਿ ਤੁਸੀਂ ਜਦੋਂ ਇਕੱਠੇ ਸਾਂ
ਤੁਹਾਡਾ ਖਾਲਸਾ ਰਾਜ ਹੋਇਆ, ਮੈਂ ਤੁਹਾਨੂੰ ਉਹਦੇ ਬਾਰੇ ਦੱਸਿਆ, ਤੁਹਾਡੀ ਕਰੰਸੀ ਬਾਰੇ ਦੱਸਿਆ। ਉਸ ਰਾਜ ਵਿੱਚ ਮੁਸਲਮਾਨਾਂ ਨੂੰ ਬਰਾਬਰ ਰੁਤਬਾ ਦਿੱਤਾ, ਹਿੰਦੂਆਂ ਨੂੰ ਅਹੁਦੇਦਾਰ ਬਣਾਇਆ, ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ, ਬਿਲਕੁਲ ਨਹੀਂ ਵਿਤਕਰਾ ਕੀਤਾ। ਹਰ ਹਾਲਤ ਵਿੱਚ ਹਰ ਇੱਕ ਦੀ ਮਦਦ ਕੀਤੀ ਹੈ। ਗਰੀਬ ਤੋਂ ਗਰੀਬ ਬੰਦੇ ਦੇ ਘਰ ਸਿਰੇ ਪੰਜਾਬ ਦਾਣੇ ਲੈ ਕੇ ਜਾ ਰਿਹਾ। ਤੁਹਾਡਾ ਰਾਜਾ ਇੱਕ ਏਸ਼ੀਆ ਵਿੱਚ ਮੰਨਿਆ ਗਿਆ ਵੀ ਸਭ ਤੋਂ ਵਧੀਆ ਜੇ ਰਾਜ ਕੀਤਾ ਤਾਂ ਕੇਵਲ ਚਾਹੇ 50 ਸਾਲ ਕੀਤਾ ਤੇ ਸ਼ੇਰ ਪੰਜਾਬ ਰਣਜੀਤ ਸਿੰਘ ਦਾ ਰਾਜ ਸਭ ਤੋਂ ਵਧੀਆ ਹੋਇਆ। ਅੰਗਰੇਜ਼ ਮੰਨਿਆ ਇਹ ਗੱਲ, ਤੁਹਾਡੇ ਬੰਦਿਆਂ ਨੇ ਕਿੱਥੇ ਮੰਨਣੀ ਹੈ ਗੱਲ? ਅੰਗਰੇਜ਼ ਨੇ ਗੱਲ ਮੰਨੀ ਹੈ ਵੀ ਸਭ ਤੋਂ ਵਧੀਆ ਰਾਜ ਹੋਇਆ ਤੇ ਸ਼ੇਰੇ ਪੰਜਾਬ ਰਣਜੀਤ ਸਿੰਘ ਦਾ ਰਾਜ। ਉਹ ਪਿਆਰਿਓ, ਤੁਸੀਂ ਬਹੁਤ ਅਮੀਰ ਵਿਰਸੇ ਦੇ ਮਾਲਕ। ਤੁਹਾਡੇ ਇੱਕ ਬਹੁਤ ਬੜਾ ਚਿੰਨ ਹੈ, ਈਸਾਈ ਵੀਰਾਂ ਦਾ ਚਿੰਨ ਹੈਗਾ ਸਲੀਬ, ਤੁਹਾਡਾ ਚਿੰਨ ਹੈਗਾ ਖੰਡਾ। ਔਰ ਤੁਸੀਂ ਪਿੰਡਾਂ 'ਚ ਕਿੰਨਾ ਉੱਚਾ ਕਰਕੇ ਲਾਇਆ ਹੋਇਆ। ਜਿੰਨਾ ਉੱਚਾ ਤੁਸੀਂ ਨਿਸ਼ਾਨ ਲਾਇਆ, ਇੰਨਾ ਉੱਚਾ ਅੱਜ ਤੱਕ ਕਿਸੇ ਵੀ ਧਰਮ ਦਾ ਨਿਸ਼ਾਨ ਨਹੀਂ ਲੱਗਿਆ। ਇਹ ਥੋੜੀ ਜਿਹੀ ਕੌਮ ਨੇ ਜਿੰਨੀ ਕੁਰਬਾਨੀ ਦਿੱਤੀ ਹੈ ਦੁਨੀਆ ਵਿੱਚ, ਅੱਜ ਤੱਕ ਕਿਸੇ ਵੀ ਕੌਮ ਦੀ ਇੰਨੀ ਕੁਰਬਾਨੀ ਨਹੀਂ ਹੋਈ। ਛੋਟੇ ਛੋਟੇ ਬੱਚੇ ਨੇਜਿਆਂ ਤੇ ਟੰਗੇ, ਅੱਜ ਤੁਸੀਂ ਉਹਨਾਂ ਦੀ ਔਲਾਦ ਹੈ। ਇਹ ਮਰਨਾ ਹੈ ਇੱਥੇ, ਕੈਂਸਰ ਹੋ ਕੇ ਮਰਨਾ, ਗਲ ਕੇ ਮਰਨਾ, ਸੁਸਾਈਡ ਕਰਕੇ ਮਰਨਾ, ਪਏ ਰਹਿਣਾ ਮੰਜੇ ਤੇ ਅੰਨੇ ਹੋ ਕੇ, ਜਾਨ ਨਹੀਂ ਟੁੱਟਣੀ, ਅੱਗੇ ਰੂਹ ਨਾ ਫੇਰ ਨਿਕਲ ਕੇ ਜਾਣਾ ਕਿਤੇ, ਤਾਂ ਇੱਥੇ ਦੋਹਰੇ ਜਨਮ ਚ ਫੇਰ ਧੱਕੇ ਖਾਣੇ ਪੈਣੇ ਆ। ਇੱਕ ਵਾਰ ਜੰਮ ਕੇ ਮਰਨਾ ਔਖਾ ਹੋਇਆ ਵਾ, ਹਰ ਬੰਦਾ ਮੌਤ ਤੋਂ ਡਰਿਆ ਪਿਆ, ਘਬਰਾਇਆ ਪਿਆ। ਤਾਂ ਅਸੀਂ ਤੁਹਾਡੇ ਚਰਨਾਂ 'ਚ ਬੇਨਤੀ ਕਰਦੇ ਆਂ ਵੀ ਸਿੱਖੋ, ਘੱਟੋ ਘੱਟ ਤੁਸੀਂ ਸੋਚੋ ਵੀ ਤੁਹਾਡਾ ਗੁਰੂ ਐਡਾ ਵੱਡਾ, ਉਹਦੇ ਅੱਗੇ ਬਾਬੇ ਨਾਨਕ ਅੱਗੇ ਨਾ ਕੋਈ ਸਿੱਧ ਅੜਿਆ, ਨਾ ਕੋਈ ਜੋਗੀ ਅੜਿਆ, ਨਾ ਕੋਈ ਪੰਡਤ ਅੜਿਆ, ਨਾ ਕੋਈ ਕਾਜੀ ਮੱਕੇ ਦਾ ਅੜਿਆ। ਜੇ ਅੜਿਆ ਤੇ ਅੱਜ ਦਾ ਸਿੱਖ ਬਾਬੇ ਨਾਨਕ ਅੱਗੇ ਅੜਿਆ ਹੋਇਆ। ਇਹ ਤੁਸੀਂ ਸੋਚੋ ਵੀ ਅਸੀਂ ਕੀ ਅੜੇ ਹਾਂ। ਤੁਸੀਂ ਉਹਦੀ ਇੱਜ਼ਤ ਨਹੀਂ ਕੀਤੀ, ਉਹਨਾਂ ਤੁਹਾਡੀ ਇੱਜ਼ਤ ਹੋਣੀ ਸੀ। ਤੁਸੀਂ ਕੋਈ ਜਾਂਦਾ ਨਾ ਨਸ਼ਾ ਪੀਂਦਾ ਸਿੱਖ ਤੇ ਅੱਜ ਪੰਜਾਬ ਦੀ ਹਾਲਤ ਨਾ ਹੁੰਦੀ। ਗੁਰੂ ਨੇ ਰੋਕ ਦਿੱਤਾ ਸੀ, ਜਿੱਤ ਪੀਤੇ ਮਤ ਦੂਰ ਹੋਏ। ਜਿਹੜੀ ਵੀ ਚੀਜ਼ ਦਾ ਸੇਵਨ ਕਰਕੇ ਤੁਹਾਡੀ ਬੁੱਧੀ ਵਿਚਲਤ ਹੋ ਜਾਂਦੀ ਹੈ, ਉਹ ਮੇਰਾ ਸਿੱਖ ਕਦੇ ਵੀ ਨਾ ਪੀਏ। ਸਿੱਧੇ ਤੌਰ ਤੇ ਤੁਹਾਨੂੰ ਕਹਿ ਦਿੱਤਾ। ਰਹਿਤ ਮਰਿਆਦਾ ਤੁਹਾਨੂੰ ਤਮਾਕੂ ਕਿਹਾ, ਅੱਗੇ ਜਾ ਕੇ ਤੁਹਾਨੂੰ ਕਿਹਾ ਸ਼ਰਾਬ, ਫੀਮ, ਚਰਸ, ਭੰਗ ਕੋਈ ਵੀ ਸਿੱਖ ਨਹੀਂ ਪੀਏਗਾ। ਰਹਿਤ ਮਰਿਆਦਾ, ਰੂਲ ਆਫ ਕੰਡਕਟ ਸਿੱਖਿਜ਼ਮ। ਜਿੱਥੇ ਤੁਹਾਨੂੰ ਕਿਰਪਾਨ ਦਾ ਇੰਨਾ ਹੱਕ ਮਿਲਿਆ ਭਾਰਤ 'ਚ ਲੈ ਕੇ ਜਾਣ ਦਾ, ਉੱਥੇ ਮੈਂ ਮੁੰਡਿਆਂ ਨੂੰ ਦੱਸੂਗਾ, ਕੁੜੀਆਂ ਨੂੰ ਦੱਸੂਗਾ, ਜਿਹੜੇ 10,000 ਰੁਪਇਆ ਕੇਸ ਸਿੱਧੇ ਕਰਨ ਤੇ ਲੱਗ ਰਹੀਆਂ ਨੇ, ਜਿਹੜੇ ਭਰਵੱਟੇ ਤਿੱਖੇ ਕੀਤੇ ਜਾ ਰਹੇ ਨੇ, ਜਿਹੜੇ ਮੁੰਡਿਆਂ ਦੇ ਬੋਦੇ ਖੜੇ ਕੀਤੇ ਜਾ ਰਹੇ ਨੇ, ਉਹਨਾਂ ਦਾ ਇੱਥੋਂ ਲੈ ਕੇ ਟਿੰਡ ਕੱਢੀ ਜਾ ਰਹੀ ਹੈ। ਮੈਂ ਉਹਨਾਂ ਦੇ ਇੱਕ ਚਰਨਾਂ 'ਚ ਬੇਨਤੀ ਕਰੂੰਗਾ, ਭਾਰਤ ਵਿੱਚ ਸਿੱਖ ਦੇ ਦਾੜੀ ਦੀ ਕੋਈ ਬੇਅਦਬੀ ਕਰੇ, ਕਿਰਪਾਨ ਦੀ ਬੇਅਦਬੀ ਕਰੇ, ਜੂੜੇ ਦੀ ਬੇਅਦਬੀ ਕਰੇ, ਤਾਂ 2 ਸਾਲ ਦੀ ਸਜ਼ਾ ਅੱਜ ਤੱਕ ਦਿੱਤੀ ਜਾ ਰਹੀ ਹੈ। ਇਹ ਦਾੜੀ ਕਿਸੇ ਮੁਸਲਮਾਨ ਦੀ ਜਾਂ ਹਿੰਦੂ ਦੀ ਕੋਈ ਵੀ ਰੱਖ ਸਕਦਾ। ਉਹਦੀ ਦਾੜੀ ਦੀ ਕੋਈ ਬੇਅਦਬੀ ਕਰੇ ਤਾਂ ਉਹਨੂੰ ਕੋਈ ਸਜ਼ਾ ਨਹੀਂ ਹੈ। ਸਿੱਖ ਦੀ ਵਾਸਤਾ ਇੱਕ ਖਾਸ ਵਿਸ਼ੇਸ਼ ਹੁਕਮ ਹੈ। ਹਜੇ ਤੱਕ ਸੰਵਿਧਾਨਕ ਹੱਕ ਤੁਹਾਡੇ ਕੋਲ ਸਿੱਖੋ, ਜਿਹੜੀ ਅੱਜ ਤੁਹਾਨੂੰ ਪੈਸੇ ਦੇ ਕੇ ਕਟਾਣੀ ਪੈ ਰਹੀ ਹੈ। ਔਰ ਤੁਸੀਂ ਕਿਸੇ ਮਹਾਂਪੁਰਖ ਦਾ ਆਸਰਾ ਤਕਾ ਕੇ ਉਸ ਗੱਲ ਨੂੰ ਅੱਖੋਂ ਪਰੋਖੇ ਕਰਨ ਲੱਗੇ ਆ ਵੀ ਨਹੀਂ ਜੀ ਕੋਈ ਦੀ ਕੋਈ ਖਾਸ ਲੋੜ ਨਹੀਂ, ਕੋਈ ਆਖੋ ਖਾਸ ਲੋੜ ਨਹੀਂ। ਅਤ ਗਨੀਮਤ ਹੋ ਰਹੀ ਹੈ ਤੁਹਾਡੇ ਚ। ਲੇਖਾ ਇਹ ਜਾਣ ਦਾ ਦੇਣਾ ਪੈਣਾ। ਕਬੀਰ ਸਾਹਿਬ ਦੇ ਸ਼ਲੋਕ ਪੜ੍ਹ ਦੇਣਗੇ, ਚਾਹੇ ਲਾਂਬੇ ਕੇਸ ਭਾਵੇਂ ਲਾਂਬੇ ਕੇਸ ਕਰ ਭਾਵੇਂ ਘਰੇ ਮੰਡਾਏ। ਉਹ ਇਹ ਵੀ ਕਹਿਣਗੇ ਕਬੀਰ ਮਨ ਮੁੰਡਿਆ ਨਹੀਂ ਕੇਸ ਮੰਡਾਏ। ਤੂੰ ਤਾਂ ਮਨ ਤਾਂ ਮੁੰਨਣਾ ਸੀ। ਇੱਕ ਸਾਡੇ ਗੁਰੂ ਦੇ ਚਿੰਨ ਹੈ, ਤੁਹਾਨੂੰ ਸਰਦਾਰੀ ਦਿੱਤੀ ਹੈ। ਕੋਈ ਵੀ ਕੇਸ ਕੱਟੇ ਵਾਲੇ ਬੰਦੇ ਨੂੰ ਤੇ ਜਿਹਦੇ ਸਿਰ ਤੇ ਦਸਤਾਰ ਨਹੀਂ ਹੈ, ਤੁਹਾਡੀ ਇੱਕ ਚਿੰਨ ਹੈ। ਦਸਤਾਰ ਵਰਲਡ ਵਿੱਚ ਸਿੱਖਾਂ ਕੋਲ ਹੈ। ਜੇ ਕਿਸੇ ਦੀ ਦਾੜੀ ਕੱਟੀ ਤੇ ਉੱਤੇ ਦਸਤਾਰ ਲੱਗੀ ਹੈ ਤਾਂ ਉਹਦੀ ਵੈਲਿਊ ਨਹੀਂ ਜ਼ਿਆਦਾ ਲੱਗਦੀ, ਉਹ ਹੋਰ ਤਰੀਕੇ ਦਾ ਲੱਗਦਾ। ਪੂਰਾ ਤਿਆਰ ਪਰ ਤਿਆਰ ਗੁਰੂ ਕਾ ਸਿੱਖ, ਅੰਦਰੋਂ ਵੀ ਸਿੱਖੀ ਤੇ ਬਾਹਰੋਂ ਵੀ ਸਿੱਖੀ। ਤੇ ਤੁਹਾਡਾ ਹੈਗਾ ਸੀ ਵਾਹਿਗੁਰੂ ਜੀ ਕਾ ਖਾਲਸਾ, ਕੋਈ ਸਤਿ ਸ੍ਰੀ ਅਕਾਲ ਨਹੀਂ ਸੀ, ਕੋਈ ਹੋਰ ਸ਼ਬਦ ਨਹੀਂ ਸੀ ਤੁਹਾਡੇ ਕੋਲ। ਉਹਨਾਂ ਦਾ ਹੈਗਾ ਸੀ ਸਲਾਮ ਅਲੈਕਮ। ਹਰ ਮੁਸਲਮਾਨ ਦੇ ਬੱਚੇ ਦੀ ਸੁਨਨਤ ਹੋਣੀ ਹੈ। ਆ ਤੁਹਾਡੇ ਲਾਗੇ ਕਾਦੀਆਂ ਜਾ ਕੇ ਦੇਖ ਕੇ ਆਓ, ਉੱਥੋਂ ਬਹੁਤੀ ਦੂਰ ਨਹੀਂ ਹੈ ਤੁਹਾਡੇ ਕੋਲ, ਕੋਈ ਮੁੰਡਾ ਨਹੀਂ ਜਿਹਦੀ ਸੁਨਨਤ ਨਾ ਹੋਈ ਹੋਈ। ਇਸੇ ਤਰੀਕੇ ਨਾਲ ਤੁਹਾਡੇ ਹਰ ਬੰਦੇ ਨੂੰ ਹੁਕਮ ਸੀ ਕਿ ਪੀਵੋ ਪੋਹਲ ਖੰਡੇ ਧਾਰ। ਫਿਰ ਉਹਦੇ ਨਾਲ ਕੁੜੀ ਰਿਸ਼ਤੇ ਦਾ ਰਿਸ਼ਤਾ ਕਰਨਾ, ਉਹਦੇ ਘਰੇ ਪਾਠੀਆਂ ਨੇ ਪਾਠ ਕਰਨਾ। ਹੁਣ ਜਦੋਂ ਉਹ ਬੰਦੇ ਤੇ ਸਿੱਖੀ ਹੈ ਨਹੀਂ, ਉੱਥੇ ਅਸੀਂ ਪਾਠ ਕਰ ਦਿੱਤਾ, ਉਹਨਾਂ ਥੋੜੇ ਬਾਅਦ ਡੀਜਾ ਲਾ ਦਿੱਤਾ, ਫਿਰ ਉਹਨਾਂ ਸ਼ਰਾਬ ਪੀ ਲਈ, ਫਿਰ ਉਹਨਾਂ 4 ਕੁੱਕੜ ਮਾਰ ਦਿੱਤੇ, ਅਸੀਂ ਪਾਠ ਕਰਕੇ ਆ ਗਏ। ਪਹਿਲਾਂ ਅਸੀਂ ਕਰ ਦਿੱਤਾ, ਫਿਰ ਉਹਨਾਂ ਸਾਰਾ ਕੁਝ ਆਪਣਾ ਕੀਤਾ। ਇਹਦਾ ਮਤਲਬ ਸਾਨੂੰ ਪੈਸਿਆਂ ਦੀ ਲੋੜ ਸੀ, ਅਸੀਂ ਆਪਣੇ ਗੁਰੂ ਪਾਤਸ਼ਾਹ ਨੂੰ ਉੱਥੇ ਲੈ ਗਏ। ਉਹ ਨਹੀਂ ਸੀ ਚਾਹੁੰਦਾ ਬਹੁਤਾ, ਉਹ ਤਾਂ ਲੋਕਾਂ ਨੂੰ ਇਕੱਠੇ ਕਰਨਾ ਚਾਹੁੰਦਾ ਸੀ। ਉਹਦੇ ਅੰਦਰ ਇੰਟਰਸਟ ਨਹੀਂ ਸੀ ਗੁਰੂ ਦਾ।
ਸਿੱਖੀ ਤੇ ਗੁਰੂ ਦੇ ਸ਼ਰਧਾ ਨਹੀਂ ਸੀ ਉਹਦੇ ਅੰਦਰ ਕੋਈ। ਅਸੀਂ ਪ੍ਰੋਫੈਸ਼ਨਲੀ ਬੰਦੇ ਹੋ ਕੇ ਉਹਦੇ ਕੋਲ ਪੈਸੇ ਲੈ ਗਏ ਮਹਾਰਾਜ। ਉਹਨਾਂ ਕੋਈ ਇੱਜ਼ਤ ਨਹੀਂ ਕੀਤੀ, ਸਾਹਮਣੇ ਕੁਰਸੀਆਂ ਲਾ ਕੇ ਬਹਿ ਗਿਆ। ਗ੍ਰੰਥੀ 'ਚ ਕੋਈ ਜ਼ਰੂਰਤ ਨਹੀਂ ਰਹੀ ਵੀ ਕਹੇ ਵੀ ਗੁਰੂ ਦਾ ਸਤਿਕਾਰ ਪਹਿਲਾਂ, ਬਾਅਦ 'ਚ ਤੇਰੀ ਗੱਲ ਹੋਊਗੀ, ਨਹੀਂ ਤਾਂ ਤੂੰ ਕਿਸੇ ਹੋਰ ਕੰਮ ਕਰ ਲੈ, ਤੇ ਜ਼ਰੂਰ ਇੱਥੇ ਗੁਰੂ ਗ੍ਰੰਥ ਸਾਹਿਬ ਲਿਆਣਾ ਤੂੰ। ਜਦੋਂ ਤੱਕ ਤੁਸੀਂ ਲੋਕ ਇਹਨਾਂ ਗੱਲਾਂ ਦਾ ਧਿਆਨ ਨਹੀਂ ਦਿਓਗੇ, ਤੁਹਾਡੇ ਅੰਦਰ ਕੌਮੀ ਪਿਆਰ ਨਹੀਂ ਰਿਹਾ ਵੀ ਮੈਂ ਸਿੱਖ ਕੌਮ ਦਾ ਨੁਮਾਇੰਦਾ ਆ, ਮੈਂ ਹਰ ਧਰਮ ਨੂੰ ਇੱਜ਼ਤ ਦਿੰਦਾ, ਮੈਂ ਮੁਸਲਮਾਨਾਂ ਦੀ ਇੱਜ਼ਤ ਕਰਦਾ, ਮੇਰੇ ਬਾਬੇ ਨੇ ਕੀਤੀ ਹੈ, ਚਾਹੇ ਸਾਈਂ ਮੀਆਂ ਮੀਰ ਦੀ ਕੀਤੀ ਹੈ, ਚਾਹੇ ਫਰੀਦ ਦੀ ਕੀਤੀ ਹੈ, ਚਾਹੇ ਪੀਰ ਬੁੱਧੂ ਸ਼ਾਹ ਦੀ ਕੀਤੀ ਹੈ, ਚਾਹੇ ਨਵੀ ਖਾਂ ਗਨੀ ਖਾਂ ਦੀ ਕੀਤੀ ਹੈ, ਮੇਰੇ ਗੁਰੂ ਨੇ ਹਰ ਇੱਕ ਨੂੰ ਬਰਾਬਰਤਾ ਦਿੱਤੀ ਹੈ। ਮੈਂ ਉਹਦੇ ਸਿੱਖ ਹਾਂ ਨਿਮਾਣਾ ਜਿਹਾ, ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹੂੰਗਾ। ਮਾੜੇ ਕਰਮ ਵਾਲੇ ਬੰਦੇ ਨੂੰ ਜ਼ਰੂਰ ਮੈਂ ਕਹੂੰਗਾ ਵੀ ਤੂੰ ਮਾੜੇ ਕੰਮ ਕਰਦਾ। ਮੇਰੇ ਗੁਰੂ ਵੀ ਕਹੂਗਾ, ਮੈਂ ਵੀ ਉਹਦੇ ਬੋਲਿਆ, ਮਗਰ ਉਹਦੇ ਬੋਲਿਆ। ਇਸ ਕਰਕੇ ਅੱਜ ਤੁਹਾਡੇ ਅੱਗੇ ਬਹੁਤ ਲੋੜੀਂਦੀਆਂ ਨੇ, ਆਉਣ ਵਾਲੇ ਸਮੇਂ 'ਚ ਤੁਹਾਡੇ ਕੋਲ